ਮੈਂ ਮਰਦਾ ਨਹੀਂ ਸੀ, ਮੈਨੂੰ ਮਾਰਿਆ ਗਿਆ। ਸੜਨਾ ਨਹੀਂ ਸੀ ਚਾਹੁੰਦਾ, ਕੋਹ ਕੇ ਮੈਨੂੰ ਸਾੜਿਆ ਗਿਆ। ਜਿਸ ਮੁਲਕ ਵਾਸਤੇ ਮੈਂ ਸ਼ਹਾਦਤਾਂ ਦਿੱਤੀਆਂ, ਉਸ ਮੁਲਕ ਦੇ ਵੱਲੋਂ ਹੀ ਮੈਨੂੰ ਲਤਾੜਿਆ ਗਿਆ, ਮਾਰਿਆ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਬਹੁਤ ਦਿਨਾਂ ਤੋਂ ਲਗਾਤਾਰ ਐਪੀਸੋਡਸ ਤੁਸੀਂ ਜਾਣਦੇ ਹੋ ਕਿ ਐਸਜੀਪੀਸੀ ਦੇ ਉੱਤੇ ਚੱਲ ਰਹੀ ਸੀ, ਪਰ ਬਹੁਤ ਕੁਝ ਪੰਜਾਬ ਨੂੰ ਲੈ ਕੇ ਜਾਂ ਸਿੱਖ ਕੌਮ ਨੂੰ ਲੈ ਕੇ ਅਜਿਹਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਵਾਪਰਿਆ ਕਿ ਪੰਜਾਬ 'ਚ ਕੀ ਦੁਨੀਆ ਦੇ ਵਿੱਚ ਰਹਿਣ ਵਾਲੇ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ। ਬਹੁਤ ਜਾਣਿਆਂ ਨੂੰ ਗਿਲਾ ਵੀ ਸੀ ਕਿ ਮੈਂ ਇਸ ਟੌਪਿਕ ਉੱਤੇ ਨਹੀਂ ਬੋਲ ਰਿਹਾ। ਬਹੁਤ ਕੁਝ ਹੋ ਰਿਹਾ ਸੀ ਤੇ ਤੁਸੀਂ ਵੀ ਜਾਣਦੇ ਹੋ ਜਿਹੜੀਆਂ ਹਾਲਾਤਾਂ ਦੇ ਵਿੱਚੋਂ ਦੀ ਗੁਜ਼ਰ ਕੇ ਪਹੁੰਚੇ ਆ ਇੱਥੇ ਤੱਕ। ਖੈਰ, ਜਿੱਤ ਪ੍ਰਵਾਨ ਹੋਈ ਹੈ, ਸੰਗਤ ਦੇ ਕਰਕੇ ਜਿੱਤ ਪ੍ਰਵਾਨ ਹੋਈ ਹੈ। ਇਹ ਪ੍ਰੀਤ ਸਿੰਘ ਸੈਣੀ ਦੀ ਜਿੱਤ ਨਹੀਂ ਸੀ 295 ਚ ਜਿਹੜਾ ਬਾਹਰ ਆਏ, ਇਹ ਸਾਰੀ ਸੰਗਤ ਦੀ ਜਿੱਤ ਸੀ। ਪਰ ਜੋ ਹਰਦੀਪ ਸਿੰਘ ਨਿੱਜਰ ਦੇ ਕਤਲ ਦਾ ਮਾਮਲਾ ਸੀ, ਉਸ ਮਾਮਲੇ ਨੂੰ ਦੇਖ ਕੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪਹਿਲਾਂ ਤਾਂ ਅੰਦਰ ਖਾਤੇ ਹੀ ਗੱਲਾਂ ਚੱਲ ਰਹੀਆਂ ਸੀ ਕਿ ਇਹ ਬਹੁਤ ਪ੍ਰੀ ਪਲਾਨਡ ਮਰਡਰ ਸੀਗੀ, ਚਾਹੇ ਪਰਮਜੀਤ ਸਿੰਘ ਪੰਜਵੜ ਦਾ ਹੋਵੇ, ਚਾਹੇ ਉਸ ਤੋਂ ਬਾਅਦ ਭਾਈ ਅਵਤਾਰ ਸਿੰਘ ਜੀ ਖੰਡਾ ਦਾ ਹੋਵੇ। ਹੁਣ ਖੁੱਲ ਕੇ ਇਹ ਚੀਜ਼ਾਂ ਸਾਹਮਣੇ ਆ ਗਈਆਂ ਨੇ ਕਿ ਆਖਿਰ ਕੌਣ ਇਸ ਦੇ ਪਿੱਛੇ ਸੀ ਤੇ ਕਿਉਂ ਸੀ। ਬੇਸ਼ੱਕ ਸਰਕਾਰਾਂ ਇਸ ਤੋਂ ਮੁਨਕਰ ਹੁੰਦੀਆਂ ਹੋਣ, ਪਰ ਸੱਚਾਈ ਹੁਣ ਸਿਰਫ ਪੰਜਾਬੀਆਂ ਜਾਂ ਸਿੱਖਾਂ ਦੇ ਸਾਹਮਣੇ ਨਹੀਂ, ਸਾਰੀ ਦੁਨੀਆ ਦੇ ਸਾਹਮਣੇ ਨੇ। ਤੇ ਇਸ ਮਸਲੇ ਨੂੰ ਲੈ ਕੇ ਗਹਿਰਾਈ ਤੱਕ ਜਿਹਨਾਂ ਨੇ ਜਾਂਚ ਕੀਤੀ, ਐਵਰੀਡੇ ਜੋ ਐਪੀਸੋਡਸ ਕਰਕੇ ਤੁਹਾਡੇ ਲਈ ਰੂਬਰੂ ਕਰਦੇ ਰਹੇ ਕਿ ਕੀ ਟਰੂਡੋ ਨੇ ਕਿਹਾ, ਕੀ ਉਸ ਤੋਂ ਬਾਅਦ ਮੋਦੀ ਨੇ ਬਿਆਨ ਦਿੱਤੇ, ਕੀ ਐਸਜੀਪੀਸੀ ਦਾ ਸਟੈਂਡ ਰਿਹਾ ਤੇ ਕੀ ਹੋਰ ਸਿੱਖ ਜਥੇਬੰਦੀਆਂ ਦਾ ਇਸ ਚੀਜ਼ ਨੂੰ ਲੈ ਕੇ ਸਟੈਂਡ ਰਿਹਾ। ਖਾਲਸਾ ਰਾਜ ਦੀ ਗੱਲ ਆਖਿਰ ਕਿਉਂ ਭਾਰਤ ਦੇ ਵਿੱਚ ਕੋਈ ਨਹੀਂ ਕਰ ਸਕਦਾ, ਜੇ ਕਰਦਾ ਤੇ ਉਹਨੂੰ ਚੱਕ ਕੇ ਜੇਲ੍ਹਾਂ ਦੇ ਵਿੱਚ ਕਿਉਂ ਡੱਕ ਦਿੱਤਾ ਜਾਂਦਾ ਹੈ, ਤੇ ਕਿਉਂ ਕੈਨੇਡੀਅਨ ਜਿਹੜੇ ਸਿਟੀਜ਼ਨਸ ਹੈਗੇ ਨੇ, ਐਨਆਰਆਈਜ਼ ਹੈਗੇ ਨੇ, ਉਹਨਾਂ ਦੇ ਉੱਤੇ ਬੈਨ ਲਾ ਦਿੱਤਾ ਗਿਆ ਇੰਡੀਅਨ ਗਵਰਨਮੈਂਟ ਦੇ ਵੱਲੋਂ ਕਿ ਉਹ ਵਾਪਸ ਭਾਰਤ ਨਹੀਂ ਆ ਸਕਦੇ। ਤੇ ਇੱਥੇ ਤੱਕ ਵੀ ਪਤਾ ਲੱਗਿਆ ਕਿ ਇੱਕ ਦੋ ਜਿਹੜੇ ਆਏ ਸੀ ਤੇ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਗਈ ਹੈ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਆਪਣਾ ਸਾਂਝਾ ਪੰਜਾਬ ਦੇ ਪੱਤਰਕਾਰ ਭੁਪਿੰਦਰ ਸਿੰਘ ਸੱਜਣ ਦਾ, ਜੋ ਮੇਰੇ ਨਾਲ ਨੇ। ਫਤਿਹ ਦੀ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੁਪਿੰਦਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੀਤ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਮੁਬਾਰਕਬਾਦ ਦਿੰਦਾ ਹੈਗਾ ਕਿ ਤੁਸੀਂ ਜਿਹੜਾ ਤੁਹਾਡੇ 'ਤੇ ਮੁਕੱਦਮਾ ਦਰਜ ਕਰਵਾਇਆ ਗਿਆ ਸੀਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ, ਉਹਦੇ 'ਚੋਂ ਤੁਸੀਂ ਆਪਣੇ ਘਰ ਵਾਪਸ ਆ ਗਏ, ਕਿਉਂਕਿ ਤੁਹਾਡੇ ਪਿੱਛੇ ਪੁਲਿਸ ਪਈ ਹੋਈ ਸੀਗੀ। ਸੋ ਮੈਨੂੰ ਲੱਗਦਾ ਕਿ ਉਸ ਤੋਂ ਬਾਅਦ ਵੀ ਤੁਸੀਂ ਲਗਾਤਾਰ ਆਪਣੀ ਆਵਾਜ਼ ਬੁਲੰਦ ਕਰਦੇ ਰਹੇ ਹੋ। ਤੋ ਮੈਨੂੰ ਲੱਗਦਾ ਕਿ ਕੌਮ ਤੁਹਾਡਾ ਬਹੁਤ ਸਤਿਕਾਰ ਕਰਦੀ ਹੈ। ਇੱਕ ਪੱਤਰਕਾਰ ਹੋਣ ਦੇ ਨਾਤੇ ਮੈਨੂੰ ਵੀ ਬਹੁਤ ਚੰਗਾ ਲੱਗਦਾ ਜੀ। ਚੜ੍ਹਦੀ ਕਲਾ ਜੀ। ਸਾਡਾ ਫਰਜ਼ ਬਣਦਾ ਕਿਉਂਕਿ ਪੱਤਰਕਾਰੀ ਸਿਰਫ ਵਿਊਜ਼ ਤੱਕ ਸੀਮਿਤ ਨਹੀਂ ਹੈਗੀ ਜਾਂ YouTube ਦੇ ਡਾਲਰਾਂ ਤੱਕ ਸੀਮਿਤ ਨਹੀਂ ਹੈਗੀ, ਪਰ ਸਾਡੀ ਤਰਾਸਦੀ ਹੈ, ਪੱਤਰਕਾਰੀ ਭਾਈਚਾਰੇ ਦੀ ਵੀ ਤਰਾਸਦੀ ਹੈ ਕਿ ਸਾਡੀ ਸੋਚ ਉੱਥੇ ਤੱਕ ਹੀ ਰਹਿ ਗਈ ਹੈ। ਪਰ ਹਾਂ, ਤੁਹਾਡੇ ਵਰਗੇ ਪੱਤਰਕਾਰ ਹੈ ਨੇ ਜਿਨ੍ਹਾਂ ਨੇ ਸਾਥ ਦਿੱਤਾ, ਹੋਰ ਬਹੁਤ ਸਾਰੇ ਪੱਤਰਕਾਰ ਵੀਰ ਹੈ ਨੇ ਜਿਨ੍ਹਾਂ ਨੇ ਹਿੱਕ ਠੋਕ ਕੇ ਸਾਥ ਦਿੱਤਾ ਵੀ ਗਲਤ ਨੂੰ ਗਲਤ ਕਹਿਣਾ ਕਿੱਥੋਂ ਗਲਤ ਹੋ ਗਿਆ। ਪਰ ਮੁੱਦੇ ਤੇ ਆਨੇ ਆ ਕਿ ਅਗਰ ਸ਼ਹੀਦ ਭਾਈ ਅਵਤਾਰ ਸਿੰਘ ਖੰਡਾ ਦੀ ਗੱਲ ਕੀਤੀ ਜਾਵੇ, ਭਾਈ ਹਰਦੀਪ ਸਿੰਘ ਨਿੱਜਰ ਦੀ ਗੱਲ ਕੀਤੀ ਜਾਵੇ, ਭਾਈ ਪਰਮਜੀਤ ਸਿੰਘ ਪੰਜਵੜ ਦੀ ਗੱਲ ਕੀਤੀ ਜਾਵੇ, ਖਾਸ ਕਰਕੇ ਇਹਨਾਂ ਤਿੰਨ ਕਤਲਾਂ ਦੀ ਅਗਰ ਅਸੀਂ ਗੱਲ ਕਰਦੇ ਹਾਂ, ਬੇਸ਼ੱਕ ਦਿਖਾਇਆ ਜਾਂਦਾ ਵੀ ਨਹੀਂ ਜੀ ਕਤਲ ਨਹੀਂ ਸੀ, ਇਹ ਤਾਂ ਹੋ ਗਿਆ, ਸਾਡਾ ਕੋਈ ਹੱਥ ਨਹੀਂ ਸੀ, ਭਾਰਤ ਸਰਕਾਰ ਜਿੱਦਾਂ ਕਹਿੰਦੀ ਹੈ। ਪਰ ਪ੍ਰਧਾਨ ਮੰਤਰੀ ਟਰੂਡੋ ਨੇ ਜੋ ਕੁਝ ਕਿਹਾ ਤੇ ਜੋ ਚੀਜ਼ਾਂ ਆ ਰਹੀਆਂ ਨੇ ਕਿ ਪਰਸਨਲੀ ਵੀ ਉਹਨਾਂ ਨੇ ਨਰਿੰਦਰ ਮੋਦੀ ਦੇ ਨਾਲ ਇਸ ਬਾਰੇ ਗੱਲ ਕੀਤੀ ਸੀ, ਪਰ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ। ਫਿਰ ਉਹ ਕੈਨੇਡਾ ਜਾਂਦੇ ਨੇ ਤੇ ਕੈਨੇਡਾ ਦੇ ਵਿੱਚ ਜਾ ਕੇ ਸੰਸਦ ਵਿੱਚ ਉਹ ਕਲੀਅਰਲੀ ਇਹ ਗੱਲਾਂ ਕਹਿ ਦਿੰਦੇ ਨੇ ਵੀ ਇੰਡੀਅਨ ਏਜੰਸੀਜ਼ ਦਾ ਹੱਥ ਸੀ ਇਸ ਪਿੱਛੇ। ਕਿੱਦਾਂ ਦੇਖਦੇ ਨੇ? ਦੇਖੋ, ਮੈਂ ਨਾ ਜਿੱਦਣ ਤੋਂ ਇਹ ਘਟਨਾ ਵਾਪਰੀ ਹੈਗੀ ਆ, ਖਾਸ ਕਰਕੇ ਜਸਟਿਨ ਟਰੂਡੋ ਹੋਰਾਂ ਦੇ ਬਿਆਨ ਵਾਲੀ ਘਟਨਾ, ਉਦੋਂ ਤੋਂ ਲੈ ਕੇ ਹੁਣ ਤੱਕ ਲਗਾਤਾਰ ਤਕਰੀਬਨ ਦੇਖ ਰਹੇ ਹੈਗਾ। ਇਕੱਲਾ ਮੈਂ ਹੀ ਨਹੀਂ, ਬਾਕੀ ਸਾਰੇ ਪੱਤਰਕਾਰ ਵੀ ਦੇਖ ਰਹੇ ਨੇ, ਔਰ ਭਾਰਤ ਦਾ ਜਿਹੜਾ ਮੀਡੀਆ ਹੈਗਾ ਉਹ ਵੀ ਦੇਖ ਰਿਹਾ ਹੈਗਾ ਪਈ। ਔਰ ਇਕੱਲਾ ਦੇਖ ਹੀ ਨਹੀਂ ਰਿਹਾ ਹੈਗਾ, ਭਾਰਤ ਦਾ ਮੀਡੀਆ ਤਾਂ ਦੇਖਣ ਤੋਂ ਬਾਅਦ ਇਹ ਵੀ ਸੋਚਦਾ ਹੈਗਾ ਕਿ ਜਿਨ੍ਹਾਂ ਦੇ ਬੁਲਾਇਆ ਅਸੀਂ ਬੋਲਣਾ ਜਾਂ ਸਾਨੂੰ ਬੋਲਣਾ ਚਾਹੀਦਾ, ਸੋ ਉਹ ਸਾਡੇ ਕੋਲੋਂ ਕੀ ਬੁਲਵਾਉਣਾ ਚਾਹੁੰਦੇ ਨੇ, ਅਸੀਂ ਉਹ ਸਾਰਾ ਕੁਝ ਬੋਲਣਾ। ਔਰ ਸ਼ਬਦਾਂ ਦਾ ਜਿਹੜਾ ਜਾਲ ਹੈਗਾ, ਮੈਨੂੰ ਲੱਗਦਾ ਕਿ ਪੱਤਰਕਾਰ ਭਾਈਚਾਰੇ ਨੂੰ ਬਹੁਤ ਹੀ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਬੁਣਨਾ ਆਉਂਦਾ ਹੁੰਦਾ, ਔਰ ਉਦੋਂ ਤੋਂ ਲੈ ਕੇ ਲਗਾਤਾਰ ਅੱਜ ਤੱਕ ਵੀ ਉਹ ਬੁਣ ਰਹੇ ਨੇ। ਅੱਜ ਵੀ ਬੁਣਿਆ ਕਈਆਂ ਨੇ, ਕਈ ਪੱਤਰਕਾਰਾਂ ਨੇ ਅੱਜ ਵੀ ਵੱਖ-ਵੱਖ ਚੈਨਲਾਂ ਦੇ ਉੱਪਰ। ਪ੍ਰੀਤ ਜੀ, ਸਭ ਤੋਂ ਪਹਿਲਾਂ ਤਾਂ ਜਿਹੜੀ ਗੱਲ ਹੈਗੀ ਆ, ਤੁਸੀਂ ਭਾਰਤ ਸਰਕਾਰ ਦੀ ਗੱਲ ਕੀਤੀ ਆ। ਇਕੱਲਾ ਭਾਰਤ ਸਰਕਾਰ ਨਹੀਂ, ਮੈਨੂੰ ਲੱਗਦਾ ਕਿ ਕੋਈ ਵੀ ਹਿਟਲਰ ਸ਼ਾਹੀ ਜਿਹਨੇ ਕਰਨੀ ਹੁੰਦੀ ਹੈ, ਉਹਨਾਂ ਦੀ ਇੱਕ ਥਿਊਰੀ ਹੁੰਦੀ ਹੈ ਕਿ ਜਿਨ੍ਹਾਂ ਨੂੰ ਤੁਸੀਂ ਖਤਮ ਕਰਨਾ ਹੈਗਾ ਪੂਰੇ ਵਰਲਡ ਦੇ ਵਿੱਚ, ਪਹਿਲਾਂ ਉਹਨਾਂ ਨੂੰ ਬਦਨਾਮ ਕਰੋ। ਉਹਨਾਂ ਨੂੰ ਪਹਿਲਾਂ ਬਦਨਾਮ ਕਰਕੇ ਜੇ ਤੁਸੀਂ ਉਹਨਾਂ ਦਾ ਕਤਲ ਕਰ ਦਿਓ ਤਾਂ ਫਿਰ ਤੁਹਾਡੀ ਛਵੀ ਇੱਕ ਵੱਖਰੀ ਤਰ੍ਹਾਂ ਦੀ ਬਣਦੀ ਹੈ।
ਉਹਨਾਂ ਦੀ ਵੀ ਛਵੀ ਜੀ ਵੱਖਰੀ ਤਰ੍ਹਾਂ ਦੀ ਬਣਦੀ ਆ। ਉਹਨਾਂ ਦੀ ਛਵੀ ਬਣਦੀ ਹੈ ਕਿ ਉਹ ਅੱਤਵਾਦੀ ਨੇ, ਤੁਹਾਡੀ ਛਵੀ ਇਹ ਬਣਦੀ ਆ ਕਿ ਤੁਸੀਂ ਅੱਤਵਾਦ ਦਾ ਸਫਾਇਆ ਕਰਨ ਵਾਲੇ ਹੋ। ਪਰ ਇਹ ਸਾਰੀ ਪ੍ਰਕਿਰਿਆ ਬਹੁਤ ਜ਼ਿਆਦਾ ਲੰਬਾ ਸਮਾਂ ਨਹੀਂ ਚੱਲਦੀ ਹੁੰਦੀ। ਇਹਨਾਂ ਨੇ ਕਾਫੀ ਸਮੇਂ ਤੋਂ ਚਲਾਈ ਹੋਈ ਹੈ, ਪਰ ਮੈਨੂੰ ਲੱਗਦਾ ਕਿ ਹੁਣ ਹੋਰ ਜ਼ਿਆਦਾ ਲੰਬਾ ਸਮਾਂ ਇਹ ਸਾਰਾ ਕੁਝ ਚੱਲਣਾ ਨਹੀਂ ਹੈਗਾ। ਜੀ ਕੈਨੇਡਾ ਵਰਗਾ ਮੁਲਕ ਹੋਵੇ, ਕੈਨੇਡਾ ਵਰਗੇ ਮੁਲਕ ਦੀ ਪਾਰਲੀਮੈਂਟ ਹੋਵੇ ਔਰ ਜਸਟਿਨ ਟਰੂਡੋ ਵਰਗਾ ਹੋਵੇ ਪ੍ਰਧਾਨ ਮੰਤਰੀ, ਪਾਰਲੀਮੈਂਟ ਦੇ ਵਿੱਚ ਜੀ ਖੜ ਕੇ ਉਹ ਸ਼ਰੇਆਮ ਇਹ ਗੱਲ ਕਹਿ ਦੇਵੇ ਕਿ ਸਾਡੇ ਮੁਲਕ ਦਾ ਨਾਗਰਿਕ, ਮੇਰੇ ਮੁਲਕ ਦਾ ਨਾਗਰਿਕ ਹਰਦੀਪ ਸਿੰਘ ਨਿੱਜਰ, ਮੇਰੇ ਮੁਲਕ ਦੇ ਵਿੱਚ ਉਹਦਾ ਮਰਡਰ ਹੋ ਗਿਆ। ਤੁਸੀਂ ਦੇਖੋ ਉਹਨਾਂ ਨੇ ਇਸ ਗੱਲ ਨੂੰ ਕਿੰਨਾ ਜ਼ਿਆਦਾ, ਇਸ ਘਟਨਾ ਨੂੰ ਕਿੰਨਾ ਜ਼ਿਆਦਾ ਸੀਰੀਅਸਲੀ, ਕਿੰਨਾ ਜ਼ਿਆਦਾ ਸੀਰੀਅਸਲੀ ਲਿਆ। ਗੰਭੀਰਤਾ ਦੇ ਨਾਲ ਲਿਆ। ਉਹਨਾਂ ਨੇ ਬਾਕਾਇਦਾ ਭਾਰਤ ਦੇ ਉੱਪਰ ਇਹਦੇ ਇਲਜ਼ਾਮ ਲਾਤੇ। ਕੱਲਾ ਕੈਨੇਡਾ ਹੀ ਨਹੀਂ, ਭਾਰਤ ਨੂੰ ਕੈਨੇਡਾ ਤੋਂ ਇਲਾਵਾ ਆਸਟ੍ਰੇਲੀਆ, ਅਮਰੀਕਾ ਤੇ ਹੋਰ ਅਗਾਂਹ ਵਧੂ ਉਹ ਮੁਲਕ ਜਿਨ੍ਹਾਂ ਮੁਲਕਾਂ ਦੀ ਕਹੀ ਹੋਈ ਗੱਲ ਦਾ ਕੋਈ ਅਸਰ ਹੁੰਦਾ ਹੈਗਾ, ਉਹਨਾਂ ਨੇ ਵੀ ਭਾਰਤ ਨੂੰ ਕਟਹਿਰੇ ਵਿੱਚ ਖੜਾ ਕਰਨਾ ਸ਼ੁਰੂ ਕਰਤਾ। ਕਹਿੰਦੇ ਭਾਈ ਜਵਾਬ ਦਿਓ। ਹੁਣ ਇਹਦੇ ਕੋਲੋਂ ਜਿਹੜਾ ਬਿਲਕੁਲ ਜਵਾਬ ਦਿੱਤਾ ਜਾ ਰਿਹਾ, ਜਵਾਬ ਇਹੀ ਦਿੱਤਾ ਜਾ ਰਿਹਾ ਮੀਡੀਆ ਦੇ ਰਾਹੀਂ, ਕਿਉਂਕਿ ਮੋਦੀ ਸਾਹਿਬ ਤਾਂ ਕੋਈ ਖਾਸ ਜਵਾਬ ਦਿੰਦੇ ਨਹੀਂ, ਕਿਉਂਕਿ ਉਹ ਤੇ ਮਨ ਕੀ ਬਾਤ ਕਰਦੇ ਨੇ। ਉਹਨਾਂ ਦੀ ਤਾਂ ਮਨ ਦੀ ਬਾਤ ਆ ਨਾ, ਇੱਕ ਸਰੂਰ ਆ, ਇੱਕ G20 ਸੰਮੇਲਨਾਂ ਦੀ ਉਹਨਾਂ ਨੇ ਅਗਵਾਈ ਕੀਤੀ ਆ ਔਰ ਉਹ ਸਰੂਰ ਵੀ ਬਣਿਆ ਹੋਇਆ। ਫਿਰ ਹੁਣ ਜਿਹੜਾ ਬੰਦਾ ਸਰੂਰ 'ਚ ਘੁੰਮਦਾ ਉਹ ਜਵਾਬ ਕਿਉਂ ਦੇਵੇ? ਜਵਾਬ ਦੇਣ ਵਾਸਤੇ ਬੰਦੇ ਰੱਖੇ ਹੋਏ ਆ, ਮੀਡੀਆ ਹੈਗਾ ਉਹਨਾਂ ਦਾ, ਉਹ ਦਿੰਦੇ ਪਏ ਜਵਾਬ। ਉਹ ਜਵਾਬ ਇਸ ਤਰੀਕੇ ਦੇ ਨਾਲ ਦੇ ਰਹੇ ਨੇ कि जस्टिन ट्रूडो अपने बयानों से बैकफुट पर आ गए हैं, वो डर गए हैं, उन्होंने माफ़ी मांग ली है, उनको अपनी गलती का एहसास हो गया है। सो इस तरीके का प्रोपेगेंडा करके ਇਹ ਪ੍ਰੋਪੇਗੈਂਡਾ ਜਿਹੜਾ, ਮਾਫ ਕਰਨਾ ਤੁਹਾਨੂੰ ਕੱਟ ਰਿਹਾ, ਇਹ ਸੇਮ ਪ੍ਰੋਪੇਗੈਂਡਾ ਆਈ ਥਿੰਕ ਗੋਦੀ ਮੀਡੀਆ ਨੇ ਅਮਰੀਕਾ ਦੇ ਖਿਲਾਫ ਵੀ ਕੀਤਾ ਤੇ ਅਮਰੀਕਾ ਨੇ ਸਖਤ ਨੋਟਿਸ ਲਿਆ ਕਿ ਅਸੀਂ ਕੈਨੇਡਾ ਦੇ ਨਾਲ ਖੜੇ ਹਾਂ, ਅਸੀਂ ਹਿੱਕ ਟੋਕੇ ਖੜੇ ਹਾਂ, ਅਸੀਂ ਇਹੋ ਜਿਹਾ ਕੋਈ ਬਿਆਨ ਨਹੀਂ ਦਿੱਤਾ, ਅਸੀਂ ਬੈਕਫੁੱਟ ਤੇ ਨਹੀਂ ਆਏ। ਤੇ ਇਵਨ ਆਸਟ੍ਰੇਲੀਆ ਦੀ ਗੱਲ ਤੇ ਹੋਰ ਕਈ ਕੰਟਰੀਜ਼ ਹੈਗੀਆਂ ਨੇ। G20 ਸੰਮੇਲਨ ਦੇ ਦੌਰਾਨ ਹੀ ਸਿੱਖਾਂ ਦਾ ਇਸ ਕਤਲੇਆਮ ਦਾ ਮੁੱਦਾ G20 ਦੇ ਵਿੱਚ ਵੀ ਗੂੰਜਦਾ ਰਿਹਾ। ਬੇਸ਼ੱਕ ਉਸ ਚੀਜ਼ ਨੂੰ ਮੀਡੀਆ ਨੇ ਪ੍ਰਚਾਰਿਆ ਹੋਵੇ, ਨਾ ਪ੍ਰਚਾਰਿਆ ਹੋਵੇ, ਪਰ ਹੁਣ ਜਦੋਂ ਉਹਨਾਂ ਦੇ ਨੁਮਾਇੰਦੇ ਆਪਣੇ ਆਪਣੇ ਦੇਸ਼ਾਂ ਮੁਲਕਾਂ ਦੇ ਵਿੱਚ ਪਹੁੰਚ ਗਏ ਆ ਤੇ ਇੰਡੀਅਨ ਮੀਡੀਆ ਵੱਲੋਂ ਪਬਲਿਸ਼ ਕੀਤੀਆਂ ਗਈਆਂ ਖਬਰਾਂ ਦੇਖ ਰਹੇ ਨੇ, ਤਾਂ ਆਬਵੀਅਸ ਉਹਨਾਂ ਦਾ ਪ੍ਰਤੀਕਰਮ ਆਣਾ ਬਣਦਾ ਸੀ, ਜੋ ਆ ਰਿਹਾ ਹੈ ਤੇ ਹੁਣ ਦੁਨੀਆ ਦੇਖ ਰਹੀ ਹੈ। ਇਹਨੂੰ ਤੁਸੀਂ ਹੁਣ ਕਿੱਦਾਂ ਦੇਖਦੇ ਹੋ? ਯੂਐਨ ਨੂੰ, ਮਤਲਬ ਯੂਐਨ ਤੱਕ ਹੁਣ ਇਹ ਖਬਰ ਪਹੁੰਚ ਗਈ ਹੈ, ਸਾਰੇ ਪਾਸੇ ਮੰਗਾਂ ਉੱਠ ਰਹੀਆਂ ਨੇ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਨੇ। ਹੁਣ ਕਸ਼ਮੀਰੀ ਵਿਦਿਆਰਥੀ ਹੈਗੇ ਨੇ ਜਾਂ ਸਿੱਖ ਵਿਦਿਆਰਥੀ ਹੈਗੇ ਨੇ ਵਿਦੇਸ਼ਾਂ ਦੇ ਵਿੱਚ, ਉਹ ਵੀ ਰੋਸ ਪ੍ਰਦਰਸ਼ਨ ਕਰ ਰਹੇ ਨੇ। ਬਾਹਰੋਂ ਕਈ ਮੇਰੇ ਕੋਲ ਵੀਡੀਓਜ਼ ਪਹੁੰਚੀਆਂ ਨੇ। ਬੀਤੇ ਦਿਨੀ ਕੈਲੀਫੋਰਨੀਆ ਦੇ ਵਿੱਚ ਬਹੁਤ ਵੱਡਾ ਪ੍ਰਦਰਸ਼ਨ ਹੋਇਆ, ਜਿਹਦੇ ਵਿੱਚ ਖਾਲਸਾ ਰਾਜ ਦੇ ਸਰੇਆਮ ਨਾਅਰੇ ਲੱਗੇ ਤੇ ਭਾਰਤ ਸਰਕਾਰ ਨੂੰ ਕਾਤਲ ਠਹਿਰਾਇਆ ਗਿਆ। ਇਸ ਦਾ ਤੁਹਾਨੂੰ ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਕੌਮ ਦੇ ਉੱਤੇ ਜਾਂ ਸਿੱਖ ਰਾਜ ਨੂੰ ਲੈ ਕੇ ਜੋ ਸੋਚ ਹੈ ਅਗਾਂਹ ਵਧੂ ਸਾਡੀ, ਉਹਦੇ ਤੇ ਕੀ ਅਸਰ ਪਊਗਾ? ਅਸਰ ਪਊਗਾ ਨਹੀਂ, ਅਸਰ ਮੈਨੂੰ ਲੱਗਦਾ ਕਿ ਪੈ ਰਿਹਾ ਹੈ। ਅਸਰ ਇਹ ਪੈ ਰਿਹਾ, ਤੁਸੀਂ ਦੇਖੋ ਸੋਸ਼ਲ ਮੀਡੀਆ ਦੇ ਉੱਪਰ ਸਿੱਖ ਕੌਮ ਇਹ ਮਹਿਸੂਸ ਕਰਦੀ ਹੈ ਕਿ ਜਿਹੜੀ ਸਾਡੀ ਮੰਜ਼ਿਲ ਸੀ, ਜਿਸ ਮਕਸਦ ਦੀ ਖਾਤਰ ਸਾਡੇ ਪੁਰਖਿਆਂ ਨੇ ਵੱਡੀਆਂ ਕੁਰਬਾਨੀਆਂ ਕੀਤੀਆਂ ਜਾਂ ਅੱਜ ਵੀ ਭਾਰਤ ਦੀਆਂ ਅੱਡ-ਅੱਡ ਜੇਲ੍ਹਾਂ ਵਿੱਚ ਬੰਦ ਨੇ, ਸ਼ਾਇਦ ਅਸੀਂ ਉਸ ਮਕਸਦ ਵੱਲ ਨੂੰ ਵੱਧ ਰਹੇ ਹਾਂ। ਦੇਖੋ, ਜਦੋਂ ਤੁਹਾਨੂੰ ਵੱਖ-ਵੱਖ ਅਗਾਂਹ ਵਧੂ ਮੁਲਕ ਜਿਨ੍ਹਾਂ ਦੀ ਗੱਲ ਦਾ ਅਸਰ ਕੋਈ ਹੁੰਦਾ ਹੈਗਾ ਪੂਰੇ ਵਿਸ਼ਵ ਦੇ ਵਿੱਚ, ਜਦੋਂ ਤੁਹਾਡੇ ਨਾਲ ਉਹ ਮੁਲਕ ਖੜਨ ਲੱਗ ਪੈਣ, ਮੇਰੀ ਗੱਲ ਸੁਣੋ, ਤੁਸੀਂ ਦੇਖੋ ਪ੍ਰੀਤ ਜੀ, ਕੱਲ ਤੱਕ ਹਾਲਾਤ ਇਦਾਂ ਦੇ ਸੀਗੇ ਕਿ ਪੰਜਾਬ ਦੀ ਇਸ ਸਰਜ਼ਮੀਨ ਦੇ ਉੱਪਰ ਜਿਹੜੇ ਕਹਿੰਦੇ ਕਿ ਨਹੀਂ ਪੰਜਾਬ ਭਾਰਤ ਦਾ ਹਿੱਸਾ ਹੈ, ਆਪਾਂ ਐ ਕਹਿ ਕੇ ਗੱਲ ਕਰ ਲੈਂਦੇ ਆ, ਭਾਰਤ ਦਾ ਹਿੱਸਾ ਪੰਜਾਬ ਇਸ ਧਰਤੀ ਦੇ ਉੱਪਰ ਜਦੋਂ ਸਿੱਖਾਂ ਦਾ ਜੈਨੋਸਾਈਡ ਹੁੰਦਾ ਸੀਗਾ, ਤੁਹਾਡਾ ਹੀ ਕਤਲੇਆਮ ਹੁੰਦਾ ਸੀਗਾ ਔਰ ਤੁਹਾਨੂੰ ਆਪਣੇ ਵਾਸਤੇ ਆਪ ਹੀ ਹਾਂ ਦਾ ਨਾਰਾ ਮਾਰਨਾ ਪੈਂਦਾ ਸੀਗਾ ਔਰ ਤੁਹਾਨੂੰ ਆਪਣੀਆਂ ਸਫਾਈਆਂ ਵੀ ਆਪ ਹੀ ਦੇਣੀਆਂ ਪੈਂਦੀਆਂ ਸੀਗਾ ਕਿ ਵੀ ਆਰ ਨੋਟ ਟੈਰਰਿਸਟ, ਅਸੀਂ ਅੱਤਵਾਦੀ ਨਹੀਂ ਹਾਂ। ਤੁਹਾਨੂੰ ਆਪ ਹੀ ਕਹਿਣਾ ਪੈਂਦਾ ਹੁੰਦਾ ਸੀਗਾ ਕਿ ਅਸੀਂ ਅੱਤਵਾਦ ਨਹੀਂ ਹਾਂ, ਸਾਡੇ ਨਾਲ ਧੱਕਾ ਹੋ ਰਿਹਾ। ਪਰ ਹੁਣ ਤੁਸੀਂ ਦੇਖੋ ਹਾਲਾਤ ਬਦਲ ਗਏ। ਅੱਜ ਜਸਟਿਨ ਟਰੂਡੋ ਵਰਗਾ ਪ੍ਰਧਾਨ ਮੰਤਰੀ, ਕੈਨੇਡਾ ਦਾ ਪ੍ਰਧਾਨ ਮੰਤਰੀ, ਅੱਜ ਉੱਥੋਂ ਦੀ ਪਾਰਲੀਮੈਂਟ ਦੇ ਵਿੱਚ ਕਹਿ ਕੇ ਉਹ ਸਾਰੀ ਗੱਲ ਕਰ ਰਿਹਾ ਹੈਗਾ। ਦੇਖੋ ਕਿੰਨਾ ਜ਼ਿਆਦਾ ਫਰਕ ਪੈ ਗਿਆ, ਜ਼ਮੀਨ ਅਸਮਾਨ ਦਾ ਫਰਕ ਆ ਗਿਆ। ਅੱਜ ਤੁਹਾਨੂੰ ਖੁਦ ਨੂੰ ਕਹਿਣ ਦੀ ਲੋੜ ਨਹੀਂ ਪਈ ਹੈਗੀ ਕਿ ਅਸੀਂ ਇਦਾਂ ਨਹੀਂ, ਅਸੀਂ ਉੱਦਾਂ। ਅਗਲਿਆਂ ਨੇ ਕਹਿਤਾ, ਕਹਿੰਦੇ ਕਿ ਭਾਰਤ ਸਰਕਾਰ ਜ਼ਿੰਮੇਵਾਰ ਹੈ ਔਰ ਭਾਰਤ ਸਰਕਾਰ ਕਿਹਦਾ ਕਤਲ ਕਰਨ ਦੇ ਵਾਸਤੇ ਜ਼ਿੰਮੇਵਾਰ ਹੈ, ਇਸ ਗੱਲ ਨੂੰ ਬਹੁਤ ਜ਼ਿਆਦਾ ਸਮਝਣ ਦੀ ਜ਼ਰੂਰਤ ਹੈ। ਇਹ ਗੱਲ ਤੁਹਾਡਾ ਭਵਿੱਖ ਤੈਅ ਕਰੂੰਗੀ। ਭਾਰਤ ਸਰਕਾਰ ਨੂੰ ਉਹਨਾਂ ਨੇ ਕਟਹਿਰੇ ਵਿੱਚ ਉਸ ਕਤਲ ਦੇ ਇਲਜ਼ਾਮ ਦੇ ਵਿੱਚ ਖੜੇ ਕੀਤਾ ਹੈਗਾ ਜਿਸ ਸ਼ਖਸ ਦਾ ਕਤਲ ਹੋਇਆ, ਉਹਦੀ ਵਿਚਾਰਧਾਰਾ, ਉਹਦੀ ਸੋਚ ਨੂੰ ਸਮਝ ਲਓ। ਹਰਦੀਪ ਸਿੰਘ ਨਿੱਜਰ ਆਜ਼ਾਦੀ ਦਾ ਪਰਵਾਨਾ, ਖਾਲਿਸਤਾਨ ਦੀ ਗੱਲ ਕਰਦਾ ਸੀ। ਇਸ ਕਿਸਮ ਦੀ ਸੋਚ ਵਾਲੇ ਦਾ ਮਰਡਰ ਹੋਇਆ। ਇਸ ਕਿਸਮ ਦੀ ਸੋਚ ਵਾਲੇ ਸ਼ਖਸ ਦੇ ਹੱਕ ਦੇ ਵਿੱਚ ਖੜ ਕੇ ਭਾਰਤ ਨੂੰ ਜ਼ਿੰਮੇਵਾਰ ਠਹਿਰਾਉਣਾ
ਮੈਨੂੰ ਲੱਗਦਾ ਕਿ ਸਹਿਜੇ ਗੱਲ ਸਮਝ ਆ ਸਕਦੀ ਹੈ ਕਿ ਕੈਨੇਡਾ ਵਰਗਾ ਮੁਲਕ, ਹੁਣ ਇਹ ਤਾਂ ਕਿਸੇ ਹੋਰ ਤਰੀਕੇ ਨਾਲ ਗੱਲ ਨੂੰ ਪੇਸ਼ ਕਰਦੇ ਆ। ਇਹ ਕਹਿੰਦੇ ਕਿ ਕੈਨੇਡਾ ਮੁਲਕ ਜਿਹੜਾ ਹੈਗਾ ਉਹ ਤੇ ਅੱਤਵਾਦੀਆਂ ਦਾ ਪਨਾਹ ਦਾਤਾ ਹੈਗਾ, ਉੱਥੇ ਉਹਨਾਂ ਨੇ ਇਹ ਕੀਤਾ ਹੋਇਆ, ਉਹਨਾਂ ਨੇ ਉਹ ਕੀਤਾ ਹੋਇਆ। ਪਰ ਮੈਨੂੰ ਲੱਗਦਾ ਕਿ ਬੜੀ ਮਹੱਤਵਪੂਰਨ ਗੱਲ ਆ, ਇਸ ਗੱਲ ਦੇ ਵਿੱਚੋਂ ਤੁਹਾਡਾ ਭਵਿੱਖ ਤੁਹਾਨੂੰ ਨਜ਼ਰ ਆਉਣਾ ਚਾਹੀਦਾ, ਸਾਫ਼ ਨਜ਼ਰ ਆਉਂਦਾ। ਬਿਲਕੁਲ, ਪਰ ਅਗਰ ਕੈਨੇਡਾ ਦੀ ਗੱਲ ਕੀਤੀ ਜਾਵੇ, ਜਿੱਦਾਂ ਪ੍ਰਚਾਰਿਆ ਜਾ ਰਿਹਾ ਹੈ ਕਿ ਅੱਤਵਾਦੀਆਂ ਦਾ ਅੱਡਾ ਆ, ਤੇ ਹੁਣ ਜਿੱਦਾਂ ਉੱਥੋਂ ਆਉਣ ਵਾਲੇ ਕਈ ਸਿੰਘਾਂ ਦੇ ਉੱਤੇ ਬੈਨ ਕਰ ਦਿੱਤਾ ਗਿਆ, ਪਰ ਸਟੂਡੈਂਟਸ ਨੂੰ ਲੈ ਕੇ ਵੀ ਬਹੁਤ ਸਾਰੀਆਂ ਕਨਫਿਊਜ਼ਨ ਸੀ, ਕਿਉਂਕਿ ਮੈਨੂੰ ਪਰਸਨਲੀ ਬੜੇ ਕਾਲ ਆਏ ਵੀ ਸਾਡੇ ਬੱਚੇ ਉੱਥੇ ਪੜ੍ਹਦੇ ਆ, ਵੀ ਇਹਨਾਂ ਦਾ ਭਵਿੱਖ ਹੁਣ ਖਰਾਬ ਹੋਊਗਾ। ਪਰ ਇਹਨਾਂ ਦੇ ਵੀ ਆਪਣੇ ਸੰਤਰੀਆਂ ਮੰਤਰੀਆਂ ਦੇ ਬਹੁਤ ਜਾਣਿਆਂ ਦੇ ਬੱਚੇ ਉੱਥੇ ਪੜ੍ਹਦੇ ਨੇ, ਬਹੁਤ ਜਾਣੇ ਨੇ ਕੈਨੇਡਾ ਦੇ ਵਿੱਚ ਪੈਸਾ ਇਨਵੈਸਟ ਕੀਤਾ ਹੈ, ਬਹੁਤ ਜਾਣੇ ਦੇ ਕਾਰੋਬਾਰ ਨੇ ਉੱਥੇ, ਸਿਰਫ ਪੰਜਾਬ ਦੇ ਨਹੀਂ, ਸੈਂਟਰਲ ਗਵਰਨਮੈਂਟ ਦੇ ਵੀ ਮਿਨਿਸਟਰਾਂ ਦੇ। ਤੇ ਤੁਹਾਨੂੰ ਕੀ ਲੱਗਦਾ ਵੀ ਜਿਹਨਾਂ ਨੂੰ ਡਰ ਹੈਗਾ ਵੀ ਸਾਡੇ ਕੈਰੀਅਰ ਬੱਚਿਆਂ ਦੇ ਖਰਾਬ ਹੋਣਗੇ, ਉਹਨਾਂ ਦੇ ਬਾਰੇ ਕੀ ਕੋਈ ਐਕਸ਼ਨ ਇਹ ਲੈ ਸਕਦੇ ਨੇ, ਲੈਣ ਦੀ ਹਿੰਮਤ ਹੋਏਗੀ ਇਹਨਾਂ 'ਚ? ਦੇਖੋ, ਵੈਸੇ ਮੈਨੂੰ ਲੱਗਦਾ ਕਿ ਹਰੇਕ ਧਿਰ ਨੂੰ ਹੱਕ ਹੁੰਦਾ ਹੈਗਾ ਕਿ ਉਹ ਆਪੋ ਆਪਣੇ ਪੱਖ ਦੀ ਗੱਲ ਕਰੇ, ਪਰ ਉਹਦੇ ਵਿੱਚ ਮੈਨੂੰ ਲੱਗਦਾ ਕਿ ਘੱਟੋ ਘੱਟ ਸਾਨੂੰ ਇੰਨੀ ਕੁ ਇਮਾਨਦਾਰੀ ਜ਼ਰੂਰ ਰੱਖਣੀ ਚਾਹੀਦੀ ਹੁੰਦੀ ਹੈ ਕਿ ਅਸੀਂ ਕਿਸੇ ਦੂਜੇ ਨੂੰ ਡੀਗ੍ਰੇਡ ਨਾ ਕਰੀਏ, ਅਸੀਂ ਝੂਠੀਆਂ ਗੱਲਾਂ ਨਾ ਕਰੀਏ, ਅਸੀਂ ਕੁਝ ਇਦਾਂ ਦਾ ਨਾ ਕਰੀਏ ਜਿਹਦੇ ਨਾਲ ਫਿਊਚਰ ਦੇ ਵਿੱਚ ਸਾਡੀ ਆਪਣੀ ਹੀ ਛਵੀ ਖਰਾਬ ਹੋਵੇ। ਕਿਉਂਕਿ ਸੱਚ ਕਦੇ ਵੀ ਸਾਹਮਣੇ ਆ ਹੀ ਜਾਂਦਾ ਹੁੰਦਾ, ਝੂਠ ਦਾ ਪਸਾਰਾ ਹਮੇਸ਼ਾ ਨਹੀਂ ਰਹਿੰਦਾ ਹੁੰਦਾ ਹੈਗਾ, ਇਸ ਕਰਕੇ ਸੱਚ ਹੀ ਬੋਲਣਾ ਚਾਹੀਦਾ। ਹੁਣ ਜਦੋਂ ਪ੍ਰੀਤ ਜੀ, ਜਦੋਂ ਵੱਡੀਆਂ ਤਬਦੀਲੀਆਂ ਆਉਂਦੀਆਂ ਨੇ ਨਾ, ਉਸ ਵੇਲੇ ਜੇ ਕਿਸੇ ਨੂੰ ਲੱਗਦਾ ਕਿ ਸਾਡੀ ਪੜ੍ਹਾਈ ਪ੍ਰਭਾਵਿਤ ਹੋ ਗਈ ਜਾਂ ਸਾਡਾ ਫਿਊਚਰ ਸੀਗਾ ਉਹ ਪ੍ਰਭਾਵਿਤ ਹੋ ਗਿਆ, ਛੋਟੀਆਂ ਗੱਲਾਂ, ਦੇਖੋ ਇੱਕ ਪਰਿਵਾਰ ਦੇ ਵਾਸਤੇ, ਇੱਕ ਪਰਿਵਾਰ ਦਾ ਜੀ ਪੜ੍ਹਾਈ ਨਾ ਕਰ ਸਕੇ, ਕਿਸੇ ਉੱਚੇ ਅਹੁਦੇ ਤੇ ਨਾ ਪਹੁੰਚ ਸਕੇ, ਇੱਕ ਪਰਿਵਾਰ ਦੇ ਵਾਸਤੇ ਤਾਂ ਇਹ ਗੱਲ ਬਹੁਤ ਵੱਡੀ ਹੋ ਸਕਦੀ ਹੈ। ਪਰ ਜਦੋਂ ਤੁਸੀਂ ਪੂਰੀ ਕੌਮ ਨੂੰ ਲੈ ਕੇ ਦੇਖਦੇ ਹੋ, ਤੁਹਾਡਾ ਇੱਕ ਮੁਲਕ ਸੀਗਾ ਜਿਹੜਾ ਕਿ ਹੁਣ ਨਕਸ਼ੇ ਦੇ ਉੱਪਰ ਨਹੀਂ ਲੱਭਦਾ, ਜਦੋਂ ਤੁਹਾਨੂੰ ਉਹ ਮੁਲਕ ਨਜ਼ਰ ਆਉਣਾ ਹੋਵੇ ਜਾਂ ਤੁਸੀਂ ਉਹਦੇ ਵਾਸਤੇ ਜਦੋਜਹਿਦ ਕਰਦੇ ਹੋਵੋ, ਤਾਂ ਉਸ ਵੇਲੇ ਇਹ ਗੱਲਾਂ ਬੋਣੀਆਂ ਰਹਿ ਜਾਂਦੀਆਂ ਨੇ। ਉਸ ਵੇਲੇ ਤਾਂ ਜਿਹੜੇ ਕੁਰਬਾਨੀਆਂ ਕਰਨ ਵਾਲੇ ਸਿੰਘ ਨੇ ਉਹ ਕਹਿੰਦੇ ਕਿ ਅਸੀਂ 32 ਵਰੇ ਜੇਲ੍ਹ ਦੀ ਚਾਰ ਦੀਵਾਰੀ 'ਚ ਬਿਤਾ ਲਏ, ਉਹ ਕਹਿੰਦੇ ਸਾਨੂੰ ਇਹ ਸਾਡੀ ਕੁਰਬਾਨੀ ਵੀ ਸਾਨੂੰ ਬੋਣੀ ਲੱਗਦੀ ਹੈ ਉਸ ਮਕਸਦ ਦੇ ਸਾਹਮਣੇ, ਜੇ ਤੁਹਾਡਾ ਉਹ ਮਕਸਦ ਪੂਰਾ ਹੁੰਦਾ। ਸੋ ਮੈਨੂੰ ਲੱਗਦਾ ਕਿ ਜਦੋਂ ਵੱਡੇ ਕੰਮ ਹੁੰਦੇ ਨੇ ਤਾਂ ਉਸ ਵੇਲੇ ਇਹ ਛੋਟੀਆਂ ਜਿਹੜੀਆਂ ਚੀਜ਼ਾਂ ਨੇ ਉਹ ਹਰੇਕ ਧਿਰ ਨੂੰ ਝੱਲਣੀਆਂ ਹੀ ਪੈਂਦੀਆਂ ਹੁੰਦੀਆਂ ਨੇ। ਬਿਲਕੁਲ ਜੀ, ਹਰੇਕ ਧਿਰ ਨੂੰ ਝੱਲਣੀਆਂ ਤੇ ਪੈਂਦੀਆਂ ਨੇ, ਪਰ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਪੂਰੇ ਆਲ ਓਵਰ ਦਾ ਵਰਲਡ ਇਸ ਚੀਜ਼ ਦਾ ਅਸਰ ਪਿਆ ਹੈ, ਨੋ ਡਾਊਟ ਪਿਆ ਹੈ। ਜੋ ਹੁਣ ਹੋਇਆ, ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਜੋ ਬਿਆਨ ਦਿੱਤੇ ਨੇ ਸਰਕਾਰ ਦੇ ਖਿਲਾਫ, ਪਰ ਦੂਸਰੇ ਪਾਸੇ ਅਗਰ ਅਸੀਂ 84 ਦੇ ਘਾਣ ਦੀ ਗੱਲ ਕੀਤੀ ਹੈ ਤੇ ਉਹਦੇ ਵਿੱਚ ਸੱਜਣ ਕੁਮਾਰ ਨੂੰ ਕੇਸ ਚੋਂ ਇੱਕ ਵਾਰੀ ਵੀ ਕੀਤਾ ਗਿਆ ਹੈ, ਉਹਨੂੰ ਫਿਰ ਤੁਸੀਂ ਕਿੱਦਾਂ ਦੇਖਦੇ ਹੋ? ਇੱਕ ਪਾਸੇ G20 ਦਾ ਸੰਮੇਲਨ ਹੁੰਦਾ ਹੈ ਤੇ ਦੂਜੇ ਪਾਸੇ ਜੰਮੂ ਕਸ਼ਮੀਰ ਦੇ ਵਿੱਚ ਸਿੰਘਾਂ ਦਾ ਕਤਲੇਆਮ ਹੁੰਦਾ ਹੈ, ਮਤਲਬ ਸਿੰਘਾਂ ਦਾ ਸੌਰੀ ਕਹਿ ਰਹੇ ਹਾਂ ਕਿ ਫੌਜ ਦੇ ਸਿੰਘ ਮਾਰੇ ਜਾਂਦੇ ਨੇ, ਨੌਜਵਾਨ 3, ਉਹ ਵੀ ਵੱਡੇ ਅਫਸਰ ਮਾਰੇ ਜਾਂਦੇ ਨੇ, ਤੇ ਕੋਈ ਫਰਕ ਨਹੀਂ ਪੈਂਦਾ। ਮੀਡੀਆ ਵੀ ਉਸ ਨੂੰ ਪ੍ਰਾਇੋਰਟੀ ਦੇ ਉੱਤੇ, ਨੈਸ਼ਨਲ ਮੀਡੀਆ ਨਹੀਂ ਦਿਖਾਉਂਦਾ, ਹੋਰ ਤਾਂ ਕੀ, ਇੱਕਾ ਦੁੱਕਾ ਚੈਨਲ ਸਿਰਫ ਰਿਪਰੈਜ਼ੈਂਟ ਕਰਦੇ ਨੇ ਉਸ ਚੀਜ਼ ਨੂੰ। ਇਹਦੇ ਉੱਤੇ ਕੀ ਕਹੋਗੇ? ਕਿੱਥੇ ਦੋਹਰੇ ਮਾਪਦੰਡ ਨੇ ਤੇ ਕਿੱਥੇ ਸਾਨੂੰ ਇਨਸਾਫ ਮਿਲ ਰਿਹਾ ਹੈ? ਜਿਨ੍ਹਾਂ ਨੇ ਕਤਲ ਕੀਤੇ ਨੇ, ਮਤਲਬ ਜੋ ਉਸ 84 ਦੇ ਘਾਣ ਦੇ ਵਿੱਚ ਜੇਲ੍ਹਾਂ ਭੁਗਤ ਰਹੇ ਨੇ, ਖਾਨਾ ਪੂਰਤੀਆਂ ਕਰਕੇ ਉਹਨਾਂ ਨੂੰ ਤਾਂ ਬਾਹਰ ਕੱਢੀ ਜਾ ਰਹੇ ਨੇ, ਫਿਰ ਇਨਸਾਫ ਕਿੱਥੇ? ਦੇਖੋ, ਇਨਸਾਫ ਦੀ ਉਮੀਦ ਮੈਂ ਤਾਂ ਇੱਕ ਵਾਰੀ ਵੀ ਨਹੀਂ ਕਿਹਾ ਹੈਗਾ ਕਿ ਤੁਹਾਨੂੰ ਭਾਰਤ ਦੀ ਸਰਕਾਰ ਇਨਸਾਫ ਦੇਊਗੀ। ਇੱਥੋਂ ਦੇਖੋ, ਇਹ ਤਾਂ ਇੰਨੇ ਜ਼ਿਆਦਾ ਢੀਠ ਹੈਗੇ ਆ ਕਿ ਅਗਾਂਹ ਵਧੂ ਮੁਲਕ ਜਿਨ੍ਹਾਂ ਦੀ ਗੱਲ ਦਾ ਕੋਈ ਅਸਰ ਰਸੂਖ ਹੁੰਦਾ ਆ, ਉਹ ਮੁਲਕ ਜਿਹੜੇ ਪੂਰੇ ਵਰਲਡ ਨੂੰ ਚਲਾਉਂਦੇ ਨੇ, ਕਹਿ ਲਓ ਜਿਹੜੇ ਪੂਰੇ ਵਿਸ਼ਵ ਦੇ ਆਲਮ ਬਰਦਾਰ ਨੇ, ਸਾਫ਼ ਸਪਸ਼ਟ ਨਜ਼ਰ ਆਉਂਦਾ, ਉਹ ਤੁਹਾਡੇ ਹੱਕ ਦੇ ਵਿੱਚ ਖੜ ਰਹੇ ਨੇ ਔਰ ਇੰਨੇ ਜ਼ਿਆਦਾ ਢੀਠ ਨੇ ਕਿ ਉਹ ਇਹਨਾਂ ਤੇ ਇਲਜ਼ਾਮ ਲਗਾਉਂਦੇ ਆ, ਬਾਵਜੂਦ ਇਹਦੇ ਤਦ ਵੀ ਤੁਹਾਡੇ ਜ਼ਖਮਾਂ ਦੇ ਉੱਪਰ ਮੱਲਮ ਲਾਉਣ ਦੇ ਲਈ ਤਿਆਰ ਨਹੀਂ ਹੈਗੇ। ਸੋਚ ਕੇ ਦੇਖੋ ਇਹਨਾਂ ਦੀ ਸੋਚ ਕਿੱਥੇ ਕੁ ਜਾ ਕੇ ਟਿਕੀ ਹੋਈ ਹੈ। ਦਰਅਸਲ ਪ੍ਰੀਤ ਜੀ, ਉਹਨਾਂ ਨੂੰ ਇਸ ਗੱਲ ਦੇ ਨਾਲ ਕੋਈ ਮਤਲਬ ਨਹੀਂ ਹੈਗਾ। ਜਦੋਂ ਤੁਹਾਨੂੰ ਲੱਗਦਾ ਨਾ ਕਿ ਤੁਹਾਡੇ ਹੱਥੋਂ ਕੁਝ ਮਤਲਬ ਖੋਇਆ ਜਾ ਰਿਹਾ, ਤੁਹਾਡੇ ਕੋਲੋਂ ਜ਼ਮੀਨ ਖਿਸਕ ਰਹੀ ਹੈ, ਜਾਂ ਜਿਹਦੀ ਜ਼ਮੀਨ ਸੀ ਉਹ ਕਹਿੰਦਾ ਕਿ ਹੁਣ ਮੇਰੀ ਜ਼ਮੀਨ ਮੈਨੂੰ ਮਿਲ ਜਾ ਰਹੀ ਹੈ, ਉਸ ਵੇਲੇ ਫਿਰ ਬੰਦੇ ਦੇ ਕੋਲ ਸੱਤਾ, ਬੰਦੇ ਦੇ ਕੋਲ ਪਾਵਰ, ਸਾਰਾ ਕੁਝ ਹੀ ਹੁੰਦਾ ਹੈਗਾ। ਅਗਲਾ ਆਪਣੇ ਸਾਰੇ ਹੱਥਕੰਡੇ ਵਰਤਦਾ ਹੀ ਹੈਗਾ, ਸਾਮ ਦਾਮ ਦੰਡ ਭੇਦ ਸਾਰੇ ਵਰਤਦੇ ਹੀ ਹੈਗੇ ਆ। ਹੁਣ ਅੱਜ ਜੇ 48 ਜਣਾਂ ਦੇ ਘਰਾਂ ਦੇ ਵਿੱਚ ਪੰਜਾਬ 'ਚ ਛਾਪੇਮਾਰੀ ਹੁੰਦੀ ਹੈ, ਇਹਦਾ ਮਤਲਬ ਕੀ ਹੈਗਾ? ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਇਹ ਸੋਚਦੇ ਆ ਕਿ ਅਸੀਂ ਆਪਣੀ ਛਵੀ ਪੂਰੇ ਵਿਸ਼ਵ ਦੇ ਵਿੱਚ ਆਪਾਂ ਉਹਨਾਂ ਮੁਲਕਾਂ ਦੇ ਮੂਹਰੇ ਖਰੀ ਬਣਾ ਲਈਏ। ਖਰੀ ਖੁਰੀ ਬਣਾਉਣ ਦੀ ਕੋਈ ਇੱਛਾ ਨਹੀਂ ਹੈਗੀ। ਮੀਡੀਆ ਨੂੰ ਲਾਇਆ ਹੋਇਆ ਕਿ ਤੁਸੀਂ ਛਵੀ ਚੰਗੀ ਬਣਾਉਣ ਦੀ ਸਾਡੀ ਕੋਸ਼ਿਸ਼ ਕਰੋ, ਉਹਨਾਂ ਨੂੰ ਭੰਡੋ, ਤੇ ਜਿਹੜੇ ਸਿੱਖ ਅਤੇ ਖਾਲਿਸਤਾਨੀ, ਮਤਲਬ ਸਿੱਖ ਅਤੇ ਖਾਲਿਸਤਾਨੀਆਂ ਨੂੰ ਅੱਡ ਕਰਕੇ ਦੁਨੀਆ ਦੇ ਮੂਹਰੇ ਪੇਸ਼ ਕਰੋ, ਉਹਨਾਂ ਦੀ ਇਹ ਮਨਸ਼ਾ ਹੈਗੀ ਆ। ਸ਼ਾਇਦ ਇਹਨਾਂ ਨੂੰ ਇਹ ਲੱਗਦਾ ਕਿ ਅੱਜ ਦੇ ਯੁੱਗ ਵਿੱਚ ਵੀ ਇੰਜ ਹੋ ਜਾਊਗਾ, ਪਰ ਇੰਜ ਹੋਣਾ ਨਹੀਂ ਹੈਗਾ। ਬਾਕੀ ਜਿਹੜੀ ਸੱਜਣ ਕੁਮਾਰ ਦੇ ਬਰੀ ਹੋਣ ਦੀ ਗੱਲ ਹੈਗੀ ਆ, ਉਹਦੇ ਵਿੱਚ ਦੋ ਗੱਲਾਂ ਨੇ। ਨੰਬਰ 1, ਪ੍ਰੀਤ ਜੀ, ਜਿਨ੍ਹਾਂ ਹਕੂਮਤਾਂ ਨੇ ਇਹਨਾਂ ਦੀ ਪਿੱਠ ਦੇ ਉੱਪਰ ਖੜੇ ਹੋ ਕੇ ਉਹ ਜੈਨੋਸਾਈਡ ਕਰਵਾਏ ਹੋਣ,
ਤਾਂ ਉਹ ਜੀ ਹਕੂਮਤਾਂ ਉਹਨਾਂ ਦੀ ਪੁਸ਼ਤ ਪਨਾਹੀ ਵੀ ਕਰਦੀਆਂ ਹੀ ਹੁੰਦੀਆਂ ਨੇ। ਇੱਕ ਗੱਲ। ਬਿਲਕੁਲ ਦੂਜੀ ਗੱਲ, ਮੇਰੀ ਕੁਝ ਐਡਵੋਕੇਟਸ ਦੇ ਨਾਲ ਗੱਲ ਹੋਈ ਨੇ, ਉਹਨਾਂ ਨੇ ਇਹ ਗੱਲ ਆਖੀ ਹੈ ਕਿ ਜਦੋਂ ਜਿਨ੍ਹਾਂ ਨੇ ਇਹ ਕੇਸ ਲੜੇ ਆ, ਜਿਨ੍ਹਾਂ ਨੇ ਇਹਨਾਂ ਕੇਸਾਂ ਦੀ ਪੈਰਵਾਈ ਕਰਨੀ ਸੀ, ਉਹਨਾਂ ਨੇ ਪੈਰਵਾਈ ਦੇ ਵਿੱਚ ਵੀ ਕਮੀ ਛੱਡੀ ਹੋਈ ਹੈ। ਇਮਾਨਦਾਰੀ ਦੇ ਨਾਲ ਮੈਂ ਗੱਲ ਕਰ ਰਿਹਾ। ਹਾਲਾਂਕਿ ਆਪਾਂ ਇਹ ਗੱਲ ਕਹਿੰਦੇ ਹਾਂ ਕਿ ਸਾਨੂੰ ਇਦਾਂ ਹੀ ਕਹਿਣਾ ਚਾਹੀਦਾ ਹੈਗਾ ਕਿ ਸਰਕਾਰਾਂ ਦੀ ਕਮੀ, ਸਰਕਾਰਾਂ ਦੀ ਕਮੀ, ਪਰ ਜਿਹੜੀਆਂ ਸਾਡੀਆਂ ਉਹ ਧਿਰਾਂ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਤੁਸੀਂ ਪੁੱਛ ਕੇ ਵੇਖੋ ਉਹਨਾਂ ਪਰਿਵਾਰਾਂ ਨੂੰ, ਜਿਹੜੇ ਪਰਿਵਾਰ ਪੀੜਤ ਜੀ ਸੀਗੇ, ਉਹਨਾਂ ਨੂੰ ਜਦੋਂ ਤੁਸੀਂ ਜਾ ਕੇ ਮਿਲਦੇ ਹੋ, ਬੀਬੀ ਨਿਰਪ੍ਰੀਤ ਕੌਰ ਹੋਰੀ, ਉਹਨਾਂ ਨੇ ਬਕਾਇਦਾ ਉਹਦੇ ਬਿਆਨ ਦਿੱਤੇ ਨੇ, ਕਹਿੰਦੇ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਜਿਹੜੀ ਨੇ, ਇਹ ਸਾਰੇ ਜ਼ਿੰਮੇਵਾਰ ਨੇ, ਇਹਨਾਂ ਨੇ ਕੇਸ ਨੂੰ ਉਸ ਤਰੀਕੇ ਨਾਲ ਨਹੀਂ ਮਤਲਬ ਲੜਿਆ, ਰਿਪਰੈਜ਼ੈਂਟ ਹੀ ਨਹੀਂ ਕੀਤਾ ਗਿਆ। ਹਾਂ ਨਹੀਂ ਕੀਤਾ। ਇਸ ਤੋਂ ਇਲਾਵਾ ਇੱਕ ਮੈਂ ਤੁਹਾਨੂੰ ਹੋਰ ਦੱਸ ਦਿੰਦਾ ਨਾਲ ਇੱਕ ਲਾਈਨ ਦੇ ਵਿੱਚ, ਤੁਹਾਨੂੰ ਚੇਤੇ ਹੋਊਗਾ ਕਿ 31 ਵਰੇ ਪਹਿਲਾਂ, ਚੇਤੇ ਕੀ ਵੈਸੇ ਤਾਂ ਬਹੁਤ ਜ਼ਿਆਦਾ ਇਦਾਂ ਦੇ ਮਾਮਲੇ ਹੈਗੇ ਆ, 31 ਵਰੇ ਪਹਿਲਾਂ ਇੱਕ ਫੇਕ ਐਨਕਾਊਂਟਰ ਹੋਇਆ ਸੀਗਾ, 3 ਨੌਜਵਾਨਾਂ ਨੂੰ ਪੁਲਿਸ ਨੇ ਝੂਠੇ ਮੁਕਾਬਲੇ 'ਚ ਮਾਰਤਾ ਸੀਗਾ, ਔਰ ਉਹਨਾਂ ਤਿੰਨਾਂ ਦੀਆਂ ਹੀ ਪਰਿਵਾਰ ਨੂੰ ਲਾਸ਼ਾਂ ਤੱਕ ਵੀ ਦੇਣੀਆਂ ਤਾਂ ਦੂਰ, ਦਿਖਾਈਆਂ ਵੀ ਨਹੀਂ ਸੀਗੀਆਂ। ਮੈਂ ਉਹਨਾਂ ਤਿੰਨਾਂ ਪਰਿਵਾਰਾਂ ਦੇ ਘਰੇ ਜਾ ਕੇ ਆਇਆ, ਮੈਂ ਉਹਨਾਂ ਨਾਲ ਇੰਟਰਵਿਊਜ਼ ਕਰਕੇ ਆਇਆ। ਉਸ ਕੇਸ ਦੇ ਵਿੱਚ 31 ਵਰਿਆਂ ਬਾਅਦ 3 ਪੁਲਿਸ ਵਾਲਿਆਂ ਨੂੰ ਸਜ਼ਾਵਾਂ ਹੋਈਆਂ, ਉਹਨਾਂ ਵਿੱਚ ਇੱਕ ਡੀਐਸਪੀ ਆ। ਜਦੋਂ ਪੱਤਰਕਾਰ ਨੇ ਸਵਾਲ ਕੀਤਾ, ਕਹਿੰਦਾ ਕਿ ਤੁਹਾਨੂੰ ਆਪਣੇ ਕੀਤੇ ਦੇ ਉੱਪਰ ਕੋਈ, ਕਹਿੰਦਾ ਮੈਂ ਕੁਝ ਨਹੀਂ ਗਲਤ ਕੀਤਾ, ਮੈਂ ਕੁਝ ਵੀ ਗਲਤ ਨਹੀਂ ਕੀਤਾ। ਮਤਲਬ ਅਦਾਲਤ ਨੇ ਸਜ਼ਾ ਸੁਣਾਤੀ ਹੈ, ਉਹਦੇ ਬਾਵਜੂਦ ਇਹ ਕਹਿ ਰਿਹਾ ਕਿ ਜੋ ਮੈਂ ਉਹ ਕੀਤਾ ਸੀਗਾ, ਅਦਾਲਤ ਨੇ ਕਿਹਾ ਭਈ ਤੂੰ ਫੇਕ ਐਨਕਾਊਂਟਰ ਕੀਤਾ, ਉਹ ਕਹਿੰਦਾ ਮੈਂ ਕੁਝ ਵੀ ਗਲਤ ਨਹੀਂ ਕੀਤਾ। ਭਾਵ ਕਿ ਆਪਣੇ ਵੱਲੋਂ ਕੀਤੇ ਹੋਏ ਸਿੱਖ ਨੌਜਵਾਨਾਂ ਦੇ ਫੇਕ ਐਨਕਾਊਂਟਰ ਨੂੰ ਉਹ ਗਲਤ ਨਹੀਂ ਦੱਸ ਰਿਹਾ, ਉਹ ਠੀਕ ਹੀ ਦੱਸ ਰਿਹਾ ਹੈਗਾ। ਹੁਣ ਉਸ ਕੇਸ ਦੇ ਵਿੱਚ ਕੀ ਹੋਇਆ, ਜਿਨ੍ਹਾਂ ਵਕੀਲਾਂ ਨੇ ਪੈਰਵਾਈ ਕੀਤੀ, ਗੱਲ ਇੱਥੇ ਵੀ ਹੋਈ ਹੈਗੀ ਆ, ਹਕੂਮਤਾਂ ਉਹਨਾਂ ਦੀ ਵੀ ਪੁਸ਼ਤ ਪਨਾਹੀ ਕਰਦੀਆਂ ਨੇ, ਪਰ ਮੈਨੂੰ ਲੱਗਦਾ ਕਿ ਵਕੀਲਾਂ ਦੀ ਕਾਬਲੀਅਤ ਵੀ ਕੁਝ ਮਾਇਨੇ ਰੱਖਦੀ ਆ। ਉਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਕੇਸ ਲੜਿਆ, ਉਹਨਾਂ ਨੂੰ ਜੇਲ੍ਹ ਦੀ 4 ਦੀਵਾਰੀ ਦੇ ਅੰਦਰ ਪੁੱਜਦੇ ਕੀਤਾ ਉਹਨਾਂ ਨੇ ਬਕਾਇਦਾ। ਸੋ ਇਹ ਦੋ ਗੱਲਾਂ ਨੇ, ਇੱਕ ਪੁਸ਼ਤ ਪਨਾਹੀ ਹਕੂਮਤਾਂ ਵੱਲੋਂ ਉਹਨਾਂ ਲੋਕਾਂ ਦੀ ਜਿਨ੍ਹਾਂ ਦੇ ਕੋਲੋਂ ਉਹਨਾਂ ਨੇ, ਜਿਨ੍ਹਾਂ ਨੂੰ ਟੂਲ ਬਣਾ ਕੇ ਉਹਨਾਂ ਨੇ ਵਰਤਿਆ ਹੁੰਦਾ, ਤੇ ਦੂਸਰਾ ਇਹ ਪੁਸ਼ਤ ਪਨਾਹੀ ਕਰਨ ਦੀ ਵੀ ਇੱਕ ਖਾਸ ਵਜ੍ਹਾ ਹੁੰਦੀ ਹੈ। ਜੇ ਸਰਕਾਰਾਂ ਉਹਨਾਂ ਦੀ ਪੁਸ਼ਤ ਪਨਾਹੀ ਨਾ ਕਰਨ, ਅਗਾਂਹ ਟੂਲ ਨਵੇਂ ਤਿਆਰ ਕਿੱਥੋਂ ਹੋਣਗੇ, ਇਹ ਗੱਲ ਹੁੰਦੀ ਹੈ ਹਨਾ। ਇਸ ਕਰਕੇ ਇਹ ਦੋਹਰੇ ਮਾਪਦੰਡ ਤਾਂ ਹੈਗੇ ਹੀ ਹੈ ਆ, ਪਰ ਉਹਦੇ ਵਿੱਚ ਸਾਡੇ ਵਕੀਲਾਂ ਦੀ ਕਈ ਵਾਰ ਕਮੀ ਵੀ ਹੁੰਦੀ ਹੈ। ਸਾਡੀਆਂ ਸਿੱਖ ਜਥੇਬੰਦੀਆਂ, ਸਾਡੀਆਂ ਸਿੱਖ ਅਦਾਰੇ, ਸਿੱਖਾਂ ਦੀਆਂ ਚੁਣੀਆਂ ਹੋਈਆਂ ਨੁਮਾਇੰਦਾ ਜਮਾਤਾਂ, ਤੁਸੀਂ ਦੇਖਿਆ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ, ਸੋ ਉਹਨਾਂ ਦੇ ਪ੍ਰਬੰਧਾਂ ਵਿੱਚ ਕਮੀਆਂ ਨੇ, ਇਹ ਵੀ ਇੱਕ ਖਾਸ ਵਜ੍ਹਾ ਹੈ। ਬਿਲਕੁਲ ਬਿਲਕੁਲ, ਗਿਰਾਵਟਾਂ ਬਹੁਤ ਥਾਵਾਂ ਉੱਤੇ, ਖਾਸ ਕਰਕੇ ਵਕੀਲਾਂ ਨੂੰ ਲੈ ਕੇ ਜਿਹੜੀ ਤੁਸੀਂ ਗੱਲ ਕਹੀ, ਬਹੁਤ ਹੱਦ ਤੱਕ ਤੁਸੀਂ ਬਿਲਕੁਲ ਸਹੀ ਕਿਹਾ। ਕਿਉਂਕਿ ਅਸੀਂ ਕਿਸੇ ਦੇ ਹੱਥ ਵੀ ਜਦੋਂ ਆਪਣਾ ਕੋਈ ਕੇਸ ਦਿੰਦੇ ਆ, ਕੋਈ ਵੀ ਪੀੜਤ ਪਰਿਵਾਰ ਹੈ, ਬਹੁਤ ਭਰੋਸੇ ਨਾਲ ਉਹ ਕੇਸ ਉਹਨਾਂ ਦੇ ਹੱਥ ਸੌਂਪੇ ਜਾਂਦੇ ਨੇ। ਤੇ ਮੇਰੇ ਸਾਹਮਣੇ ਬਹੁਤ ਸਾਰੀਆਂ ਐਗਜ਼ਾਮਪਲਸ ਨੇ ਪਰਸਨਲੀ, ਜਿਹਨਾਂ ਨੇ ਕਾਲ ਕਰਕੇ ਕਿਹਾ ਵੀ, ਹੋਰ ਛੱਡੋ, ਮਤਲਬ ਮੈਂ ਕੀ ਕਹਾਂ ਵੀ, ਬਹੁਤ ਮਤਲਬ ਐਗਜ਼ਾਮਪਲਸ ਇਦਾਂ ਦੇ ਕਿ ਆਪ ਦੇਖਿਆ ਹੋਇਆ ਹੋ ਕਿ ਸਿੱਖਰਾਂ ਤੇ ਜਦੋਂ ਚੀਜ਼ ਪਹੁੰਚੀ ਹੁੰਦੀ ਹੈ ਤੇ ਸਾਰਾ ਕੁਝ ਵਕੀਲਾਂ ਦੇ ਹੱਥ ਦੇ ਵਿੱਚ ਹੁੰਦਾ ਹੈ। ਕੋਰਟਾਂ ਦੇ ਵਿੱਚ ਜਾ ਕੇ ਜਦੋਂ ਤੁਸੀਂ ਕੋਈ ਚੀਜ਼ ਜਿੱਤਣ ਵਾਲੇ ਹੁੰਦੇ ਹੋ ਨਾ, ਤੇ ਉਸ ਚੀਜ਼ ਦੇ ਉੱਤੇ ਮਿੱਟੀ ਪਾ ਕੇ ਤੁਹਾਨੂੰ ਹਰਾਣਾ, ਉਹ ਵੀ ਬੜੇ ਆਰਾਮ ਨਾਲ ਇਹ ਕਰ ਦਿੱਤਾ ਜਾਂਦਾ ਹੈ। ਤੇ ਇਹ ਗੁਣ ਕਿਤੇ ਨਾ ਕਿਤੇ ਅਸੀਂ ਇਹ ਨਹੀਂ ਕਹਾਂਗੇ ਕਿ ਵਕਾਲਤ ਜਿਹੜੇ ਕਰ ਰਹੇ ਨੇ ਉਹ ਨਹੀਂ, ਉਹ ਜ਼ਿੰਮੇਵਾਰ ਹੈਗੇ ਨੇ ਕੁਝ ਹੱਦ ਤੱਕ, ਪਰ ਪਿੱਛੇ ਸਰਕਾਰਾਂ, ਉਹਦੇ ਪਿੱਛੇ ਆਗੂ, ਤੇ ਦੁੱਖ ਹੁੰਦਾ ਕਿ ਬਹੁਤਾਤ ਸਿੱਖ ਆਗੂ ਨੇ ਜਿਹੜੇ ਸਾਡੀਆਂ ਜੜ੍ਹਾਂ ਵੱਢ ਰਹੇ ਨੇ, ਸਾਡੀਆਂ ਜੜ੍ਹਾਂ 'ਚ ਤੇਲ ਪਾ ਰਹੇ ਨੇ, ਜਿਹੜੇ ਸਿਰਫ ਆਪਣੀਆਂ ਕੁਰਸੀਆਂ ਨਾਲ ਚਿਪਕ ਕੇ ਬੈਠੇ ਨੇ। ਬੇਸ਼ੱਕ ਉਹ, ਮੈਂ ਖੁੱਲ੍ਹੇਆਮ ਕਹੂੰਗਾ, ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਮਾਰਦੇ ਹੋਣ, ਪਰ ਉਹਨਾਂ ਨੂੰ ਐਕਚੁਅਲ ਪੰਜਾਬ ਦੀ ਨੌਜਵਾਨੀ ਨਾਲ, ਜੀਂਦੀਆਂ ਜ਼ਮੀਰਾਂ ਨਾਲ, ਜਾਗਦੀਆਂ ਜ਼ਮੀਰਾਂ ਨਾਲ ਕੋਈ ਮਤਲਬ ਨਹੀਂ ਹੈਗਾ। ਉਹਨਾਂ ਨੂੰ ਸਿਰਫ ਆਪਣੀਆਂ ਅਹੁਦੇਦਾਰੀਆਂ ਚਾਹੀਦਾ, ਆਪਣਾ ਡੰਡਾ, ਆਪਣਾ ਝੰਡਾ ਚਾਹੀਦਾ ਹੈ, ਆਪਣੀ ਪੁਸ਼ਤ ਪਨਾਹੀ ਚਾਹੀਦੀ ਹੈ, ਬੇਸ਼ੱਕ ਜਿੰਨੀ ਮਰਜ਼ੀ ਜੈਨੋਸਾਈਡ ਹੁੰਦੀ ਰਹੇ। ਬਹੁਤ ਸਾਰੀ ਐਗਜ਼ਾਮਪਲਸ ਨੇ, ਤੁਸੀਂ ਆਪ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ, ਜਿਹਨਾਂ ਨੇ ਪੰਥਕ ਚੋਲੇ ਪਾਏ ਨੇ। ਆਪਾਂ ਬਹੁਤ ਵਾਰ ਡਿਸਕਸ ਉਹ ਚੀਜ਼ ਕੀਤੀ ਹੈ ਕਿ ਉਹਨਾਂ ਵਿੱਚੋਂ ਕਿੰਨੇ ਕੀ ਸਾਡੇ ਆਪਣੇ ਯਾਰ ਨੇ ਤੇ ਕਿੰਨੇ ਕੀ ਗੱਦਾਰ ਨੇ। ਪਰ ਗੱਲ ਉੱਥੇ ਆ ਜਾਂਦੀ ਹੈ ਵੀ ਅਸੀਂ ਪਾਟੋ ਧਾੜ ਕੌਮ ਦੇ ਵਿੱਚ ਪਹਿਲਾਂ ਹੀ ਬਹੁਤ ਲੱਗੀ ਹੈ, ਹੋਰ ਨਹੀਂ ਕਰਨਾ ਚਾਹਦੇ, ਅਸੀਂ ਸਮੇਟਣਾ ਚਾਹੁੰਦੇ ਹਾਂ। ਅਸੀਂ ਬੇਨਤੀ ਕਰਦੇ ਹਾਂ ਉਹਨਾਂ ਨੂੰ ਬਾਰ-ਬਾਰ ਵੀ ਤੁਸੀਂ ਸਿਰ ਜੋੜੋ, ਇੱਕ ਡੰਡਾ ਇੱਕ ਝੰਡਾ ਕਰੋ, ਤਾਂ ਜੋ ਜਿਹੜੀ ਤਰਾਸਦੀ ਆਈ ਹੈ ਅਸੀਂ ਉਹਨੂੰ ਘਟਾ ਸਕੀਏ। ਕਿਉਂਕਿ ਖਤਮ ਕਰਨੀ ਬਹੁਤ ਔਖੀ ਹੈ, ਬਹੁਤ ਜੱਦੋ-ਜਹਿਦ ਲੱਗਣੀ ਹੈ। ਦਹਾਕੇ ਹੋ ਗਏ ਆ, ਸਿੰਘ ਸਜ਼ਾਵਾਂ ਭੋਗ ਰਹੇ ਆ। ਸਿੰਪਲ ਜਿਹੜੀ ਤੁਸੀਂ ਹੁਣ ਗੱਲ ਕੀਤੀ ਹੈ, ਅਗਰ ਸਜ਼ਾ ਹੋਈ ਵੀ ਸੀ ਤੇ ਜਿਹਨਾਂ ਨੇ ਫੇਕ ਐਨਕਾਊਂਟਰ 3 ਜਣਾਂ ਦਾ ਕੀਤਾ ਵੀ ਸੀ, ਤੇ ਉਹ ਕਹਿੰਦਾ ਸਜ਼ਾ ਹੋਣ ਦੇ ਬਾਵਜੂਦ ਮੈਨੂੰ ਕੋਈ ਫਰਕ ਨਹੀਂ ਪੈਂਦਾ। ਏਦਾਂ ਹੀ ਤੁਹਾਨੂੰ ਯਾਦ ਹੋਊਗਾ 90 ਦੇ ਦਹਾਕੇ ਦੇ ਵਿੱਚ ਜਿੰਨੇ ਫੇਕ ਐਨਕਾਊਂਟਰ ਹੋਏ ਸੀ, ਉਹਨਾਂ ਦੇ ਵਿੱਚੋਂ ਸਜ਼ਾ ਜਿਹੜਾ 3 ਜਾਂ 4 ਪੁਲਿਸ ਮੁਲਾਜ਼ਮਾਂ ਨੂੰ ਦਿੱਤੀ ਗਈ ਸੀ, ਉਹਨਾਂ ਨੂੰ 2 ਸਾਲ ਬਾਅਦ ਉਮਰ ਕੈਦ ਦੀ ਸਜ਼ਾ, 2 ਜਾਂ 3 ਸਾਲ ਦੀ ਸਜ਼ਾ ਹੋਣ ਤੋਂ ਬਾਅਦ ਹੀ ਉਹਨਾਂ ਨੂੰ ਮਤਲਬ ਤਰਸ ਦੇ ਆਧਾਰ ਤੇ ਛੱਡ ਦਿੱਤਾ ਗਿਆ। ਤੇ ਸਵਾਲ ਆਬਵੀਅਸ ਸਾਰੀ ਸਿੱਖ ਕੌਮ ਪੁੱਛੂਗੀ ਵੀ ਜਿਹੜੇ ਬੰਦੀ ਸਿੰਘ ਅੰਦਰ ਬੈਠੇ ਨੇ 30-30 ਸਾਲਾਂ ਤੋਂ, ਉਹਨਾਂ ਦੇ ਉੱਤੇ ਤਰਸ ਕਿਉਂ ਨਹੀਂ ਆਉਂਦਾ, ਉਹਨਾਂ ਨੂੰ ਤਰਸ ਦੇ ਆਧਾਰ ਤੇ ਕਿਉਂ ਨਹੀਂ ਛੱਡਿਆ ਜਾਂਦਾ।
ਪਰ ਫਿਰ ਵੀ ਸਾਡਾ ਫਰਜ਼ ਹੈ ਕਿ ਅਸੀਂ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਚੱਲੀਏ। ਜਿਹੜੇ ਵੀ ਮੁਲਕ ਦੇ ਵਿੱਚ ਅਸੀਂ ਰਹਿ ਰਹੇ ਹਾਂ, ਚਾਹੇ ਕੈਨੇਡਾ ਹੈ, ਚਾਹੇ ਅਮਰੀਕਾ ਹੈ, ਚਾਹੇ ਭਾਰਤ ਹੈ, ਸਾਡਾ ਫਰਜ਼ ਬਣਦਾ ਕਿ ਅਸੀਂ ਸੰਵਿਧਾਨ ਦੀ ਉਲੰਘਣਾ ਨਾ ਕਰੀਏ। ਪਰ ਜਦੋਂ ਇਹੀ ਸੰਵਿਧਾਨ ਦੋਹਰੇ ਮਾਪਦੰਡਾਂ ਤੇ ਉੱਤਰ ਆਵੇ, ਮੇਰੇ ਵਾਸਤੇ ਕੁਝ ਹੋਰ, ਤੇਰੇ ਵਾਸਤੇ ਕੁਝ ਹੋਰ, ਟੋਪੀ ਵਾਸਤੇ ਕੁਝ ਹੋਰ, ਧੋਤੀ ਵਾਸਤੇ ਕੁਝ ਹੋਰ, ਪੱਗ ਵਾਸਤੇ ਕੁਝ ਹੋਰ, ਤੇ ਫਿਰ ਕ੍ਰਾਸ ਵਾਸਤੇ ਕੁਝ ਹੋਰ, ਗਿਰਜਾਘਰ ਵਾਸਤੇ ਕੁਝ ਹੋਰ, ਉਹਨੂੰ ਤੁਸੀਂ ਫਿਰ ਕਿੱਦਾਂ ਦੇਖੋਗੇ? ਕਿਉਂਕਿ ਸੰਵਿਧਾਨ ਜਾਂ ਤਾਂ ਸਾਰਿਆਂ ਵਾਸਤੇ ਇੱਕ ਹੋਵੇ ਜੀ। ਬਿਲਕੁਲ ਬਿਲਕੁਲ, ਫਿਰ ਤਾਂ ਸਵਾਲ ਉੱਠਣੇ ਵਾਜਬੀ ਹੁੰਦੇ ਨੇ। ਪ੍ਰੀਤ ਸਿੰਘ ਜੀ, ਇੱਕ ਨਾ ਤੁਸੀਂ ਦੇਖੋ ਇਸ ਕੇਸ ਦੇ ਵਿੱਚ ਤੁਸੀਂ ਇੱਕ ਖਾਸ ਜਿਹੜੀ ਤੁਹਾਨੂੰ ਚੀਜ਼ ਨਜ਼ਰ ਆਊਗੀ, ਦੋ ਚੀਜ਼ਾਂ ਮੈਂ ਦੇਖ ਰਿਹਾ। ਜਦੋਂ ਸਨ 1984 ਤੋਂ ਪਹਿਲਾਂ 1978, ਉਦੋਂ ਵੀ ਤੁਸੀਂ ਪਿੱਛੇ ਚਲੇ ਜਾਓ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਮੰਚ ਤੇ ਆਉਣ ਤੋਂ ਪਹਿਲਾਂ ਜਦੋਂ ਪੰਜਾਬੀ ਸੂਬਾ ਮੋਰਚਾ ਲੱਗਦਾ ਹੋਊਗਾ, ਜਾਂ ਉਸ ਤੋਂ ਪਹਿਲਾਂ ਦੇ ਜਿੱਦਾਂ ਦੇ ਵੀ ਹਾਲਾਤ ਸੀਗੇ, ਜਦੋਂ ਅੱਜ ਦੇ ਹਾਲਾਤਾਂ ਦੀ ਤੁਲਨਾ ਉਹਨਾਂ ਸਮਿਆਂ ਦੇ ਨਾਲ ਕਰਦੇ ਆ, ਤਾਂ ਇੱਕ ਗੱਲ ਉੱਭਰ ਕੇ ਬਹੁਤ ਵਧੀਆ ਤਰੀਕੇ ਨਾਲ ਸਮਝ ਆਉਂਦੀ ਆ, ਸਾਨੂੰ ਚੰਗੀ ਤਰ੍ਹਾਂ ਸਮਝ ਆਉਂਦੀ ਹੈ, ਸ਼ਾਇਦ ਹਾਲੇ ਵੀ ਕਈਆਂ ਨੂੰ ਨਾ ਸਮਝ ਆਉਂਦੀ ਹੋਵੇ। ਮੈਂ ਇੱਕ ਨਾ ਕਿਸੇ ਚੈਨਲ ਦਾ ਪੱਤਰਕਾਰ ਹੈਗਾ, ਮੈਨੂੰ ਨਾਂ ਭੁੱਲ ਗਿਆ ਉਸ ਪੱਤਰਕਾਰ ਦਾ ਯਾਦ, ਕੱਲ ਤੋਂ ਲੈ ਕੇ ਹੁਣ ਤੱਕ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਉਹਦੀ ਇੱਕ ਵੀਡੀਓ ਘੁੰਮਦੀ ਪਈ ਆ ਜੀ। ਉਹਦੇ ਵਿੱਚ ਉਹ ਦੱਸ ਰਿਹਾ, ਕਹਿੰਦਾ ਕਿ ਵਿਦੇਸ਼ਾਂ ਦੀ ਧਰਤੀ ਦੇ ਉੱਪਰ ਬੈਠੇ ਹੋਏ, ਹਿੰਦੀ 'ਚ ਬੋਲਦਾ ਹੈਗਾ, ਮੈਂ ਹਿੰਦੀ ਚੰਗੀ ਤਰ੍ਹਾਂ ਬੋਲ ਨਹੀਂ ਪਾਉਣਾ, ਇਸ ਕਰਕੇ ਮੈਂ ਪੰਜਾਬੀ ਜੀ 'ਚ ਦੱਸ ਦਿੰਦਾ ਸਿੱਧਾ ਪਿੰਡੂ ਜੀ ਭਾਸ਼ਾ 'ਚ। ਕਹਿੰਦਾ ਤੁਸੀਂ ਪੰਜਾਬੀ ਬੋਲੋ, ਹਿੰਦੀ 'ਚ ਰੂਪਾਂਤਰਣ ਮੈਂ ਕਰ ਦੂੰਗਾ, ਤੁਸੀਂ ਕਰ ਦਿਓ। ਹਾਂਜੀ, ਮੈਂ ਨਾ ਮੈਨੂੰ ਉਹਦੀਆਂ ਗੱਲਾਂ ਸੁਣ ਕੇ ਹਾਸਾ ਵੀ ਆਉਂਦਾ ਸੀਗਾ, ਮੈਨੂੰ ਇਹ ਲੱਗਦਾ ਸੀਗਾ ਕਿ ਜਿੱਦਾਂ ਨਾ ਆਉਂਦੇ ਸਮੇਂ ਦੇ ਵਿੱਚ, ਜਿੱਦਾਂ ਇੱਕ ਉਹ ਕਹਿ ਰਿਹਾ ਸੀਗਾ, ਕਹਿੰਦਾ ਵੀ ਜਿਹੜੇ ਲੋਕ ਵਿਦੇਸ਼ਾਂ ਦੀ ਧਰਤੀ ਤੇ ਬੈਠ ਕੇ ਭਾਰਤ ਦੇ ਖਿਲਾਫ ਛੜਯੰਤਰ ਰਚ ਰਹੇ ਨੇ, ਉਹਨਾਂ ਨੂੰ ਚੇਤੇ ਰੱਖਣਾ ਚਾਹੀਦਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ, ਉਹਨਾਂ ਨੂੰ ਯਾਦ ਰੱਖਣਾ ਚਾਹੀਦਾ सरदार हरि सिंह नलवा। कौन थे सरदार हरि सिंह नलवा? आइए मैं बताता हूँ आपको। मैं हैरान हो रहा सीगा कि भलिया तैनूं सिखां नूं दस्सण दी लोड़ आ, सिखां नूं तेरे कोलों पुछण दी लोड़ है कि सरदार हरि सिंह नलवा कौन सी, सिखां नूं तेरे कोलों पुछण दी लोड़ है कि महाराजा रणजीत सिंह कौन सी। और तुसीं देखो किन्ने वधिया तरीके दे नाल, मैं वधिया लफ्ज़ बोलदा जी, ਜਿਹੜੇ ਸਾਡੀ ਨਵੀਂ ਪੀੜ੍ਹੀ ਦੇ, ਸਾਨੂੰ ਕਈ ਵਾਰ ਲੱਗਦਾ ਰਹਿੰਦਾ ਕਿ ਸਾਡੀ ਨੌਜਵਾਨ ਪੀੜ੍ਹੀ ਅੱਜ ਬਹੁਤ ਜ਼ਿਆਦਾ ਐਡਵਾਂਸ ਹੋ ਚੁੱਕੀ ਹੈ, ਬਹੁਤ ਜ਼ਿਆਦਾ ਸਮਝਦਾਰ ਹੋ ਚੁੱਕੀ ਹੈ, ਅੱਜ ਸੋਸ਼ਲ ਮੀਡੀਆ ਦਾ ਯੁੱਗ ਹੈ। ਪ੍ਰੀਤ ਜੀ, ਤੁਸੀਂ ਆਪਣੇ ਨਾਲ ਆਪਣੇ ਸਟੂਡੀਓ ਵਿੱਚ ਕੰਮ ਕਰਤੇ, ਨਵੇਂ ਮੁੰਡੇ ਕੁੜੀਆਂ ਨੂੰ ਰੱਖੋ, ਤੁਹਾਡੇ ਕੋਲ ਕੰਮ ਸਿੱਖ ਕੇ ਬਹੁਤ ਸਾਰੇ ਤੁਹਾਡੇ ਸਟੂਡੈਂਟਸ ਗਏ ਨੇ, ਜਦੋਂ ਤੁਹਾਡੇ ਕੋਲ ਨਵੇਂ ਆਉਂਦੇ ਆ, ਤੁਸੀਂ ਉਹਨਾਂ ਨੂੰ ਪੁੱਛਿਆ ਕਰੋ, ਉਹਨਾਂ ਨੂੰ ਉੜਾੜਾ ਵੀ ਨਹੀਂ ਪਤਾ ਹੁੰਦਾ। ਆਮ ਕਰਕੇ ਜਿਹੜੇ ਬੰਦੇ ਘਰਾਂ ਵਿੱਚ ਬੈਠ ਕੇ ਉਹਨਾਂ ਨੂੰ ਸੁਣਦੇ ਆ ਨਾ, ਜਿਸ ਤਰੀਕੇ ਨਾਲ ਉਹ ਰੌਲਾ ਪਾ ਕੇ ਕਰ ਰਿਹਾ ਸੀ ਗੱਲ, अपने पूर्वजों की ओर देखिए, उन्होंने इस मिट्टी की खातिर कुर्बानी की, उन्होंने जान न्यौछावर कर दी, अपना खून उन्होंने मतलब अपना खून बहा दिया। मतलब देखण वाले नूं सुनन वाले नूं घर च बैठे नूं ये लगदा कि ले भी टैलीविजन दे उपर बैठ के क्लीन शेव बंदा, यार मोना बंदा, यार हिंदू बंदा, ਉਹ ਮਤਲਬ ਕਿ ਸਾਡੇ ਪੁਰਖਿਆਂ ਦੇ ਗੁਣ ਗਾਇਨ ਕਰ ਰਿਹਾ, ਸਾਡੇ ਯੋਧਿਆਂ, ਸਾਡੀਆਂ ਜਰਨੈਲਾਂ, ਸਾਡੇ ਜਰਨੈਲਾਂ ਦੀ ਬਹਾਦਰੀ ਦੀਆਂ ਗੱਲਾਂ ਕਰ ਰਿਹਾ, ਪਰ ਕਿੰਨੇ ਵਧੀਆ ਤਰੀਕੇ ਦੇ ਨਾਲ ਤੁਹਾਨੂੰ ਉਹ ਇਹ ਦੱਸ ਜਾਂਦਾ ਕਿ ਉਹਨਾਂ ਜਰਨੈਲਾਂ ਨੇ ਇਸ ਮੁਲਕ ਦੀ ਖਾਤਰ ਕੁਰਬਾਨੀ ਕੀਤੀ ਸੀਗੀ, ਜਿਹੜੇ ਅੱਜ ਉਹਨਾਂ ਦੇ ਅਸਲ ਵਾਰਸ ਨੇ, ਜਿਹੜੇ ਸੱਚਮੁੱਚ ਉਹਨਾਂ ਦੀਆਂ ਪਾਈਆਂ ਹੋਈਆਂ ਪੈੜਾਂ ਤੇ ਚੱਲਦੇ ਨੇ, ਭਾਵੇਂ ਵਿਦੇਸ਼ਾਂ 'ਚ ਨੇ ਭਾਵੇਂ ਪੰਜਾਬ 'ਚ ਨੇ, ਉਹ ਲੋਕ ਅੱਤਵਾਦੀ ਨੇ। ਸੋਚ ਕੇ ਦੇਖੋ ਕਿੰਨੇ ਵਧੀਆ ਤਰੀਕੇ ਨਾਲ ਉਹ ਪੇਸ਼ਕਾਰੀ ਕਰਦੇ ਆ। ਸੋ ਇੱਕ ਤੇ ਉਹ ਇਹ ਕੰਮ ਕਰ ਰਹੇ ਹੈਗੇ ਆ, ਦੂਸਰਾ ਜਿਹੜੇ ਸਾਡੇ ਆਪਣੇ ਵਰਗੇ ਨਜ਼ਰ ਆਉਣ ਵਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨਾਂ ਵਿੱਚੋਂ ਅਕਾਲੀ ਦਲ ਵਾਲੇ ਵੀ ਲਾ ਲਓ, ਉਹਨਾਂ ਤੁਸੀਂ ਦੇਖੇ ਢੀਂਡਸੇ ਹੋਰਾਂ ਦੇ ਬਿਆਨ, ਸੁਖਦੇਵ ਸਿੰਘ ਢੀਂਡਸਾ, ਉਹ ਕਹਿੰਦੇ ਕਿ ਕੈਨੇਡਾ ਨੂੰ ਭਾਰਤ ਦੇ ਨਾਲ ਇੰਜ ਨਹੀਂ ਕਰਨਾ ਚਾਹੀਦਾ, ਮਤਲਬ ਉਹਨਾਂ ਨੂੰ ਭਾਰਤ ਦੇ ਨਾਲ ਆਪਣੇ ਸੰਬੰਧ ਸੁਖਾਵੇਂ ਰੱਖਣੇ ਚਾਹੀਦੇ ਆ। ਮੈਂ ਇਹ ਸੋਚਦਾ, ਇਹਨਾਂ ਨੂੰ ਪੁੱਛਣਾ ਚਾਹੁੰਦਾ, ਅੱਜ ਭਾਈ ਬਲਜੀਤ ਸਿੰਘ ਦਾਦੂਵਾਲ ਜੀ ਫੋਨ ਤੇ ਗੱਲਬਾਤ ਹੁੰਦੀ ਰਹਿੰਦੀ ਕਈ ਵਾਰ ਤੇ ਵਧੀਆ ਗੱਲ ਕਰਦੇ ਹੁੰਦੇ ਆ, ਪਰ ਸਵਾਲ ਇੱਕ ਅੱਜ ਉਹਨਾਂ ਨੇ ਵੀ ਕੱਲ ਪ੍ਰੈਸ ਕਾਨਫਰੰਸ ਕੀਤੀ ਆ, ਉਹ ਕਹਿੰਦੇ ਕਿ ਇਹਨਾਂ ਦੋਹਾਂ ਮੁਲਕਾਂ ਨੂੰ ਨਾ ਆਪਣੀ ਭਾਈਚਾਰਕ ਸਾਂਝ ਬਣਾਉਣ ਦੇ ਲਈ ਯਤਨਸ਼ੀਲ ਹੋਣਾ ਚਾਹੀਦਾ। ਮੈਂ ਉਹਨਾਂ ਸਾਰੇ ਅਕਾਲੀਆਂ ਨੂੰ ਸਮੇਤ ਢੀਂਡਸਾ ਜੀ ਸਮੇਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਹੜੇ ਕਹਿੰਦੇ ਕਿ ਕੈਨੇਡਾ ਤੇ ਭਾਰਤ ਦੇ ਆਪਸੀ ਸੰਬੰਧ ਵਿਗੜ ਰਹੇ ਨੇ, ਉਹਨੂੰ ਦਰੁਸਤ ਕਰਨ ਦੀ ਜ਼ਰੂਰਤ ਹੈ। ਮੈਂ ਉਹਨਾਂ ਨੂੰ ਇੱਕ ਸਵਾਲ ਕਰਨਾ ਚਾਹੁੰਦਾ ਹੈ ਕਿ ਕੀ ਤੁਹਾਨੂੰ ਇਸ ਗੱਲ ਦੀ ਕੇਵਲ ਫਿਕਰ ਹੈ ਕਿ ਦੋਹਾਂ ਮੁਲਕਾਂ ਦੇ ਕਿਤੇ ਆਪਸੀ ਸੰਬੰਧ ਵਿਗੜ ਨਾ ਜਾਣ? ਕੀ ਤੁਹਾਨੂੰ ਇਸ ਗੱਲ ਦੀ ਕੋਈ ਫਿਕਰ ਨਹੀਂ ਹੈਗੀ ਕਿ ਕੈਨੇਡਾ ਦੀ ਸਰਕਾਰ ਨੇ, ਉੱਥੋਂ ਦੇ ਪ੍ਰਧਾਨ ਮੰਤਰੀ ਨੇ ਭਾਰਤ ਦੀ ਸਰਕਾਰ ਦੇ ਉੱਪਰ ਇੱਕ ਤੁਹਾਡੇ ਵਰਗੇ ਹੀ ਨਜ਼ਰ ਆਉਣ ਵਾਲੇ ਗੁਰੂ ਪਿਆਰੇ ਸਿੰਘ ਸਰਦਾਰ ਹਰਦੀਪ ਸਿੰਘ ਨਿੱਜਰ ਦਾ
ਦੇ ਕਤਲ ਦਾ ਖੁਲਾਸਾ ਕੀਤਾ ਹੋਇਆ, ਉਹਦੀ ਤੁਹਾਨੂੰ ਕੋਈ ਪਰਵਾਹ ਨਹੀਂ ਹੈਗੀ। ਉਹਨੂੰ ਪ੍ਰਵਾਨ ਕਰ ਲਵੇ ਸਿੱਖ। ਮਤਲਬ ਉਹ ਇਹ ਕਹਿਣਾ ਚਾਹੁੰਦੇ ਆ ਕਿ ਤੁਸੀਂ ਉਹ ਛੱਡੋ ਉਸ ਗੱਲ ਨੂੰ, ਤੁਸੀਂ ਆਪਣੇ ਸੰਬੰਧ ਸੁਖਾਵੇ ਬਣਾਉਣ ਵਾਲੇ ਪਾਸੇ ਨੂੰ ਤੁਰੋ। ਹੱਦ ਹੋ ਗਈ ਹੈ, ਕਮਾਲ ਦੀ ਗੱਲ ਹੈ। ਤੁਸੀਂ ਇਦਾਂ ਦੀ ਗੱਲ ਕਿਉਂ ਨਹੀਂ ਕਰਦੇ ਕਿ ਸੰਬੰਧ ਆਪਣੇ ਸੁਖਾਵੇ ਤੁਹਾਡੇ ਸਿਗੇ ਪਹਿਲਾਂ, ਪਰ ਤੁਸੀਂ ਸਾਡੇ ਨਾਲ ਪਹਿਲਾਂ ਇੱਥੇ ਬਹੁਤ ਕੁਝ ਕੀਤਾ 47 ਤੋਂ ਲੈ ਕੇ ਅੱਜ ਤੱਕ, 84 ਤੋਂ ਲੈ ਕੇ ਹੁਣ ਤੱਕ। ਹੁਣ ਤੇ ਕੈਨੇਡਾ ਬਾਹਰਲੇ ਮੁਲਕਾਂ ਵਿੱਚ ਵੀ ਜਿਵੇਂ ਸਰਦਾਰ ਸਿਮਰਨ ਸਿੰਘ ਮਾਨ ਹੋਣੀ ਇਹਨਾਂ ਨੂੰ ਕਟਹਿਰੇ 'ਚ ਖੜੇ ਕਰਦੇ ਹੈਗੇ ਆ। ਸੋ ਇਹ ਉਹਨਾਂ ਨੂੰ ਜਦੋਂ ਕਟਹਿਰੇ ਵਿੱਚ ਨਹੀਂ ਖੜੇ ਕਰਦੇ, ਉਸ ਵੇਲੇ ਜਿੱਦਾਂ ਭਾਰਤ ਦਾ ਉਹ ਮੀਡੀਆ ਆਪਣੇ ਹੀ ਲੋਕਾਂ ਨੂੰ ਗੁੰਮਰਾਹ, ਸਾਡੇ ਲੋਕਾਂ ਨੂੰ ਗੁੰਮਰਾਹ ਕਰਦਾ ਨਾ, ਭਾਰਤ ਦਾ ਉਹ ਮੀਡੀਆ ਸਾਡੇ ਲੋਕਾਂ ਨੂੰ ਗੁੰਮਰਾਹ ਕਰਦਾ। ਇਦਾਂ ਹੀ ਸਾਡੇ ਵਰਗੇ ਨਜ਼ਰ ਆਉਣ ਵਾਲੇ, ਸਾਡੀਆਂ ਹੀ ਜਥੇਬੰਦੀਆਂ ਦੇ ਲੋਕ ਆਪਣੀ ਹੀ ਕਮਿਊਨਿਟੀ ਨੂੰ, ਭਾਵ ਕਿ ਸਾਨੂੰ ਹੀ ਇਸ ਤਰੀਕੇ ਦੇ ਨਾਲ ਬੜੇ ਵਧੀਆ ਤਰੀਕੇ ਨਾਲ ਗੁੰਮਰਾਹ ਕਰਨ ਦੇ ਉਹ ਯਤਨ ਕਰਦੇ ਆ। ਇਸ ਗੱਲ ਨੂੰ ਸਮਝਣ ਦੀ ਜ਼ਰੂਰਤ ਆ ਵੀ ਕਿੰਨੇ ਵਧੀਆ ਤਰੀਕੇ ਨਾਲ ਉਹ ਤੁਹਾਨੂੰ ਸਾਰਾ ਕੁਝ ਕਰਦੇ ਆ। ਮਤਲਬ ਕਿ ਇਹ ਉਹਨਾਂ ਨੂੰ ਦੱਸ ਹੀ ਨਹੀਂ ਪਾਉਂਦੇ ਹੈਗੇ ਆਪਣੇ ਲੋਕਾਂ ਨੂੰ ਕਿ ਆਹ ਗੱਲ ਅੱਡ ਵਾ ਤੇ ਆਹ ਗੱਲ ਅੱਡ ਵਾ। ਮਤਲਬ ਚੰਗੀ ਤਰ੍ਹਾਂ ਦੱਸ ਹੀ ਨਹੀਂ ਪਾ ਰਹੇ ਹੈਗੇ। ਕੈਨੇਡਾ ਦੱਸ ਰਿਹਾ ਤੁਹਾਨੂੰ, ਅਗਾਂਹ ਵਧੂ ਮੁਲਕ ਉਹ ਦੱਸ ਰਹੇ ਆ ਵੀ ਤੁਹਾਡੇ ਨਾਲ ਆਹ, ਸਿੱਖਾਂ ਨਾਲ ਆਹ ਹੋਇਆ ਸੀਗਾ ਤੇ ਇਸ ਮੁਲਕ ਨੇ ਕੀਤਾ ਸੀਗਾ। ਇਹ ਸਾਰਾ ਕੁਝ ਝੱਲ ਕੇ ਵੀ ਜਦੋਂ ਇਹਨਾਂ ਦੀ ਸਟੇਟਮੈਂਟਸ ਆਉਂਦੀਆਂ ਹੁੰਦੀਆਂ ਨਾ ਸਟੇਜਾਂ ਦੇ, ਅਸੀਂ ਉਹ ਲੋਕ ਹਾਂ ਕਿਹੜੇ ਭਲਾ, ਧਾਮੀ ਸਾਹਿਬ ਵੀ ਕਹਿੰਦੇ ਹੁੰਦੇ ਮੇਰੇ ਗੁਆਂਢ 'ਚ ਰਹਿੰਦੇ, ਅਸੀਂ ਉਹ ਲੋਕ ਹਾਂ ਕਿਹੜੇ ਭਲਾ ਜੀ, ਖਾੜਕੂ ਸੰਘਰਸ਼ ਦੀ ਗੱਲ ਕਰਦੇ ਹੁੰਦੇ ਆ ਵੀ ਅਸੀਂ ਉਸ ਸੰਘਰਸ਼ ਦਾ ਹਿੱਸਾ ਰਹੇ ਹਾਂ। ਕਮਾਲ ਦੀ ਗੱਲ ਵਾ, ਜੇ ਤੁਸੀਂ ਉਸ ਸੰਘਰਸ਼ ਦਾ ਹਿੱਸਾ ਰਹੇ ਹੋ ਤਾਂ ਧਾਮੀ ਸਾਹਿਬ ਫਿਰ ਤੁਹਾਨੂੰ ਉਸ ਰਾਹ ਦੇ ਪਾਂਧੀ ਜਿਹੜੇ ਹੈਗੇ ਨੇ, ਅੱਜ ਵੀ ਹੈਗੇ ਨੇ, ਫਿਰ ਤੁਹਾਨੂੰ ਉਹਨਾਂ ਦੀ ਬੋਲੀ ਬੋਲਣੀ ਚਾਹੀਦੀ ਹੈ, ਨਾ ਕਿ ਕਿਸੇ ਹੋਰ ਤਰ੍ਹਾਂ ਦੀ ਬੋਲੀ ਬੋਲ ਕੇ ਆਪਣੇ ਹੀ ਲੋਕਾਂ ਨੂੰ ਗੁੰਮਰਾਹ ਕਰਨ ਦੀ। ਇਹਨਾਂ ਨੇ ਕੱਲ ਪਰਸੋਂ ਮੀਟਿੰਗ ਕੀਤੀ ਸੀਗੀ, ਕੱਲ ਦੀਆਂ ਖਬਰਾਂ 'ਚ ਖਬਰ ਛਪੀ ਹੋਈ ਆ, ਉਹਦੇ ਹਵਾਲੇ ਨਾਲ ਮੈਂ ਗੱਲ ਕਰ ਰਿਹਾ ਜੀ। ਜੀ ਬਿਲਕੁਲ, ਕਿਉਂਕਿ ਧਾਮੀ ਸਾਹਿਬ ਦੀ ਅਗਰ ਗੱਲ ਕੀਤੀ ਜਾਵੇ, ਜਿੱਦਾਂ ਤੁਸੀਂ, ਮੈਂ ਕਹਿੰਦਾ ਹਮੇਸ਼ਾ ਆਪਣੇ ਸ਼ੋਅ ਦੇ ਵਿੱਚ ਕਿ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲੇ ਹੀ ਇਹਨਾਂ ਦੇ ਬਿਆਨ ਹਮੇਸ਼ਾ ਹੁੰਦੇ ਨੇ। ਸੇਮ ਜਿੱਦਾਂ ਤੁਸੀਂ ਕਿਹਾ ਵੀ SGPC ਦੇ ਜੋ ਬਿਆਨ ਆਏ ਨੇ, ਚਾਹੇ ਗਰੇਵਾਲ ਸਾਹਿਬ ਵੱਲੋਂ ਹੋਣ ਤੇ ਚਾਹੇ ਧਾਮੀ ਜੀ ਦੇ ਹੋਣ, ਤੇ ਕੈਨੇਡਾ ਵਾਲੇ ਮਸਲੇ ਨੂੰ ਲੈ ਕੇ, ਭਾਈ ਨਿੱਜਰ ਦੇ ਮਸਲੇ ਨੂੰ ਲੈ ਕੇ, ਤੇ ਇਹਨਾਂ ਦੇ ਗੋਲਮੋਲ ਹੀ ਬਿਆਨ ਸੀਗੇ ਕਿ ਮਾਹੌਲ ਖਰਾਬ ਹੋ ਰਿਹਾ ਹੈ ਜੀ ਪੰਜਾਬ ਦਾ, ਆਪਸੀ ਰਿਸ਼ਤੇ ਖਰਾਬ ਹੋ ਰਹੇ ਨੇ ਦੋ ਮੁਲਕਾਂ ਦੇ। ਤੇ ਇਦਾਂ ਦਾ ਹੀ ਜਵਾਬ ਉਦੋਂ ਜਦੋਂ ਮੈਂ ਗੱਲ ਕੀਤੀ ਸੀ 7.5 ਕਿਲੋ ਸੋਨਾ ਜਿਹੜਾ ਚੋਰੀ ਕੀਤਾ ਗਿਆ ਸੀ 2013 ਦੇ ਵਿੱਚ ਆਲਮਗੀਰ ਸਾਹਿਬ ਤੋਂ, ਧਾਮੀ ਸਾਹਿਬ ਦੇ ਨਾਲ ਹੀ ਫੋਨ ਤੇ ਗੱਲ ਹੋਈ ਸੀ ਕਿਸੇ ਸੱਜਣ ਦੀ, ਵਿਕਰਮਜੀਤ ਸਿੰਘ ਦੀ, ਤੇ ਉਦੋਂ ਵੀ ਇਹਨਾਂ ਨੇ ਇਹੀ ਕਿਹਾ ਕਿ 4 ਮਹੀਨੇ ਰਹਿੰਦੇ ਨੇ ਉਹਦੀ ਰਿਟਾਇਰਮੈਂਟ ਤੋਂ, 2013 ਦਾ ਮਸਲਾ ਹੋ ਗਿਆ, ਛੱਡੋ। ਕਿਉਂ ਛੱਡੀਏ? ਸਵਾਲ ਮੇਰਾ ਇਹ ਸੀ, 7 ਕਿਲੋ ਸੋਨਾ ਗੁਰੂ ਘਰਾਂ ਦਾ ਸਾਡਾ ਆ, ਉਹ ਕਿੰਨੇ ਗਰੀਬ ਪਰਿਵਾਰ ਪਲ ਜਾਣਗੇ ਅਗਰ ਵੇਚ ਕੇ ਉਹਨਾਂ ਗਰੀਬ ਪਰਿਵਾਰਾਂ ਤੇ ਲਾਇਆ ਜਾਵੇ। ਕਿੰਨੇ ਸ਼ਹੀਦ ਪਰਿਵਾਰਾਂ, ਇਹ ਕਹਿੰਦੇ ਨੇ ਨਾ ਕਿ ਸ਼ਹੀਦ ਪਰਿਵਾਰਾਂ ਦੀ ਅਸੀਂ ਬਹੁਤ ਮਦਦ ਕੀਤੀ ਹੈ। ਹੁਣ ਮੈਨੂੰ ਅੱਜ ਵੀ 3 ਸ਼ਹੀਦ ਪਰਿਵਾਰਾਂ ਦੇ ਫੋਨ ਆਏ ਸੀਗੇ। ਭਾਈ ਰਣਜੀਤ ਸਿੰਘ ਨੇ, ਦਮਦਮੀ ਟਕਸਾਲ ਵਾਲਿਆਂ ਨੇ ਕੀਤਾ ਸੀ ਮੈਨੂੰ ਫੋਨ, ਤੇ ਆਬਸ ਉਹਨਾਂ ਦੀ ਮਦਦ ਕਰ ਰਹੇ ਆ, ਤੇ ਮੈਂ ਥੋੜਾ ਬਿਜ਼ੀ ਸੀਗਾ ਤੇ ਮੈਂ ਕਿਹਾ ਆ, ਬਾਹਰੋਂ ਸਿੰਘਾਂ ਨੇ ਪੇਮੈਂਟ ਭੇਜੀ ਸੀ ਕਿਸੇ ਪਰਿਵਾਰ ਦੀ ਮਦਦ ਵਾਸਤੇ, ਮੈਂ 1 ਮਹੀਨਾ ਰੂਹ ਪੋਛ ਰਿਹਾ ਆ, ਪੇਮੈਂਟ ਮੇਰੇ ਕੋਲ ਪਈ ਰਹੀ, ਉਸ ਪਰਿਵਾਰ ਦੀ ਮਦਦ ਹੋ ਗਈ। ਤਾਂ ਮੈਂ ਹੀ ਸਾਹਮਣੇ ਕਿਹਾ ਕਿ ਕੋਈ ਗੱਲ ਨਹੀਂ, ਪਰਿਵਾਰ ਜਿਹੜੇ ਹੈਗੇ ਨੇ ਦੱਸੋ, ਉਹਨਾਂ ਦੇ ਕੋਲ ਜਾ ਕੇ ਮਦਦ ਕਰਕੇ ਆਵਾਂਗੇ। ਤੇ ਇਹਨਾਂ ਨੂੰ ਨਹੀਂ ਦਿਸਦੇ, ਧਾਮੀ ਸਾਹਿਬ ਨੂੰ ਨਹੀਂ ਸਮਝ ਆਉਂਦਾ ਵੀ ਕਿਹੜੇ ਸ਼ਹੀਦ ਪਰਿਵਾਰ ਲੋੜਵੰਦ ਹੈਗੇ ਨੇ ਜਿਹਨਾਂ ਦੇ ਸਿਰ ਤੇ ਛੱਤ ਵੀ ਨਹੀਂ ਹੈ, ਮਾਵਾਂ ਜਿਹੜੀਆਂ ਕੱਲੀਆਂ ਨੇ, ਜਿਹਨਾਂ ਨੇ ਆਪਣੇ ਧੀਆਂ ਪੁੱਤ ਮਰਵਾ ਲਏ, ਅੱਜ ਕੱਲੀਆਂ ਬਜ਼ੁਰਗ ਔਰਤਾਂ ਘਰਾਂ 'ਚ ਬੈਠੀਆਂ ਨੇ, ਜਿਹਨਾਂ ਦੇ ਬਾਥਰੂਮ ਨੂੰ ਬੂਹੇ ਤੱਕ ਨਹੀਂ ਲੱਗੇ ਹੋਏ, ਜਵਾਨ ਧੀਆਂ ਜਿਹਨਾਂ ਦੇ ਘਰਾਂ 'ਚ ਨਹੀਂ। ਕੀ ਸਾਡੀ ਸਰਮੋਰ ਜਥੇਬੰਦੀ ਦਾ ਫਰਜ਼ ਨਹੀਂ ਬਣਦਾ ਵੀ ਉਹਨਾਂ ਦੀ ਸਾਰ ਲਿੱਤੀ ਜਾਵੇ? ਕੌਲੀ ਇੱਕ ਮਾਤਾ ਰਹਿੰਦੀ ਹੈ, ਉਹਨਾਂ ਦੀ ਇੰਟਰਵਿਊ ਆਈ ਥਿੰਕ 1-2 ਦਿਨ ਦੇ ਵਿੱਚ ਮੈਂ ਚਲਾ ਦਾਂਗਾ, ਉਹਨਾਂ ਦੇ ਪੁੱਤ ਸ਼ਹੀਦ ਹੋ ਗਏ, ਉਹਨਾਂ ਦੀ ਕਦੀ 30 ਸਾਲਾਂ ਦੇ ਵਿੱਚ ਅੱਜ ਤੱਕ SGPC ਦਾ ਇੱਕ ਨੁਮਾਇੰਦਾ ਉਸ ਘਰ ਤੇ ਉਸ ਦਰ ਤੇ ਪੈਰ ਪਾ ਕੇ ਨਹੀਂ ਆਇਆ। ਫਿਰ ਸਾਡੀ ਸਰਮੋਰ ਜਥੇਬੰਦੀ ਖੂਨ ਡੁੱਲਣ ਤੇ ਬਣੀ ਸਾਡੀ ਸੰਸਥਾ, ਅਸੀਂ ਪ੍ਰਚਾਰ ਕੇ ਸਿਰਫ ਨੋਟ ਕਿਉਂ ਇਕੱਠੇ ਕਰਦੇ ਹਾਂ? ਅੱਜ ਅਸੀਂ ਕਹਿ ਰਹੇ ਹਾਂ ਕੈਨੇਡਾ ਦੇ ਨਾਲ ਭਾਰਤ ਦੇ ਰਿਸ਼ਤੇ ਖਰਾਬ ਹੋ ਰਹੇ ਨੇ, ਸਾਨੂੰ ਸੁਧਾਰਨੇ ਚਾਹੀਦੇ ਨੇ। ਜਦੋਂ ਅਸੀਂ ਕਾਲਾਂ ਚੱਕ ਕੇ ਕੈਨੇਡੀਅਨ NRIs ਦੇ ਕੋਲ ਜਾਂਦੇ ਹਾਂ ਫੰਡ ਇਕੱਠਾ ਕਰਨ ਵਾਸਤੇ, ਉਦੋਂ ਸਾਨੂੰ ਦੰਦਲਾਂ ਕਿਉਂ ਨਹੀਂ ਪੈਂਦੀਆਂ? ਜਦੋਂ ਅਸੀਂ ਕਹਿੰਦੇ ਕਿ ਅਮਰੀਕਾ ਦੇ ਵਿੱਚ ਸਾਡੇ ਕੋਲ 14 ਏਕੜ ਜ਼ਮੀਨ ਹੈਗੀ ਜੀ, ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਹੁਣ ਉੱਥੇ ਸ਼ੁਰੂ ਹੋਊਗੀ, ਜਾਂ 5 ਵਫਦ ਪਹਿਲਾਂ ਕੈਨੇਡਾ ਜਾ ਚੁੱਕੇ ਨੇ ਇਸੇ ਮਸਲੇ ਨੂੰ ਲੈ ਕੇ। 2 ਕਰੋੜ ਰੁਪਇਆ 2014 ਦੇ ਵਿੱਚ ਟ੍ਰਾਂਸਫਰ ਇਨ ਲੀਗਲ ਵੇ ਦੇ ਵਿੱਚ ਕੈਨੇਡਾ ਕਰ ਦਿੱਤਾ ਗਿਆ ਕਿ ਅਸੀਂ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਸ਼ੁਰੂ ਕਰਨੀ ਹੈ। ਪਰ ਉਹ ਸਾਰੀ ਗੋਂਗਲੂਆਂ ਤੋਂ ਮਿੱਟੀ ਝਾੜੀ ਗਈ। ਕੈਨੇਡੀਅਨ ਬੈਠੇ ਹੋਏ ਲੋਕਾਂ ਨੂੰ, NRI ਵੀਰਾਂ ਨੂੰ, ਭੈਣਾਂ ਨੂੰ ਬੇਵਕੂਫ ਬਣਾ ਕੇ ਹੋਰ ਪੈਸਾ ਇਕੱਠਾ ਕਰ ਦਿੱਤਾ ਗਿਆ। ਨਾ ਉਹ ਪੈਸਾ ਭਾਰਤ ਆਇਆ ਵਾਪਸ, ਨਾ ਉਹ ਪੈਸੇ ਦਾ ਕੋਈ ਸਿੱਖ ਕੌਮ ਨੂੰ ਮਤਲਬ ਫਾਇਦਾ ਹੋਇਆ। ਪ੍ਰਾਈਵੇਟ ਖਾਤਿਆਂ 'ਚ ਪਾ ਕੇ ਉਹ ਪੈਸੇ ਖਪਾ ਦਿੱਤੇ ਗਏ। ਭਾਈ ਨਾਗੋਕੇ ਜੀ ਨੇ ਇਸ ਚੀਜ਼ ਦਾ ਖੁਲਾਸਾ ਕੀਤਾ ਸੀ। ਹੁਣ ਮੈਨੂੰ ਇਹ ਚੀਜ਼ ਸਾਰੀ ਸਿੱਖ ਕੌਮ ਨੂੰ ਸੋਚਣੀ ਬਣਦੀ ਹੈ ਕਿ ਅਗਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਹੀ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਛਪਾਉਣ ਦੀ ਪਰਮਿਸ਼ਨ ਹੈਗੀ ਹੈ, ਤਾਂ ਅਸੀਂ ਛਾਪਾਖਾਨਾ ਉੱਥੇ ਕਿਉਂ ਲਾ ਰਹੇ ਹਾਂ? ਉਹਦਾ ਸਿਰਫ ਇੱਕ ਕਾਰਨ ਹੈ ਵੀ ਹੁਣ ਇੱਥੇ ਮਿੱਟੀ ਪਲੀਤ ਹੋ ਗਈ ਨਾ। ਇੱਥੇ 328 ਸਰੂਪਾਂ ਦਾ ਜਿਹੜਾ ਪਾਵਨ ਸਰੂਪਾਂ ਦਾ ਪੰਗਾ ਸੀਗਾ, ਇਹਨਾਂ ਨੇ ਕੱਢਿਆ, ਜਿਹੜਾ ਹਿਸਾਬ ਨਹੀਂ ਦੇ ਪਾ ਰਹੇ। ਹੁਣ ਛਪਾਈ ਕਰਨਗੇ, ਹੁਣ ਦੇਣਗੇ, ਹੁਣ ਇੱਕ ਇੱਕ ਚੀਜ਼ ਦੀ ਨੋਟਿਸ ਰੱਖਣਾ ਪੈਣਾ ਹੈ।
ਇਸ ਕਰਕੇ ਚਲੋ ਜੀ ਬਾਹਰ ਹੀ ਕਰਦੇ ਆ ਤੇ ਉਧਰ ਹੀ ਕਰਾਂਗੇ। ਤੇ ਬਾਹਰ ਵੀ ਜਿਹੜੀ ਪੀਡੀਐਫ ਗਈ ਹੈ ਕਿੱਦਾਂ ਗਈ ਹੈ ਉਹ ਵੀ ਮੈਂ ਐਪੀਸੋਡ 'ਚ ਦੱਸਤੀ। ਜਿਹੜੇ ਚਾਈਨਾ ਤੋਂ ਸਰੂਪ ਛਪੇ 1000 ਸਰੂਪ ਉੱਥੇ ਉਹ 'ਚ ਕਿੰਨੀਆਂ ਗਲਤੀਆਂ ਸੀਗੀਆਂ। ਨਾਗੋ ਕੇ ਜੀ ਨੇ ਆਪ ਦੇਖਿਆ ਹੱਲੇ ਵੀ 90 ਸਰੂਪ ਚਾਈਨਾ ਦੇ ਛਪੇ ਹੋਏ ਇੱਕ ਬੰਦੇ ਕੋ ਪਏ ਆ। ਅਸੀਂ ਨਾ ਲੜੀਏ, ਫਿਰ ਅਸੀਂ ਚੁੱਪ ਕਰਕੇ ਬੈਠੇ ਰਹੀਏ। ਦੇਖੋ ਆਖਰੀ ਮੈਂ ਇਹੀ ਕਹਿਣਾ ਆ ਵੀ ਸਾਡੀ ਜਿਹੜੀ ਸਰਮੋਰ ਜਥੇਬੰਦੀ ਹੈ, ਮੇਰਾ ਆਗੂਆਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਮੇਰਾ ਧਾਮੀ ਸਾਹਿਬ ਦੇ ਨਾਲ ਕੋਈ ਵੱਟ ਦਾ ਰੌਲਾ ਨਹੀਂ ਹੈ, ਵਾਕਈ ਠੀਕ ਹੈ ਜੀ। ਮੇਰਾ ਕਿਸੇ ਜਥੇਦਾਰ ਦੇ ਨਾਲ ਕੋਈ ਵੱਟ ਦਾ ਰੌਲਾ ਨਹੀਂ ਹੈ, ਮੇਰਾ ਬਾਦਲਾਂ ਦੇ ਨਾਲ ਕੋਈ ਵੱਟ ਦਾ ਰੌਲਾ ਨਹੀਂ ਹੈ। ਰੌਲਾ ਸਿਰਫ ਇਹ ਆ, ਉਹ ਆਪਣੀ ਸਿਆਸਤ ਕਰਦੇ ਨੇ, ਸਿਆਸਤ ਕਰਨ। ਪਰ ਜਿਸ ਜਥੇਬੰਦੀ ਨੇ ਕੌਮ ਨੂੰ ਪੈਰਾਂ ਤੇ ਖੜਾ ਕਰਨਾ ਸੀ, ਜੋ ਜਥੇਬੰਦੀ ਪੰਜਾਬ ਸਰਕਾਰ ਕੀ ਭਾਰਤ ਸਰਕਾਰ ਦੇ ਬਰਾਬਰ ਦਾ ਜਜ਼ਬਾ ਰੱਖਦੀ ਸੀ ਕਦੇ, ਜਿਹੜੀ ਜਥੇਬੰਦੀ ਪੰਜਾਬ ਦੇ ਵਿੱਚ ਚਾਹੇ ਸਰਕਾਰ ਹੋਵੇ ਨਾ ਹੋਵੇ ਪੂਰੇ ਪੰਜਾਬ ਨੂੰ ਰੂਲ ਕਰਨ ਦੀ ਖਮਤਾ ਰੱਖਦੀ ਸੀ, ਪੂਰੇ ਪੰਜਾਬ ਦਾ ਢਿੱਡ ਭਰਨ ਦੀ ਖਮਤਾ ਰੱਖਦੀ ਸੀ, ਉਹ ਜਥੇਬੰਦੀ ਅੱਜ ਸਿਰਫ ਇੱਕੋ ਹੀ ਦਰ ਦਾ ਪਾਣੀ ਭਰਨ ਜੋਗੀ ਕਿੱਦਾਂ ਰਹਿ ਗਈ। ਲੜਾਈ ਇਹ ਆ ਜਿਨ੍ਹਾਂ ਦਰਾਂ ਤੇ ਕਦੇ ਬੇਅਦਬੀਆਂ ਹੁੰਦੀਆਂ ਨਹੀਂ ਸੀ, ਜਿਨ੍ਹਾਂ ਦਰਾਂ ਤੇ ਹਰ ਧਰਮ ਹਰ ਵਰਗ, ਚਾਹੇ ਹਿੰਦੂ ਹੈ, ਮੁਸਲਮਾਨ ਹੈ, ਬੋਧੀ ਹੈ, ਜੈਨੀ ਹੈ, ਈਸਾਈ ਹੈ, ਕੁਝ ਉਹਨਾਂ ਦੇ ਨਾਲ ਘਟੀਆ ਸਲੂਕ ਹੁੰਦਾ ਸੀ, ਧੱਕੇਸ਼ਾਹੀ ਹੁੰਦੀ ਸੀ। ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੇ ਜੋ ਵੀ ਆਪਣੀ ਫਰਿਆਦ ਲੈ ਕੇ ਜਾਂਦਾ ਸੀ ਉਹਨੂੰ ਇਨਸਾਫ ਮਿਲਦਾ ਸੀ। ਤੇ ਅੱਜ ਸਾਡੇ ਆਪਣੇ ਸਿੱਖ ਪੰਥ ਨਾਲ ਜੁੜੇ ਹੋਏ ਮੁੱਦੇ ਜਦੋਂ ਉਸ ਤਖਤ ਤੇ ਪਹੁੰਚਦੇ ਨੇ ਤਾਂ ਉਹ ਫਾਈਲਾਂ ਦੇ ਵਿੱਚ ਦੱਬ ਦਿੱਤੇ ਜਾਂਦੇ ਨੇ, ਜੁਡੀਸ਼ੀਅਲ ਕਮਿਸ਼ਨ ਦੇ ਤੱਕ ਪਹੁੰਚਾ ਕੇ। ਫੇਰ ਅਸੀਂ ਨਾ ਪਿੱਟੀਏ। ਮੇਰੀ ਲੜਾਈ ਇੱਥੇ ਸੀ। ਤੇ ਹੁਣ ਬਹੁਤ ਸਾਰੇ ਇੰਟਰਨੈਸ਼ਨਲ ਲੈਵਲ ਤੇ ਆ ਜਿਹੜੇ ਕਤਲੋਗਾਰਤ ਦੇ ਸਿਲਸਿਲੇ ਚੱਲ ਰਹੇ ਨੇ, ਕਾਣੀ ਵੰਡ ਦੇ ਸਿਲਸਿਲੇ ਚੱਲ ਰਹੇ ਨੇ, ਹੱਕ ਨਾ ਮਿਲਣ ਦੇ ਮਸਲੇ ਚੱਲ ਰਹੇ ਨੇ। ਅਸੀਂ ਬਹੁਤ ਕੁਝ ਗਵਾ ਲਿਆ। ਪੰਜਾਬ ਦੇ 66 ਦੇ ਵਿੱਚ 3 ਹਿੱਸੇ ਹੋ ਗਏ, ਹਰਿਆਣਾ ਨਿਕਲ ਗਿਆ, ਰਾਜਸਥਾਨ ਨਿਕਲ ਗਿਆ, ਪਾਣੀ ਅਸੀਂ ਗਵਾ ਲਏ, ਡੈਮ ਗਵਾ ਲਏ, ਚੰਡੀਗੜ੍ਹ ਬਚਿਆ ਆ ਉਹ ਵੀ ਗਵਾਣ ਦੀ ਕਗਾਰ ਦੇ ਉੱਤੇ, ਉਹ ਵੀ ਅਸੀਂ ਗਵਾ ਹੀ ਲੈਣਾ ਆ। ਕਿਉਂਕਿ ਜਿਹੜੀਆਂ ਜਥੇਬੰਦੀਆਂ, ਜਿਹੜੀਆਂ ਸਿੱਖ ਧਿਰਾਂ ਫਰੰਟ ਫਿੱਟ ਤੇ ਆਪਣੇ ਆਪ ਨੂੰ ਸਿੱਖ ਆਗੂ ਕਹਿ ਕੇ ਲੜ ਰਹੀਆਂ ਨੇ, ਮੈਂ ਉਮੀਦ ਕਰਦਾ ਤੁਸੀਂ ਵੀ ਇਹਨਾਂ ਐਗਰੀ ਹੋਵੋਗੇ। ਮੈਨੂੰ ਇਹ ਦੱਸੋ ਕਿ 1984 ਤੋਂ ਬਾਅਦ ਜਿੰਨੀਆਂ ਧਿਰਾਂ ਫਰੰਟ ਫਿੱਟ ਤੇ ਲੜ ਰਹੀਆਂ ਨੇ, ਜਿੰਨੀਆਂ ਨਵੀਆਂ ਬਣੀਆਂ ਨੇ, ਉਹਨਾਂ ਨੇ ਸਿਵਾਏ ਰੋਸ਼ ਮਜ਼ਾਰਿਆਂ ਤੋਂ ਜਾਂ ਸਿਵਾਏ ਧਰਨਿਆਂ ਤੋਂ ਜਾਂ ਬਲੈਕ ਡੇਜ਼ ਤੋਂ ਸਿੱਖ ਕੌਮ ਦੀ ਝੋਲੀ ਦੇ ਵਿੱਚ ਕੀ ਪਾਇਆ? ਮੰਨਿਆ ਕੁਝ ਬੰਦੀ ਸਿੰਘ ਰਿਹਾ ਹੋਏ ਆ, ਬੰਦੀ ਸਿੰਘ ਰਿਹਾ ਹੋਏ ਆ, ਉਦਮ ਅਸੀਂ ਕੀਤਾ, ਉਹਨਾਂ ਨੂੰ ਇੱਕ ਪਾਸੇ ਰੱਖੀਏ। ਤੇ ਪਰ ਜਿਸ ਮੂਵਮੈਂਟ ਨੂੰ ਲੈ ਕੇ ਅਸੀਂ ਚੱਲੇ, ਜਿਹਦੇ ਵਾਸਤੇ ਇੰਨੀਆਂ ਸ਼ਹਾਦਤਾਂ ਹੋਈਆਂ, ਉਸ ਮੂਵਮੈਂਟ ਨੂੰ ਲੈ ਕੇ ਅਗਰ ਦੇਖਿਆ ਜਾਵੇ, ਕੰਪੈਰੀਜ਼ਨ ਕੀਤਾ ਜਾਵੇ, ਤੇ ਬਾਹਰੋਂ ਫੰਡ ਮੰਗਵਾਉਣ ਦੀ ਗੱਲ ਅਗਰ ਕੀਤੀ, ਇਹਨਾਂ ਦੋਨਾਂ ਚੀਜ਼ਾਂ ਨੂੰ ਕੰਪੈਰੀਜ਼ਨ ਕੀਤਾ ਜਾਵੇ ਤਾਂ ਸਾਨੂੰ ਐਵੇਂ, ਮੈਨੂੰ ਪਰਸਨਲੀ ਇਹ ਫੀਲ ਹੁੰਦਾ ਹੈ ਵੀ ਜਿਹੜੀ ਸੋਚ ਅਸੀਂ ਲੈ ਕੇ ਚੱਲੇ ਇਹ ਆਪ ਹੀ ਉਹਨੂੰ ਨੇਪਰੇ ਨਹੀਂ ਚੜਨ ਦਿੰਦੇ, ਕਿਉਂਕਿ ਉਹਨੂੰ ਪਤਾ ਸੋਚ ਨੇਪਰੇ ਚੜੀ ਫੰਡ ਹੀ ਬੰਦ ਹੋ ਜਾਣੇ ਆ ਸਾਡੇ। ਅੱਧੇ ਨੇ ਤਾਂ ਜੀ ਜਥੇਬੰਦੀਆਂ ਐਵੇਂ ਸ਼ੁਰੂ ਕੀਤੀਆਂ ਨੇ। ਜੀ ਪ੍ਰੀਤ ਜੀ, ਤੁਹਾਡੀ ਗੱਲ ਜਿਹੜੀ ਆ ਨਾ ਕਾਫੀ ਹੱਦ ਤੱਕ ਸਹੀ ਆ, ਪਰ ਮੈਂ ਇਹ ਨਾਲ ਪੂਰੀ ਤਰ੍ਹਾਂ ਐਗਰੀ ਨਹੀਂ ਕਰਦਾ ਹੈਗਾ। ਜਿਸ ਮਕਸਦ ਨੂੰ ਲੈ ਕੇ, ਨਹੀਂ ਮੈਂ ਸਾਰੀਆਂ ਜਥੇਬੰਦੀਆਂ ਨਹੀਂ ਕਹਿ ਰਿਹਾ ਜੀ, ਮੈਂ ਸਾਰੀਆਂ ਜਥੇਬੰਦੀਆਂ ਨਹੀਂ ਕਹਿ ਰਿਹਾ, ਮੈਂ ਪਹਿਲਾਂ ਕਲੀਅਰ ਕਰਦਾ। ਹਾਂਜੀ, ਆਪਾਂ ਸਮੁੱਚੇ ਸੰਘਰਸ਼ ਦੀ ਗੱਲ ਕਰ ਲੈਂਦੇ ਆ। ਜਿਹੜਾ ਸਮੁੱਚਾ ਸੰਘਰਸ਼ ਹੁੰਦਾ ਨਾ ਜੀ, ਤੁਸੀਂ ਦੇਖੋ, ਜੇ ਤੁਸੀਂ ਉਸ ਸੰਘਰਸ਼ ਦੇ ਪਾਂਧੀਆਂ ਨਾਲ ਤੁਸੀਂ ਮਿਲਦੇ ਹੋ, ਜਦੋਂ ਤੁਸੀਂ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਹੋ, ਤੁਸੀਂ ਜਦੋਂ ਉਹਨਾਂ ਦੇ ਨਾਲ ਇੰਟਰਵਿਊਜ਼ ਕਰਦੇ ਹੋ, ਉਹਨਾਂ ਦੇ ਮੰਜਿਆਂ ਦੇ ਉੱਤੇ ਜਾ ਕੇ ਤੁਸੀਂ ਜਦੋਂ ਬਹਿੰਦੇ ਹੋ, ਉਹਨਾਂ ਵਿੱਚ ਕਈ ਬਜ਼ੁਰਗ ਹੋ ਚੁੱਕੇ ਆ, ਜਦੋਂ ਤੁਸੀਂ ਉਹਨਾਂ ਦੇ ਨਾਲ ਜਾ ਕੇ ਗੱਲਾਂ ਕਰਦੇ ਹੋ, ਇੱਕ ਸੰਘਰਸ਼ ਹੁੰਦਾ ਜਦੋਂ ਨਾ ਤੁਹਾਡਾ ਪੀਕ ਤੇ ਹੁੰਦਾ, ਜਦੋਂ ਸੰਘਰਸ਼ ਤੁਹਾਡਾ ਕਈ ਵਾਰ ਹਥਿਆਰਬੰਦ ਸੰਘਰਸ਼, ਕਈ ਵਾਰ ਉਹ ਵੀ ਤੁਹਾਡਾ ਜਦੋਂ ਪੀਕ ਤੇ ਹੁੰਦਾ ਹੈਗਾ, ਫਿਰ ਉਹ ਡਾਊਨ ਆਉਂਦਾ ਹੈਗਾ। ਸੋ ਇੱਕ ਲਹਿਰਾਂ ਜਿੱਦਾਂ ਚੱਲਦੀਆਂ, ਇੱਦਾਂ ਡਾਊਨ ਕਦੀ ਹੋ ਗਿਆ, ਕਦੀ ਅਪ, ਇਹ ਸਾਰਾ ਕੁਛ ਇੱਦਾਂ ਚੱਲਦਾ ਰਹਿੰਦਾ ਹੈਗਾ। ਉਹਦੇ ਵਿੱਚ ਜਿਹੜੀ ਸਭ ਤੋਂ ਮੇਨ ਜਿਹੜੀ ਸਟਰੀਮ ਗੱਲ ਹੁੰਦੀ ਹੈ, ਜਿਹੜੀ ਉਹ ਮੈਨੂੰ ਲੱਗਦਾ ਕਿ ਇਹ ਹੁੰਦੀ ਆ, ਸਾਨੂੰ ਦੇਖਣੀ ਚਾਹੀਦੀ ਹੁੰਦੀ ਆ ਕਿ ਇੱਦਾਂ ਦੇ ਹਾਲਾਤਾਂ ਵਿੱਚ ਵੀ ਪੈਸੇ ਇਕੱਠੇ ਕਰਨੇ ਜਾਂ ਇਹ ਕਰ ਲੈਣਾ ਜਾਂ ਫੰਡ ਮੰਗਵਾ ਲੈਣਾ, ਇੱਦਾਂ ਦੇ ਹਾਲਾਤਾਂ ਵਿੱਚ ਵੀ ਕਿ ਜਿਹੜੀ ਤੁਸੀਂ ਉਹ ਮੇਨ ਜਿਹੜੀ ਤੁਹਾਡੀ ਮੰਗ ਸੀਗੀ ਜਾਂ ਮੇਨ ਤੁਹਾਡੀ ਡਿਮਾਂਡ ਆ, ਹਾਂ ਮੇਨ ਸਟਰੀਮ ਜਿਹੜੀ, ਵੀ ਤੁਸੀਂ ਕਿਤੇ ਉਹਦੇ ਤੋਂ ਲਾਂਭੇ ਤਾਂ ਨਹੀਂ ਹੋ ਗਏ, ਉਹਦੇ ਤੋਂ ਸੱਜੇ ਖੱਬੇ ਤਾਂ ਨਹੀਂ ਹੋ ਗਏ। ਆਹ ਜਿਹੜੇ ਲੋਕਾਂ ਦੀ ਆਪਾਂ ਗੱਲ ਕਰਕੇ ਹਟੇ, SGPC ਹੋ ਗਈ ਜਾਂ ਹੋਰ ਪੰਥ, ਆਪਣੇ ਆਪ ਨੂੰ ਪੰਥਕ, ਅਸੀਂ ਅਕਾਲੀਆਂ ਦੀ ਸਰਕਾਰ ਆ ਜੀ, ਪੰਥਕ ਸਰਕਾਰ ਆ, ਉਹਨਾਂ ਦੀ ਗੱਲ ਕਰ ਲਓ। ਉਹ ਉਸ ਲੀਹ ਤੋਂ ਸੱਜੇ ਖੱਬੇ ਲੈ ਕੇ ਲਾਂਭੇ ਦੇ ਲਾਂਭੇ ਜਾ ਕੇ ਕਿਤੇ ਦੇ ਕਿਤੇ ਚੱਲ ਗਏ। ਉਹ ਜਿਹੜੇ ਆਗੂ ਅਕਾਲੀਆਂ ਨੂੰ ਛੱਡ ਕੇ ਆਏ ਸਮੇਤ ਢੀਂਡਸਾ, ਉਹ ਵੀ ਤੁਸੀਂ ਦੇਖੋ, ਕਈਆਂ ਨੂੰ ਸ਼ਾਇਦ ਇਹ ਲੱਗਦਾ ਹੋਊਗਾ ਕਿ ਉਹਨਾਂ ਨੂੰ ਛੱਡ ਕੇ ਸ਼ਾਇਦ ਇਹ ਉਸ ਪਾਸੇ ਆਉਣਗੇ ਜਿਹੜਾ ਸੰਘਰਸ਼ ਚੱਲ ਰਿਹਾ ਸੀਗਾ ਵੀ ਉਧਰਲੇ ਬੰਨੇ, ਪਰ ਉਹ ਵੀ ਉਧਰਲੇ ਬੰਨੇ ਨਹੀਂ ਗਏ। ਉਹ ਇਹਨਾਂ ਤੋਂ ਇੱਕ ਕਦਮ ਹੋਰ ਅੱਗੇ ਜਾ ਕੇ ਉਹਨਾਂ ਨੂੰ ਜਾ ਕੇ ਮਿਲ ਕੇ ਆਉਂਦੇ ਆ ਕਿ ਪਹਿਲਾਂ ਤੁਸੀਂ ਉਹਨਾਂ ਦੇ ਕੋਲੋਂ ਬਹੁਤ ਸੇਵਾਵਾਂ ਲੈ ਲਈਆਂ ਸੈਂਟਰ ਸਰਕਾਰ, ਹੁਣ ਸਾਨੂੰ ਵੀ ਇੱਕ ਵਾਰੀ ਮੌਕਾ ਦੇ ਦਿਓ। ਉਹ ਉਸ ਸੰਘਰਸ਼ ਦੇ ਪਾਂਧੀ ਨਹੀਂ ਬਣੇ, ਉਸ ਸੰਘਰਸ਼ ਦੇ ਪਾਂਧੀ ਪ੍ਰੀਤ ਜੀ ਵਿਰਲੇ ਹੀ ਹੁੰਦੇ ਨੇ। ਪਰ ਜੇ ਤੁਸੀਂ ਸਮੁੱਚੇ ਰੂਪ ਦੇ ਵਿੱਚ ਕੌਮ ਨੂੰ ਦੇਖੋ ਤਾਂ ਕੌਮ ਨੇ ਆਪਣਾ ਉਹ ਟੀਚਾ ਅੱਜ ਤੱਕ ਵੀ ਕਦੇ ਵੀ ਨਹੀਂ ਛੱਡਿਆ, ਭਾਵੇਂ ਬਹੁਤ ਕੁਝ ਤੁਸੀਂ ਝੱਲਿਆ। ਭਾਈ ਜਗਤਾਰ ਸਿੰਘ ਤਾਰਾ ਤੁਸੀਂ ਦੇਖੋ,
ਭਾਈ ਹਰਨੇਕ ਸਿੰਘ ਭੱਪ ਦਾ ਤੁਸੀਂ ਚਿਹਰਾ ਵੇਖ ਲਓ, 32 ਵਰੇ ਜ਼ਿੰਦਗੀ ਦੇ ਬਿਲਕੁਲ ਜੇਲ੍ਹ ਦੀ ਕਾਟ ਕੋਠੜੀ ਦੇ ਅੰਦਰ ਬਿਤਾਉਣੇ, ਉਹ ਵੀ ਪੰਜਾਬੋਂ ਬਾਹਰ ਕਿਸੇ ਹੋਰ ਸਟੇਟ ਦੇ ਵਿੱਚ। ਤੁਸੀਂ ਸੋਚ ਕੇ ਦੇਖੋ ਉਸ ਨੌਜਵਾਨ ਦਾ, ਤੁਸੀਂ ਦੇਖੋ ਅੱਜ ਕਿੰਨੀ ਉਮਰ ਹੋ ਗਈ ਆ ਪਿੱਛੇ ਜਿਹਾ ਆਨੰਦ ਕਾਰਜ ਹੋਇਆ, ਤੁਸੀਂ ਸੋਚ ਕੇ ਵੇਖੋ, ਬਾ ਕਮਾਲ ਵਾ। ਸੋ ਉਹ ਜਿਹੜੇ ਬੰਦੇ ਹੁੰਦੇ ਆ ਨਾ, ਮੇਨ ਉਹ ਹੁੰਦੇ ਹੈਗੇ ਆ, ਉਹਨਾਂ ਵੱਲ ਵੇਖਣਾ ਹੁੰਦਾ ਕੌਮ ਨੇ, ਔਰ ਕੌਮ ਉਹਨਾਂ ਤੋਂ ਪ੍ਰਭਾਵਿਤ ਹੁੰਦੀ ਹੈ ਅੱਜ ਵੀ ਆ। ਔਰ ਇਦਾਂ ਦੇ ਹਾਲਾਤਾਂ ਦੇਖੋ ਦੇ ਵਿੱਚ ਇਹ ਤਾਂ ਆਈਡਲ ਨੇ ਸੱਜਣ ਹਾਂਜੀ ਜੀ, ਇਹ ਆਈਡਲ ਨੇ ਸਾਡੀ ਕੌਮ ਦੇ, ਹਾਂਜੀ, ਇਹ ਕੌਮ ਜਿਨ੍ਹਾਂ ਦੇ, ਨੇ ਇਹ ਕੌਮ ਤੁਹਾਡੇ ਵਾਸਤੇ ਆਈਡੀਅਲ ਨੇ, ਜਿਨ੍ਹਾਂ ਨੇ ਕੌਮ ਨੂੰ ਅੱਛਾ, ਇਸ ਤੋਂ ਬਾਅਦ ਜਿਹੜੇ ਇਹ ਲੋਕ ਆ ਨਾ ਜਿਨ੍ਹਾਂ ਦੀ ਤੁਸੀਂ ਗੱਲ ਕਰਕੇ ਹਟੇ ਹੋ, ਇਹਨਾਂ ਨੇ ਉਸ ਬੰਨੇ ਨੂੰ ਨਹੀਂ ਆਉਣਾ, ਇਹਨਾਂ ਨੇ ਤੇ ਹਾਲੇ ਵੀ ਤੁਹਾਡੀ ਕੌਮ ਨੂੰ ਗੁੰਮਰਾਹ ਕਰਨ ਦੇ ਯਤਨ ਕਰਨੇ ਨੇ। ਤੁਸੀਂ ਸੋਚ ਕੇ ਵੇਖੋ, ਜਦੋਂ ਸੋਸ਼ਲ ਮੀਡੀਆ ਨਹੀਂ ਸੀਗਾ 1984 ਤੋਂ ਬਾਅਦ ਵਾਲੇ ਜਿਹੜੇ ਵਰਤਾਰੇ ਸੀਗੇ ਅੱਜ, ਤੇ ਜਦੋਂ ਕਿਤੇ ਵੀ ਕੋਈ ਵੀ ਘਟਨਾ ਵਾਪਰਦੀ ਹੈ ਤੇ ਤੁਸੀਂ ਉਹਦਾ ਪੱਖ, ਤੁਹਾਡੇ ਕੋਲ ਅਦਾਰੇ ਹੈਗੇ ਆ, ਤੁਸੀਂ ਪੱਤਰਕਾਰ ਹੋ, ਮੈਂ ਮਾੜਾ ਮੋਟਾ ਪੱਤਰਕਾਰ ਹੈਗਾ, ਤੁਸੀਂ ਨਾਲ ਬਰਾਬਰ ਪੱਖ ਰੱਖਣ ਦੀ ਕੋਸ਼ਿਸ਼ ਕਰਦੇ ਹੋ, ਹੋਰ ਬਹੁਤ ਸਾਰੇ ਅਦਾਰੇ ਹੈਗੇ ਆ। ਪਰ ਉਦੋਂ ਕੁਝ ਵੀ ਨਹੀਂ ਸੀਗਾ। ਉਦੋਂ ਤੇ ਜੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਕਿਸੇ ਲੀਡਰ ਦੇ ਬਿਆਨ ਦੇ ਜਵਾਬ ਦੇ ਵਜੋਂ ਕੋਈ ਜਵਾਬ ਦਿੱਤਾ ਹੈਗਾ, ਤਾਂ ਤਦ ਵੀ ਉਹ ਪਹਿਲੇ ਲੀਡਰ ਦੀ ਕਹੀ ਹੋਈ ਗੱਲ ਨੂੰ ਛੱਡ ਦਿੰਦੇ ਸੀਗੇ, ਸਿਰਫ ਇਹਨਾਂ ਦੀ ਗੱਲ ਨੂੰ ਫੜ ਲੈਂਦੇ ਸੀਗੇ ਵੀ ਸੰਤ ਭਿੰਡਰਾਂ ਵਾਲੇ ਨੇ ਐਦਾਂ ਕਹਿਤਾ, ਸੰਤ ਭਿੰਡਰਾਂ ਵਾਲੇ ਨੇ ਐਦਾਂ ਕਿਉਂ ਕਹਿਤਾ। ਇਦਾਂ ਦੀ ਗੱਲ ਕੋਈ ਨਹੀਂ ਸੀ ਕਰਿਆ ਕਰਦਾ। ਅੱਜ ਬਿਲਕੁਲ ਜਦੋਂ ਕੋਈ ਵੀ ਗੱਲ ਹੁੰਦੀ ਹੈ, ਅੱਜ ਤੁਸੀਂ, ਅਸੀਂ, ਅੱਜ ਕੌਮ, ਸੋਸ਼ਲ ਮੀਡੀਆ ਆ, ਅੱਜ ਤੁੱਕੀ ਕੱਢ ਦਿੰਦੇ ਤੁਸੀਂ ਫੜ ਕੇ ਪੂਰੀ, ਭਈ ਇਸ ਸਾਡੇ ਬੰਦੇ ਨੇ ਆਹ ਗੱਲ ਕਹੀ ਆ, ਇਸ ਕਰਕੇ ਕਹੀ ਆ, ਸਾਡੇ ਇਸ ਸਿੱਖ ਨੇ ਕ੍ਰਾਈਮ ਕੀਤਾ, ਜੇ ਕੋਈ ਇਹਨਾਂ ਦੀ ਨਜ਼ਰ ਦੇ ਵਿੱਚ ਕ੍ਰਾਈਮ ਹੈ, ਅਸੀਂ ਸਾਬਤ ਕਰਦੇ ਹਾਂ ਕਿ ਸਿੱਖ ਨੇ ਕ੍ਰਾਈਮ ਨਹੀਂ ਕੀਤਾ, ਸਿੱਖ ਨੇ ਸੋਧਾ ਲਾਇਆ ਉਹਨੂੰ, ਸਿੱਖ ਨੇ ਉਹਦਾ ਸੋਧਾ ਸੋਧਿਆ। ਹਾਲਾਤ ਬਦਲ ਗਏ ਅੱਜ। ਉਸ ਵੇਲੇ ਤੁਸੀਂ ਸੋਚ ਕੇ ਵੇਖੋ, ਅੱਜ ਮੀਡੀਆ ਨਹੀਂ ਘੱਟ ਕਰਦਾ। ਅੱਜ ਤੁਸੀਂ ਕੱਲ ਤੋਂ ਪਿਛਲੇ 5-7 ਦਿਨਾਂ ਤੋਂ ਦੇਖ ਲਓ, ਮੈਂ ਕਹਿੰਦਾ ਜੇ ਤੁਸੀਂ ਸਿੱਖ ਮੀਡੀਆ ਨੂੰ ਛੱਡ ਦਿਓ, ਕੱਲਾ ਉਹੀ ਮੀਡੀਆ ਸੁਣੋ, ਇੱਕ ਪੱਤਰਕਾਰ ਜਿਹਨੂੰ ਲੱਗਦਾ ਕਿ ਮੈਂ ਪੰਥਕ ਪੱਤਰਕਾਰ ਆ, ਮੈਨੂੰ ਲੱਗਦਾ ਕਿ ਜੇ ਇੱਕ ਹਫ਼ਤਾ ਕਮਰੇ 'ਚ ਬੰਦ ਹੋ ਕੇ ਨਾ ਉਹਨਾਂ ਨੂੰ ਸੁਣੀ ਜਾਵੇ, ਉਹਨੂੰ ਵੀ ਸਦਾ ਹੋ ਜਾਵੇ, ਉਹਨੂੰ ਵੀ ਐਂ ਲੱਗਣ ਲੱਗ ਪਵੇ ਕਿ ਯਾਰ ਮੈਂ ਖਰੇ ਗਲਤ ਰਾਹੀਂ ਤੁਰਿਆ ਜਾਣ ਡਿਆ ਸੀਗਾ। ਮਤਲਬ ਉਹ ਇੰਨੇ ਵਧੀਆ ਤਰੀਕੇ ਨਾਲ ਕੰਮ ਕਰਦੇ ਆ। ਸੋ ਇਹ ਜਿਹੜੇ ਮੌਕੇ ਹੁੰਦੇ ਆ ਪ੍ਰੀਤ ਜੀ, ਇਹ ਮੌਕੇ ਹੁੰਦੇ ਆ, ਜਿੱਦਾਂ ਦੇ ਮੌਕੇ ਹੁਣ ਬਣੇ ਆ, ਇਹਨਾਂ ਦੀ ਹਾਲਾਤ ਪਤਾ ਕਿੱਦਾਂ ਦੇ ਨੇ, ਇਹਨਾਂ ਦੇ ਜਿਹੜੇ ਲੀਹੋਂ ਲੱਥ ਚੁੱਕੇ ਆ, ਇਹਨਾਂ ਦੇ ਹਾਲਾਤ ਇਦਾਂ ਦੇ ਆ ਵੀ ਮੈਨੂੰ ਕਿਸੇ ਨੇ ਕੁੱਟਿਆ ਜਾਂ ਮੇਰੇ ਭਰਾ ਨੂੰ ਕਿਸੇ ਨੇ ਕੁੱਟਿਆ, ਮੈਂ ਮਾੜਾ ਮੋਟਾ ਰੌਲਾ ਪਾਇਆ ਪਰ ਮੇਰੀ ਕਿਸੇ ਨੇ ਸਾਰ ਨਹੀਂ ਲਈ। ਅੱਜ ਫਿਰ ਇੱਕ ਵਾਰ ਮੇਰੇ ਭਰਾ ਨੂੰ ਕੁੱਟਿਆ, ਅੱਜ ਗੁਆਂਢੀਆਂ ਨੇ ਸਾਰ ਲਈ, ਵਧੀਆ ਤਰੀਕੇ ਦੇ ਨਾਲ ਸਾਰ ਲਈ। ਗੁਆਂਢੀ ਵੀ ਕੌਣ ਭਲਾ, ਜਿਹਦਾ ਠੋਕ ਚੱਲਦਾ, ਉਸ ਵੇਲੇ ਤਾਂ ਭਰਾ ਨਾਲ ਖੜਾ ਹੋ ਜਾਵੇ ਕਿ ਮੇਰੇ ਭਰਾ ਨੂੰ ਕੁੱਟਿਆ ਸੀਗਾ। ਜੇ ਉਸ ਵੇਲੇ ਵੀ ਨਹੀਂ ਖੜੇ ਹੁੰਦੇ ਤਾਂ ਫਿਰ ਮੈਨੂੰ ਲੱਗਦਾ ਕਿ ਸਾਨੂੰ ਇਹਨਾਂ ਬਾਰੇ ਗੱਲ ਵੀ ਨਹੀਂ ਕਰਨੀ ਚਾਹੀਦੀ। ਇਹ ਦੁਖੀ ਮਨ 'ਚੋਂ ਮੈਂ ਗੱਲ ਕਰ ਰਿਹਾ। ਇਹ ਉਹ ਲੋਕ ਵਾ, ਹੁਣ ਤੇ ਸਗੋਂ ਮੌਕਾ ਸੀਗਾ ਇਹਨਾਂ ਨੂੰ ਇਹ ਕਹਿਣਾ ਚਾਹੀਦਾ ਸੀਗਾ ਕਿ ਟਰੂਡੋ ਸਾਹਿਬ, ਜੇ ਤੁਹਾਡੇ ਮੁਲਕ ਦੇ ਵਿੱਚ, ਤੁਹਾਡੇ ਵਰਗੇ ਮੁਲਕ ਦੇ ਵਿੱਚ ਆਹ ਸਾਰਾ ਕੁਝ ਵਾਪਰ ਸਕਦਾ, ਤੇ ਸਾਡੇ ਮੁਲਕ ਦੇ ਵਿੱਚ ਤਾਂ ਇੱਥੇ ਅਣਗਿਣਤ, ਇੱਥੇ 25,000 ਲਵਾਰਿਸ ਲਾਸ਼ਾਂ ਦਾ ਮਾਮਲਾ ਸਾਹਮਣੇ ਲੈ ਕੇ ਆਉਣ ਵਾਲੇ ਨੂੰ 25,001ਵੀਂ ਲਾਸ਼ ਬਣਾਤਾ ਗਿਆ। ਇੱਥੇ ਲਾਸ਼ਾਂ ਵੀ ਨਹੀਂ ਦਿੱਤੀਆਂ। ਮੈਂ ਉਹ ਪਰਿਵਾਰ ਦੇ ਕੋਲ ਗਿਆ, ਮੈਂ ਮਾਂ ਨੂੰ ਪੁੱਛਿਆ, ਮੈਂ ਕਿਹਾ ਮਾਤਾ ਜੀ ਤੁਹਾਨੂੰ ਯਕੀਨ ਆ ਕਿ ਤੁਹਾਡਾ ਪੁੱਤ ਪੁਲਿਸ ਨੇ ਫੇਕ ਐਨਕਾਊਂਟਰ 'ਚ ਮਾਰ ਦਿੱਤਾ ਸੀਗਾ? ਤੁਹਾਨੂੰ ਤੇ ਪਤਾ ਵੀ ਨਹੀਂ, ਵੇਖਿਆ ਵੀ ਨਾ ਤੁਸੀਂ। ਮਾਂ ਕੁਛ ਵੀ ਨਹੀਂ ਬੋਲੀ। ਤੇ ਮੈਂ ਗੱਲ ਕਰਦਾ ਸੀ ਉੱਥੇ ਉਹਨਾਂ ਦੇ ਘਰੇ ਬੈਠ ਕੇ ਕਿ ਰਾਤ ਨੂੰ 2:30 ਵਜੇ, 1:30 ਵਜੇ, 2 ਵਜੇ ਕਿਤੇ ਘਰ ਦਾ ਗੇਟ ਖੜਕਦਾ ਹੋਵੇ, ਕਿਤੇ ਮਾਂ ਸੁੱਤੀ ਹੋਵੇ, ਸੁੱਤ ਨੀਂਦੀ ਕਿਤੇ ਜਾਗੇ, ਐਉਂ ਲੱਗੇ ਕਿ ਸ਼ਾਇਦ ਮੇਰਾ ਪੁੱਤ ਆ ਗਿਆ। ਐਦਾਂ ਦੇ ਹਾਲਾਤਾਂ ਦੇ ਵਿੱਚ ਲੰਘ ਰਹੇ ਪੰਜਾਬ। ਇੱਥੇ ਹੀ ਬੈਠ ਕੇ ਇਹਨਾਂ ਦਾ ਹਿਰਦਾ ਨਹੀਂ ਬਲੂੰਦਰਿਆ ਜਾਂਦਾ, ਇਹਨਾਂ ਦੀ ਜ਼ਮੀਰ ਨਹੀਂ ਜਾਗਦੀ ਕਿ ਅਸੀਂ ਉਹਨਾਂ ਨੂੰ ਆਖੀਏ ਕਿ ਤੁਸੀਂ ਇੰਨੇ ਵੱਡੇ ਮੁਲਕ ਦੇ ਪ੍ਰਾਈਮ ਮਿਨਿਸਟਰ, ਸਾਡੇ ਹੱਕ ਦੇ ਵਿੱਚ, ਸਾਡੇ ਨਾਲਦਿਆਂ ਦੇ ਹੱਕ ਵਿੱਚ ਤੁਸੀਂ ਬੋਲੇ ਹੋ, ਭਾਈ ਸਾਡਾ ਹੋਰ ਜ਼ਿਆਦਾ ਸਾਥ ਦਿਓ, ਸਾਡੇ ਨਾਲ ਬਹੁਤ ਕੁਝ ਇੱਥੇ ਵਾਪਰਿਆ, ਸਾਡੇ ਵਰਗੇ ਨਾ ਚੀਜ਼ੇ ਬੰਦੇ ਇਦਾਂ ਦੀਆਂ ਗੱਲਾਂ ਕਰ ਰਹੇ ਨੇ, ਪਰ ਇਹ ਨਹੀਂ ਕਰ ਰਹੇ ਹੈਗੇ। ਕੌਮ ਨੂੰ ਇਹਨਾਂ ਨੂੰ ਖੜਾ ਕਰਨਾ ਚਾਹੀਦਾ। ਕੱਲਾ ਸਿੱਖ ਇਹਨਾਂ ਨੂੰ ਸਵਾਲ ਕਰੇ। ਬਿਲਕੁਲ ਕੱਲਾ ਸਿੱਖ ਸਵਾਲ ਕਰੇ। ਤੇ ਮੈਨੂੰ ਉਮੀਦ ਹੈ ਸੱਜਣ ਵੀਰ ਕਿ ਕੌਮ ਹੁਣ ਸਵਾਲ ਪੁੱਛਣ ਤੇ ਉੱਤੇ ਉਤਾਰੂ ਹੋ ਗਈ ਹੈ ਜੀ। ਹਲੂਣਾ ਇੱਕ ਆਣਾ ਸੀਗਾ, ਕਹਿੰਦੇ ਵੀ ਦੇਖੋ ਉਸ ਪਰਮਾਤਮਾ ਦੀ ਜਦੋਂ ਕਲਾ ਵਰਤਣੀ ਹੈ ਨਾ, ਉਹਦਾ ਕਿਸੇ ਦਾ ਵਸ ਨਹੀਂ ਚੱਲਣਾ। ਵਾਕਈ ਆਪੇ ਜਿਹਨਾਂ ਨੂੰ ਇਹ ਪਹਿਲਾਂ ਦਿੱਲੀ ਮੋਰਚਾ ਲੱਗਿਆ ਸੀ, ਜਿਹਨਾਂ ਨੂੰ ਇਹ ਨਸ਼ੇੜੀ ਸਮਝਦੇ ਸੀ ਕਿ ਅਸੀਂ ਮਾਰ ਦਿੱਤੇ ਆ, ਉਹ ਪਹੁੰਚੇ ਨਾ ਲਲਕਾਰੇ ਮਾਰਦੇ ਹੋਏ। ਤੇ ਗੱਲ ਇੱਥੇ ਵੀ ਉਹੀ ਹੈ। ਅਸੀਂ ਜੈਨੋਸਾਈਡ ਦੀ ਗੱਲ ਕਰਦੇ ਹਾਂ, ਨਸਲਕੁਸ਼ੀ ਦੀ ਗੱਲ ਕਰਦੇ ਹਾਂ, 84 ਦੀ ਗੱਲ ਕਰਦੇ ਹਾਂ। 25,000 ਲਵਾਰਸ ਲਾਸ਼ਾਂ ਦਾ ਵਾਰਸ ਜੱਜ ਦੇ ਨੇ ਲਾਸ਼ ਬਣਾ ਕੇ ਟੋਟੇ ਕਰਕੇ ਰੋੜ ਦਿੱਤਾ। ਤੇ ਉਸ ਤੋਂ ਬਾਅਦ ਜਿਹੜੀ ਜੈਨੋਸਾਈਡ ਹੋਈ ਆ ਅੱਜ ਤੱਕ ਜਿਹੜੀ ਹੋ ਰਹੀ ਹੈ ਚਿੱਟੇ ਦੇ ਨਾਲ,
ਪਤਾ ਨਹੀਂ ਉਦੋਂ ਤਾਂ 25000 ਦਾ ਆંકੜਾ ਸੀਗਾ, ਔਰ ਤਾਂ ਸਾਲ ਦੇ ਵਿੱਚ ਆંકੜਾ ਉੱਥੇ ਲੱਗ ਰਿਹਾ ਆ। ਹੂੰ। ਉਹਦਾ ਤਾਂ ਹੁਣ ਹਿਸਾਬ ਕਿਤਾਬ ਹੀ ਨਹੀਂ ਹੈਗਾ। ਬਿਲਕੁਲ ਉੱਥੇ ਤਾਂ ਮਤਲਬ 274 ਦੀ ਕਾਰਵਾਈ ਕਰਕੇ ਖਤਮ ਕਰ ਦਿੰਦੇ ਨੇ ਇਹ। ਬਿਲਕੁਲ। ਉਹਦਾ ਕੋਈ ਹਿਸਾਬ ਕਿਤਾਬ ਨਹੀਂ ਹੈਗਾ। ਪਰ ਨਸਲਕੁਸ਼ੀ ਦੇਖੋ, ਪਹਿਲਾਂ ਤਰੀਕਾ ਹੋਰ ਸੀ, ਹੂੰ। ਹੁਣ ਤਰੀਕਾ ਹੋਰ ਹੈ। ਹੋ ਹੱਲੇ ਵੀ ਰਹੀ ਹੈ, ਬਿਲਕੁਲ। ਪਰ ਇਹਨਾਂ ਨੇ ਸਿਰਫ ਇਹ ਸੋਚਿਆ ਸੀ ਕਿ ਪੰਜਾਬ ਹੈ, ਕਿ ਸਿੱਖ ਨੌਜਵਾਨੀ ਦੀ ਨਸਲਕੁਸ਼ੀ ਅਸੀਂ ਕਰ ਰਹੇ ਹਾਂ, ਪਰ ਉਸ ਚਿੱਟੇ ਨੇ ਲਪੇਟੇ ਦੇ ਵਿੱਚ ਸਿੱਖਾਂ ਦੇ ਬੱਚੇ ਜਿੱਥੇ ਲਿੱਤੇ, ਉੱਥੇ ਹਿੰਦੂ ਵੀਰ ਭਰਾਵਾਂ ਦੇ ਵੀ ਲਿੱਤੇ ਆ, ਮੁਸਲਮਾਨ ਵੀਰਾਂ ਦੇ ਵੀ ਲਿੱਤੇ ਆ, ਹੋਰ ਧਰਮਾਂ ਦੇ ਵੀ ਲਿੱਤੇ ਆ, ਹੋਰ ਤਾਂ ਹੋਰ ਮੰਤਰੀਆਂ ਸੰਤਰੀਆਂ ਤੱਕ ਦੇ ਬੱਚੇ ਨਹੀਂ ਛੱਡੇ ਉਸ ਚਿੱਟੇ ਨੇ। ਤੇ ਇਹ ਹੋਣਾ ਹੀ ਸੀ, ਕਿਉਂਕਿ ਜਿਹੜੇ ਤੁਸੀਂ ਚੰਗੇ ਭੋਲੇ ਕੜੇ ਹੋਏ ਦੁੱਧ ਵਰਗੇ ਪੰਜਾਬ ਨੂੰ ਚਿੱਟੇ ਦਾ ਜਾਗ ਲਾਉਣ ਦੀ ਕੋਸ਼ਿਸ਼ ਕਰੋਗੇ, ਤਾਂ ਫਿਰ ਉਹ ਇੱਕ ਖੂੰਜੇ ਤੇ ਨਹੀਂ ਲੱਗਣਾ, ਉਹ ਤਾਂ ਸਾਰੇ ਪਾਸੇ ਰਹੂਗਾ। ਤੇ ਹੁਣ ਰਿੜਕਣਾ ਪੈਣਾ ਆ, ਰਿੜਕ ਕੇ ਗੰਦ ਕੱਢਣਾ ਹੀ ਪੈਣਾ ਆ। ਤੇ ਉਸੇ ਮੁਹਿੰਮ ਦੇ ਵਿੱਚ ਲੱਗੀਆਂ, ਕਿਉਂਕਿ ਭਾਈ ਬਲਵੀਰ ਸਿੰਘ ਜੀ ਭੂਤਨਾ ਵਰਗੇ ਵੀ ਹੈਗੇ ਨੇ, ਜਿਨ੍ਹਾਂ ਨੇ ਸੰਘਰਸ਼ ਲੜੇ, ਜਿਨ੍ਹਾਂ ਨੂੰ ਮੈਂ ਪਰਸਨਲੀ ਜਦੋਂ ਮਿਲਿਆ ਸੀ ਤੇ ਉਹਨਾਂ ਦੀ ਦਾਸਤਾਨ ਸੁਣ ਕੇ ਮੇਰੀਆਂ ਅੱਖਾਂ ਭਰ ਆਈਆਂ ਸੀ। ਪਰ ਉਹ ਜਿਹਨੇ ਕੌਮ ਲਈ ਇੰਨਾ ਕੁਝ ਕੀਤਾ, ਵੱਟਾਂ ਤੋਂ ਘਾਹ ਵੱਢ ਵੱਢ ਕੇ ਆਪਣਾ ਘਰ ਚਲਾ ਰਿਹਾ ਸੀ, ਕਿੰਨੀ ਕੌਮ ਨੇ ਸਾਰ ਲਈ। ਪਰ ਜਿਹੜੇ ਵਿਦੇਸ਼ਾਂ 'ਚ ਬੈਠੇ ਨੇ, ਉਹਨਾਂ ਨੇ ਇੱਥੇ ਜਿਹੜੀਆਂ ਜਥੇਬੰਦੀਆਂ ਬਣੀਆਂ ਹੋਈਆਂ ਨੇ, ਮਤਲਬ ਸਿੰਘ ਸ਼ਹੀਦਾਂ ਨੂੰ ਸਪੋਰਟ ਕਰਨ ਵਾਸਤੇ ਜਾਂ ਸਿੰਘਾਂ ਦੇ ਪਰਿਵਾਰਾਂ ਨੂੰ ਸਪੋਰਟ ਕਰਨ ਵਾਸਤੇ, ਉਹਨਾਂ ਵਿੱਚੋਂ ਕਿਸੇ ਨੇ ਕੁਝ ਦਿੱਤਾ? ਉਹਨਾਂ ਨੇ ਮਤਲਬ ਕੋਈ ਮੀਡੀਆ ਵਾਲਾ ਪਹੁੰਚਿਆ ਸੀ, ਉਹ ਕਹਿੰਦੇ ਮੇਰੀ ਵਾਈਫ ਨੂੰ ਦਰਵਾਜ਼ੇ ਤੇ ਖੜਾ ਕਰਕੇ ਟੁੱਟਾ ਜਿਹਾ ਘਰ ਦਿਖਾ ਕੇ ਫੋਟੋ ਖਿੱਚੀ ਕਿਤੇ ਪਾਈ ਸੀ, ਤੇ ਉਹ ਵੀ ਬਲਵੀਰ ਸਿੰਘ ਜੀ ਭੂਤਨਾ ਹੁਣਾਂ ਨੇ ਕਹਿ ਕੇ ਡਿਲੀਟ ਕਰਵਾਤੀ ਸੀ ਸੋਸ਼ਲ ਮੀਡੀਆ ਤੋਂ। ਮੈਂ ਕੌਮ ਤੋਂ ਆਪਣੀ ਤੋਂ ਭੀਖ ਨਹੀਂ ਮੰਗਣੀ, ਨਾ ਮੈਂ ਕਹਾਂ, ਜੋ ਰੱਬ ਨੇ ਦਿੱਤਾ ਹੱਥ ਪੈਰ ਚੱਲਦੇ ਆ, ਮੈਂ ਕਿਰਤ ਕਰਾਂਗਾ ਤੇ ਆਪਣਾ ਘਰ ਚਲਾਉਂਗਾ। ਫਿਰ ਉੱਥੇ ਸਲਾਮ ਕਰਨ ਨੂੰ ਦਿਲ ਕਰਦਾ ਆ ਦਿਲੋਂ, ਵੀ ਸਾਡੇ ਯੋਧੇ ਇਹ ਨੇ, ਸਾਡੇ ਆਈਡੀਅਲ ਇਹ ਨੇ। ਤੇ ਜਿਹਨਾਂ ਨੇ ਕੱਖ ਕੀਤਾ ਨਹੀਂ, ਕਦੀ ਚੀਚੀ ਨੂੰ ਖੂਨ ਨਹੀਂ ਲਵਾਇਆ ਹੁੰਦਾ, ਉਹ ਆਪਣੇ ਆਪ ਨੂੰ ਵੱਡੇ ਯੋਧੇ ਦੱਸਦੇ ਨੇ, ਤੇ ਨਾਲ ਦੀ ਨਾਲ ਖਾਤੇ ਨੰਬਰ ਭੇਜਦੇ ਨੇ ਵੀ ਦਓ ਜੀ, ਅੱਜ ਆਹ ਹੋ ਗਿਆ ਤੇ ਅੱਜ ਆਹ ਹੋ ਗਿਆ, ਸਾਡੀ ਚੂਲ ਇੱਥੋਂ ਟੇਢੀ ਹੋ ਗਈ, ਅੱਜ ਉੱਥੋਂ ਟੇਢੀ ਹੋ ਗਈ। ਫਿਰ ਉਹਨਾਂ ਨੂੰ ਅਸੀਂ ਕੀ ਮੰਨ ਲਈਏ? ਪ੍ਰੀਤ ਜੀ ਗੱਲ ਹੁਣ ਤਾਂ ਮੈਨੂੰ ਜੋ ਲੱਗਦਾ ਆ, ਪ੍ਰੀਤ ਜੀ ਗੱਲ ਏਦਾਂ ਹੁੰਦੀ ਆ, ਜਦੋਂ ਨਾ ਏਦਾਂ ਦੇ ਹਾਲਾਤ ਬਣੇ ਹੋਣ, ਜਦੋਂ ਤੁਹਾਡੇ ਕੋਲ ਤੁਹਾਡਾ ਕੋਈ ਸਿਸਟਮ ਨਾ ਵਧੀਆ ਹੋਵੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਪਾਂ ਗੱਲ ਕਰ ਹਟੇ ਆ ਪਹਿਲਾਂ, ਤੁਹਾਡੀ ਚੁਣੀ ਹੋਈ ਨੁਮਾਇੰਦਾ ਜਮਾਤ ਤੋਂ ਲੈ ਕੇ ਹੋਰ, ਜਦੋਂ ਤੁਹਾਡਾ ਆਪਣਾ ਕੁਝ ਵਜਮਾ ਸਿਸਟਮ ਨਾ ਹੋਵੇ, ਉਹਦੇ ਬਾਵਜੂਦ ਵੀ ਜਿੰਨਾ ਕੁ ਵੀ ਹੋ ਰਿਹਾ ਹੋਵੇ ਕੁਝ ਚੰਗਾ, ਮੈਨੂੰ ਲੱਗਦਾ ਕਿ ਉਹੀ ਬਹੁਤ ਹੁੰਦਾ ਹੈਗਾ ਆ। ਨੁਕਤਾਚੀਨੀਆਂ ਜਾਂ ਬਹੁਤ ਕੁਝ ਹੈਗਾ, ਕਮੀਆਂ ਹੈਗੀਆਂ ਨੇ, ਪਰ ਮੈਨੂੰ ਲੱਗਦਾ ਕਿ ਤੁਹਾਡੇ ਕੋਲ ਸਿਸਟਮ ਨਹੀਂ ਹੈਗਾ। ਤੁਹਾਡੇ ਆਲੇ ਦੁਆਲੇ ਕਿੰਨਾ ਜ਼ਿਆਦਾ ਜ਼ਬਰਦਸਤ ਜਾਲ ਵਿਛਿਆ ਹੋਇਆ, ਉਹਦੇ ਬਾਵਜੂਦ ਵੀ ਫਿਰ ਵੀ ਸਾਰ ਲਈ ਜਾ ਰਹੀ ਆ। ਕਮੀਆਂ ਹੈਗੀਆਂ ਨੇ, ਆਪਾਂ ਜਾਇਦਾ ਪਰਿਵਾਰਾਂ ਦੇ ਵਿੱਚ ਬਹੁਤ ਕਮੀਆਂ ਹੈਗੀਆਂ ਨੇ, ਪਰ ਬਾਵਜੂਦ ਇਹਦੇ ਮੈਨੂੰ ਲੱਗਦਾ ਕਿ ਜਿੰਨਾ ਕੁ ਵੀ ਹੋ ਰਿਹਾ ਹੈਗਾ, ਜਿੱਦਾਂ ਦੇ ਹਾਲਾਤਾਂ ਵਿੱਚ ਤੁਹਾਡੀ ਕੌਮ ਹੈਗੀ ਆ ਪੰਜਾਬ ਦੇ ਵਿੱਚ, ਇੱਦਾਂ ਦੇ ਹਾਲਾਤਾਂ ਵਿੱਚ ਹੁੰਦਿਆਂ ਹੋਇਆ ਜਿੰਨਾ ਕੁ ਵੀ ਹੋ ਰਿਹਾ ਉਹਨਾਂ ਕੁ ਵੀ ਕਾਫੀ ਹੈ। ਪਰ ਮੈਨੂੰ ਲੱਗਦਾ ਕਿ ਜਿਹੜੀ ਆਪਾਂ ਗੱਲ ਕਰ ਰਹੇ ਨਾ ਪ੍ਰੀਤ ਜੀ, ਜਿਹੜੀ ਆ ਕੈਨੇਡਾ ਦੇ ਵਿੱਚ ਟਰੂਡੋ ਹੋਰਾਂ ਦੇ ਬਿਆਨ ਤੋਂ ਬਾਅਦ ਜਿਹੜੇ ਹਾਲਾਤ ਬਣੇ ਨੇ, ਇਹ ਹਾਲਾਤ ਇੱਦਾਂ ਦੇ ਬਣੇ ਹੋਏ ਆ। ਇਹ ਹਾਲਾਤ ਕੋਈ ਪਹਿਲੀ ਵਾਰ ਨਹੀਂ ਬਣੇ ਹੈਗੇ, ਕਈ ਵਾਰਾਂ ਇੱਦਾਂ ਦੇ ਹਾਲਾਤ ਬਣੇ ਨੇ। ਮੈਨੂੰ ਯਾਦ ਆ ਕਿ 84 ਤੋਂ ਬਾਅਦ ਆਪਾਂ ਤਾਂ ਚਲੋ ਬਹੁਤਾ ਨਹੀਂ ਸੀ ਉਸ ਵੇਲੇ ਇਨਵੋਲਵ, ਕਈ ਵਾਰਾਂ ਬਹੁਤ ਸਾਰੇ ਸੱਜਣ ਅਲੱਗ ਕਿਸਮ ਦੀਆਂ ਗੱਲਾਂ ਕਰਦਿਆਂ ਹੋਇਆ ਇਹ ਗੱਲ ਕਹਿੰਦੇ ਹੁੰਦੇ ਆ, 18ਵੀਂ ਪੁਰਾਣੀਆਂ ਗੱਲਾਂ ਵੀ ਕਰਦੇ ਹੁੰਦੇ ਆ। ਇੱਕ ਮੌਕਾ ਇੱਦਾਂ ਦਾ ਆ ਗਿਆ ਸੀਗਾ, ਸਿੱਖਾਂ ਨੇ ਉਹ ਮੌਕਾ ਖੁੰਝਾ ਦਿੱਤਾ, ਜਾਂ ਸਿੱਖ ਆਗੂਆਂ ਨੇ ਉਹ ਮੌਕਾ ਖੁੰਝਾ ਦਿੱਤਾ, ਫਿਰ ਕਈ ਦਹਾਕਿਆਂ ਤੱਕ ਸਾਨੂੰ ਉਹਦਾ ਖਮਿਆਜਾ ਭੁਗਤਣਾ ਪਿਆ। ਇਦਾਂ ਹੀ ਹੁਣ ਵੀ ਜਿੱਦਾਂ ਦੇ ਹਾਲਾਤ ਬਣੇ ਹੋਏ ਨੇ ਵਰਲਡ ਵਾਈਡ, ਇਹ ਇੱਕ ਬਹੁਤ ਵਧੀਆ ਮੌਕਾ ਆ ਸਿੱਖ ਕੌਮ ਨੂੰ, ਖਾਸ ਕਰਕੇ ਸਿੱਖ ਆਗੂਆਂ ਨੂੰ। ਉਸ ਮੌਕੇ ਨੂੰ ਚੰਗੀ ਤਰ੍ਹਾਂ ਸਾਂਭਣ ਦੀ ਜ਼ਰੂਰਤ ਹੈ। ਇਹ ਮੌਕਾ ਤੁਹਾਡੇ ਖਾਤੇ ਦੇ ਵਿੱਚ ਭੁਗ ਸਕਦਾ ਆ। ਜਿਸ ਮਕਸਦ ਦੀ ਖਾਤਰ ਤੁਸੀਂ ਸੰਘਰਸ਼ ਕੀਤਾ, ਤੁਹਾਡੇ ਪੁਰਖਿਆਂ ਸੰਘਰਸ਼ ਕੀਤਾ, ਜਿਹਨਾਂ ਦੇ ਤੁਸੀਂ ਨਾਮ ਲਏ ਹੋ, ਤੁਹਾਡੇ ਉਹ ਮਕਸਦ ਦੀ ਪੂਰਤੀ ਇਹਦੇ ਵਿੱਚੋਂ ਨਿਕਲ ਸਕਦੀ ਹੈ। ਇਹ ਇਸ ਕਿਸਮ ਦਾ ਕੁਝ ਮੌਕਾ ਆ, ਪਰ ਉਹਦੇ ਵਿੱਚ ਤੁਹਾਨੂੰ ਥੋੜਾ ਜਿਹਾ ਅਵੇਅਰ ਵੀ ਰਹਿਣਾ ਪਊਗਾ, ਖਾਸ ਕਰਕੇ ਪੰਜਾਬ ਦੀ ਧਰਤੀ ਦੇ ਵਸਿੰਦਿਆਂ ਨੂੰ ਤੇ ਵਿਦੇਸ਼ਾਂ ਦੀ ਧਰਤੀ ਦੇ ਵਸਿੰਦਿਆਂ ਨੂੰ ਵੀ, ਖਾਸ ਕਰਕੇ ਪੰਜਾਬ। ਦੇਖੋ, ਕਿਉਂਕਿ ਪੰਜਾਬ ਉਹਨਾਂ ਦੇ ਕਬਜ਼ੇ ਵਿੱਚ ਹੈ, ਜਿਨ੍ਹਾਂ ਬਾਰੇ ਸਾਰੀਆਂ ਖਾਲਿਸਤਾਨੀ ਧਿਰਾਂ ਕਹਿੰਦੀਆਂ ਨੇ ਕਿ ਸਾਡੀ ਧਰਤੀ ਹੈ, ਭਾਰਤ ਨੇ ਇੱਥੇ ਕਬਜ਼ਾ ਕੀਤਾ ਹੋਇਆ। ਆਪਣੇ ਕਬਜ਼ੇ ਵਾਲੀ ਧਰਤੀ ਦੇ ਉੱਪਰ ਜੇ ਕੋਈ ਬਗਾਵਤ ਉੱਠਦੀ ਹੈ ਜਾਂ ਬਾਗੀ ਸੁਰਾਂ ਉੱਠਦੀਆਂ ਨੇ, ਤਾਂ ਉਹਨਾਂ ਨੂੰ ਅੱਡ-ਅੱਡ ਤਰੀਕਿਆਂ ਨਾਲ ਦਬਾਉਣ ਦੇ ਯਤਨ ਤਾਂ ਕੀਤੇ ਜਾਂਦੇ ਹੀ ਨੇ ਨਾ। ਤਾਂ ਹੁਣ ਜਿੱਦਾਂ ਦੇ ਹਾਲਾਤ ਬਣੇ ਹੋਏ ਆ, ਹੁਣ ਵੀ ਤੁਹਾਨੂੰ ਸੰਭਲਣਾ ਪਊਗਾ। ਖਾਸ ਕਰਕੇ ਪੰਜਾਬ ਦੇ ਵਿੱਚ ਵਸਦੇ ਲੋਕਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਪਊਗਾ ਕਿ ਤੁਸੀਂ ਉਹਨਾਂ ਨੂੰ ਕੋਈ ਇੱਦਾਂ ਦਾ ਮੌਕਾ ਨਾ ਦੇ ਦਿਓ ਕਿ ਉਹ ਤੁਹਾਡੇ ਖਿਲਾਫ ਕਾਰਵਾਈ ਕਰ ਸਕਣ। ਦੂਜੀ ਲਾਈਨ ਹੋਰ ਬੋਲ ਦਿੰਦਾ, ਕੋਈ ਮੇਰੀ ਗੱਲ ਨੂੰ ਇਸ ਤਰੀਕੇ ਨਾਲ ਨਾ ਲਵੇ। ਇੱਥੇ ਇਹ ਵੀ ਗੱਲ ਹੈਗੀ ਆ, ਜੇ ਅਗਲਿਆਂ ਨੇ ਕੋਈ ਮੌਕਾ ਬਣਾਉਣਾ ਹੀ ਆ, ਉਹਨਾਂ ਨੇ ਬਣਾ ਹੀ ਲੈਣਾ, ਇਹ ਵੀ ਗੱਲ ਹੈ। ਪਰ
ਤੁਹਾਡੇ ਵੱਲੋਂ ਕੋਸ਼ਿਸ਼ ਪੂਰੀ ਹੋਣੀ ਚਾਹੀਦੀ ਹੈ ਕਿ ਤੁਸੀਂ ਅਗਲੇ ਨੂੰ ਆਪਣੇ ਖਿਲਾਫ ਕਾਰਵਾਈ ਕਰਨ ਦਾ ਕੋਈ ਮੌਕਾ ਨਾ ਦਿਓ, ਤਾਂ ਤੁਸੀਂ ਲੰਬਾ ਸਮਾਂ ਚੱਲ ਸਕਦੇ ਹੋ, ਲੰਬਾ ਸਮਾਂ ਤੁਸੀਂ ਸੰਘਰਸ਼ ਕਰ ਸਕਦੇ ਹੋ, ਫਿਰ ਉਸ ਸੰਘਰਸ਼ ਦੇ ਵਿੱਚੋਂ ਕੁਛ ਬਿਲਕੁਲ ਨਾ ਕੁਛ ਤੁਹਾਨੂੰ ਜ਼ਰੂਰ ਪ੍ਰਾਪਤ ਹੋਊਗਾ। ਬਿਲਕੁਲ ਬਿਲਕੁਲ ਇਹੀ ਬੇਨਤੀ ਮੈਂ ਵੀ ਕਰਦਾ ਵੀ ਜਿੰਨੀਆਂ ਵੀ ਜਥੇਬੰਦੀਆਂ ਨੇ, ਸਾਡੇ ਆਗੂ ਨੇ ਜਿਹੜੇ ਪੰਥਕ ਸੋਚ ਲੈ ਕੇ ਅੱਗੇ ਲੱਗੇ ਹੋਏ ਨੇ, ਜਿਹੜੇ ਜਾਗਦੀਆਂ ਜ਼ਮੀਰਾਂ ਵਾਲੇ ਨੇ, ਜਿਨ੍ਹਾਂ ਨੇ ਸੋਚਿਆ ਹੋਇਆ ਹੈ ਵੀ ਜੈ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੁਰੀ ਆਓ, ਜੋ ਇਹਨਾਂ ਬਚਨਾਂ ਤੇ ਕਲਗੀਧਰ ਦੇ ਤੇ ਪਹਿਰਾ ਦਿੰਦੇ ਨੇ, ਉਹਨਾਂ ਨੂੰ ਮੈਂ ਬੇਨਤੀ ਕਰਦਾ ਹਾਂ ਵੀ ਕਿਰਪਾ ਕਰਕੇ ਤੁਸੀਂ ਵੀ ਇੱਕ ਮੰਚ ਉੱਤੇ ਇਕੱਠੇ ਹੋਵੋ। ਮੈਂ ਵੀ ਹੋਕਾ ਦਿੱਤਾ ਆ ਕਿ ਐਸਜੀਪੀਸੀ ਦੇ ਖਿਲਾਫ ਜਿਹਨਾਂ ਨੇ ਚੋਣਾਂ ਲੜਨੀਆਂ ਨੇ ਉਹ ਇੱਕ ਮੰਚ ਤੇ ਇਕੱਠੇ ਹੋਣ, ਆਪਣੇ ਡੰਡੇ ਆਪਣੇ ਝੰਡੇ ਅਲੱਗ-ਅਲੱਗ ਕਰਨ। ਤੇ ਅਸੀਂ ਇਹ ਨਹੀਂ ਹੈ ਕਿ ਸਭ ਮੇਰੀ ਪਾਰਟੀ ਅਲੱਗ ਹੈ ਤੇ ਮੈਂ ਆਪਣੇ ਨੁਮਾਇੰਦੇ ਇੰਨੇ ਮੈਂ ਉਤਾਰ ਦੂੰਗਾ ਤੇ ਇੰਨੇ ਤੂੰ ਉਤਾਰਨੀ ਤੇ ਅਸੀਂ ਉਦਾਂ ਸੀਟਾਂ ਵੰਡ ਲਈਏ ਨਾ। ਇੱਕੋ ਹੀ ਡੰਡਾ ਇੱਕੋ ਹੀ ਝੰਡਾ ਹੋਗਾ। ਜਿਹੜੇ ਜਾਗਦੇ ਜ਼ਮੀਰਾਂ ਵਾਲੇ ਇਕੱਠੇ ਹੋ ਜਾਣਗੇ, ਸਾਰਿਆਂ ਨੂੰ ਸੀਟਾਂ ਜਿਹੜੇ ਹਿਸਾਬ ਨਾਲ ਹੋਣਗੇ ਡਿਸਟ੍ਰੀਬਿਊਟ ਹੋਣਗੀਆਂ ਉਹ ਚੀਜ਼ਾਂ, ਤਾਂ ਅਸੀਂ ਜਿੱਤਾਂਗੇ। ਅਦਰਵਾਈਜ਼ ਸਾਡੀ ਹਾਰ ਹੈ। ਉਦਾਂ ਹੀ ਅਜਿਹੇ ਪੰਥਕ ਆਗੂ ਜੋ ਆਪਣੇ ਕੌਮੀ ਘਰ ਦੀ ਸੋਚ ਲੈ ਕੇ ਬੈਠੇ, ਉਹਨਾਂ ਨੂੰ ਵੀ ਬੇਨਤੀ ਹੈ ਵੀ ਤੁਸੀਂ ਇਹ ਨਾ ਸੋਚੋ ਵੀ ਉਹ ਪੁਰਾਣੀ ਜਥੇਬੰਦੀ ਹੈ ਤੇ ਉਹਨਾਂ ਦਾ ਜ਼ਿਆਦਾ ਰਸੂਖ ਚੱਲਦਾ ਹੈ, ਉਹਨਾਂ ਦੀ ਗੱਲ ਬਹੁਤ ਹੁੰਦੀ ਹੈ, ਜਿੱਦਾਂ ਮਤਲਬ ਮਾਨ ਦਲ ਕਵੇ ਕਿ ਅਸੀਂ ਸਾਰਾ ਕੁਝ ਕਰਨਾ ਹੈ, ਦਲ ਖਾਲਸਾ ਕਵੇ ਅਸੀਂ ਸਾਰਾ ਕੁਝ ਕਰਨਾ ਹੈ, XYZ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਜਿਹੜੀਆਂ ਕਹਿਣ ਅਸੀਂ ਸਾਰਾ ਕੁਝ ਕਰਨਾ ਹੈ। ਬੇਨਤੀ ਮੈਂ ਦਿਲੋਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਹਾਂ ਵੀ ਇੱਕ ਮੰਚ ਉੱਤੇ ਇਕੱਠੇ ਹੋਣ ਦੀ ਘੱਟੋ ਘੱਟ ਕੋਸ਼ਿਸ਼ ਕਰੋ। ਜਿਹੜੇ ਨਹੀਂ ਹੁੰਦੇ ਇਕੱਠੇ ਤਾਂ ਸਰੇਆਮ ਕਹਿ ਦੋ ਵੀ ਨਹੀਂ ਇਹ ਇਕੱਠੇ, ਅਸੀਂ ਕੋਸ਼ਿਸ਼ ਕਰ ਲਈ ਜੀ, ਨਹੀਂ ਹੁੰਦੇ ਇਕੱਠੇ, ਤਾਂ ਕਿ ਸੰਗਤ ਨੂੰ ਐਟਲੀਸਟ ਪਤਾ ਲੱਗੇ। ਨਹੀਂ ਤਾਂ ਹਰ ਕੋਈ ਇੱਕੋ ਹੀ ਚੀਜ਼ ਦੇ ਵਿੱਚ ਕਨਫਿਊਜ਼ ਹੋ ਜਾਂਦਾ ਹੈ ਵੀ ਅਸੀਂ ਨਾਲ ਕਿਹਦੇ ਜਾਈਏ, ਕਿਹੜਾ ਕਾਫਲਾ ਅਸੀਂ ਜੁਆਇਨ ਕਰੀਏ, ਕਿਹੜੇ ਕਾਫਲੇ ਦਾ ਅਸੀਂ ਸਾਥ ਦਈਏ। ਤੇ ਜਦੋਂ ਤੱਕ ਇਹ ਟੁੱਟੀਆਂ ਹੋਈਆਂ ਧਿਰਾਂ ਇੱਕ ਵੱਡਾ ਕਾਫਲਾ ਨਹੀਂ ਬਣਦੀਆਂ, ਉਦੋਂ ਤੱਕ ਇਹ ਖੁਆਬ ਪੂਰੇ ਨਹੀਂ ਹੋਣੇ, ਉਦੋਂ ਤੱਕ ਅਸੀਂ ਖੇਰੂ ਖੇਰੂ ਹੁੰਦੇ ਆਏ ਆ, ਹੁੰਦੇ ਰਹਿਣਾ ਆ। ਫਿਰ ਜਿੰਨੇ ਮਰਜ਼ੀ ਸਲੋਕ ਅਸੀਂ ਸਟੇਜਾਂ ਤੇ ਖੜ ਕੇ ਬੋਲ ਲਈਏ, ਮੈਨੂੰ ਸਾਡੀ ਦਾਤਰੀ ਅਸੀਂ ਮੈਨੂੰ ਦੇ ਸੋਏ ਜਿਉਂ ਸਾਨੂੰ ਵੜਦਾ ਸੀ ਦੂਣ ਸਵਾਣੇ ਹੋਏ, ਤਾਂ ਫਿਰ ਕਿਉਂ ਅਸੀਂ ਇਸੇ ਜੋਗੇ ਹੀ ਰਹਿ ਗਏ ਆ? ਅਸੀਂ ਇਸੇ ਪਾਟੇ ਧਾੜ ਵਾਸਤੇ ਰਹਿ ਗਏ ਆ। ਅਸੀਂ ਆਪਣੀਆਂ ਨਵੀਆਂ ਪੀੜ੍ਹੀਆਂ ਨੂੰ ਕਦੀ ਸੁੱਖ ਦੀ ਆਜ਼ਾਦੀ ਦੀ ਜ਼ਿੰਦਗੀ ਦੇਣ ਦਾ ਸੋਚਦੇ ਹੀ ਨਹੀਂ, ਲੜਦੇ ਹੀ ਰਹਿਣਾ ਕਿ ਅੱਜ ਮਤਲਬ ਪਤੀ ਮਰ ਗਿਆ ਤੇ ਅੱਗੇ ਬੱਚਾ ਜਵਾਨ ਹੋਇਆ ਤੇ ਉਹਨੂੰ ਹੀ ਮਾਂ ਉਹੀ ਥਾਪੜਾ ਦੇਵੇ ਪਿਓ ਨੇ ਸ਼ਹੀਦੀ ਪਾਈ ਸੀ, ਪੁੱਤ ਤੂੰ ਹੀ ਦੇਣੀ ਹੈ। ਕਿਉਂ? ਅਸੀਂ ਅੱਜ ਖਤਮ ਕਰ ਸਕਦੇ ਹਾਂ ਇਹ ਚੀਜ਼ਾਂ, ਪਰ ਸਾਨੂੰ ਇਕੱਠੇ ਹੋਣਾ ਪੈਣਾ, ਆਪਣੇ ਨਿੱਜ ਮਾਰਨੇ ਪੈਣੇ ਆ, ਪੈਸੇ ਦਾ ਡਾਲਰਾਂ ਦਾ ਲਾਲਚ ਛੱਡਣਾ ਪੈਣਾ। ਕਿਉਂਕਿ ਦੇਖੋ ਮੈਂ ਬਹੁਤ ਵਾਰ ਐਗਜ਼ਾਮਪਲ ਉਹੀ ਦਿੱਤੀ ਹੈ ਸੱਜਣ ਜੀ, ਸਿਕੰਦਰ ਜਦੋਂ ਮਰਿਆ ਸੀ ਉਹਨੇ ਸਪੈਸ਼ਲੀ ਕਿਹਾ ਸੀ ਕਫਨ ਤੋਂ ਮੇਰੇ ਹੱਥ ਬਾਹਰ ਹੋਣ, ਕਬਰ ਤੋਂ ਮੇਰੇ ਹੱਥ ਬਾਹਰ ਹੋਣ, ਤੇ ਮੈਂ ਦੁਨੀਆ ਸਾਰੀ ਜਿੱਤ ਲਈ ਆ, ਮੈਂ ਮਰ ਚੱਲਿਆ ਆ ਤੇ ਹੁਣ ਦੁਨੀਆ ਨੂੰ ਪਤਾ ਲੱਗ ਜਾਵੇ ਨਾਲ ਕੱਖ ਨਹੀਂ ਲੈ ਕੇ ਚੱਲੇ ਤੇ ਅਸੀਂ ਵੀ ਕੁਛ ਨਹੀਂ ਲੈ ਕੇ ਜਾਣਾ। ਇਸ ਲਈ ਮੈਂ ਕਿਸੇ ਦਾ ਦੁਸ਼ਮਣ ਨਹੀਂ, ਮੇਰੇ ਸ਼ਬਦ ਮਾਫ ਕਰਨਾ ਕਈਆਂ ਨੂੰ ਮਾੜੇ ਲੱਗਦੇ ਨੇ ਕਿਉਂਕਿ ਮੈਂ ਸਿੱਧੀਆਂ ਤੇ ਸਪਸ਼ਟ ਜਿਹੀਆਂ ਗੱਲਾਂ ਕਰਦਾ ਹਾਂ ਜੋ ਖਾੜਕੂ ਸੰਘਰਸ਼ ਦੇ ਨਾਲ ਵੀ ਜੁੜੇ ਹੋਣ ਜਾਂ ਜਥੇਬੰਦੀਆਂ ਦੇ ਨਾਲ ਜੁੜੇ ਹੋਣ, ਜਿਹਨਾਂ ਨੂੰ ਮੈਂ ਨਾਲੇ ਬੇਮਤਲਬ ਨਹੀਂ ਬੋਲਦਾ, ਜਿਹਨਾਂ ਨੂੰ ਮੈਂ ਅੱਖੀਂ ਦੇਖਿਆ ਆ ਕਰਤੂਤਾਂ ਕਰਦਿਆਂ ਹੋਇਆ, ਉਹਨਾਂ ਨੂੰ ਜ਼ਿਹਨ ਚ ਰੱਖ ਕੇ ਬੋਲਦਾ। ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਤੇ ਮੇਰੇ ਗੱਲ ਕਹਿਣ ਦੇ ਉੱਤੇ ਉਹਨਾਂ ਨੂੰ ਬਕਾਇਦਾ ਪਤਾ ਹੋਏਗਾ, ਪਰ ਜਿਹੜੇ ਚੜ੍ਹਦੀ ਕਲਾ ਵਾਲੇ ਸਿੰਘ ਹੈਗੇ ਨੇ ਉਹਨਾਂ ਨੂੰ ਬੇਨਤੀ ਆ ਵੀ ਜਿਹੜੇ ਮਤਲਬ ਅਜਿਹਾ ਕਰ ਵੀ ਚੁੱਕੇ ਨੇ, ਮੈਂ ਉਹਨਾਂ ਦੇ ਵੀ ਖਿਲਾਫ ਨਹੀਂ ਹੈਗਾ। ਤੁਸੀਂ ਅੱਜ ਵੀ ਟਰੈਕ ਦੇ ਉੱਤੇ ਆ ਜਾਓ, ਤੁਸੀਂ ਪੰਥ ਵਾਸਤੇ ਅੱਜ ਵੀ ਜੂਝ ਲਓ, ਅੱਜ ਵੀ ਲੜ ਲਓ, ਮੈਂ ਨਾਲ ਆ ਹਮੇਸ਼ਾ ਤੁਹਾਡੇ, ਮੈਂ ਪਿੱਛੇ ਨਹੀਂ ਹਟਦਾ ਕਿਉਂਕਿ ਤੁਹਾਨੂੰ ਪਤਾ ਹੈ ਕਿ ਮੈਂ ਜੋ ਵਾਅਦਾ ਕੌਮ ਦੇ ਨਾਲ ਕੀਤਾ ਜਾਂ ਸੰਗਤ ਨਾਲ ਕੀਤਾ ਜਾਂ ਤੁਹਾਡੇ ਨਾਲ ਕੀਤਾ, ਤੁਹਾਡੇ ਨਾਲ ਰਹਿ ਕੇ ਕਦੀ ਮੈਂ ਪਿੱਛੇ ਨਹੀਂ ਹੋਇਆ ਤੇ ਹੁਣ ਵੀ ਅਗਰ ਸੱਜਣ ਵੀਰ ਦੇ ਥਰੂ ਜਾਂ ਇਸ ਪ੍ਰੋਗਰਾਮ ਦੇ ਥਰੂ ਕਹਿ ਰਿਹਾ ਤਾਂ ਵੀ ਪਿੱਛੇ ਨਹੀਂ ਹੁੰਦਾ। ਪਰ ਅਗਰ ਅਸੀਂ ਆਪਣੇ ਆਪ ਨੂੰ ਗੰਦ 'ਚ ਤਾਰਿਆ ਸੀ ਗੰਦ ਸਾਫ਼ ਕਰਨ ਵਾਸਤੇ, ਅਸੀਂ ਲਿਬੜ ਕੇ ਬਹਿ ਜਾਈਏ, ਉਹ ਕਿਸੇ ਪਾਸੇ ਦਾ ਕੌਮ ਦੇ ਨਾਲ ਜਸਟਿਸ ਨਹੀਂ ਹੈ। ਸਾਫ਼ ਕਰ ਰਹੇ ਹਾਂ, ਘੱਟੋ ਘੱਟ ਅਸੀਂ ਸਾਫ਼ ਹੋ ਕੇ ਨਿਕਲੀਏ ਬਾਹਰ। ਮੇਰੀ ਬਸ ਇੰਨੀ ਬੇਨਤੀ ਹੈ। ਐਸਜੀਪੀਸੀ ਦੇ ਮੁਲਾਜ਼ਮਾਂ ਨੂੰ ਵੀ ਇਹੀ ਬੇਨਤੀ ਹੈ ਵੀ ਸੰਘਰਸ਼ ਦੇ ਵਿੱਚ ਤੁਸੀਂ ਬਹੁਤ ਸਾਥ ਦਿੱਤਾ, ਵੱਧ ਚੜ ਕੇ ਦਿੱਤਾ, ਸੰਗਤ ਨੇ ਬਹੁਤ ਵੱਧ ਚੜ ਕੇ ਸਾਥ ਦਿੱਤਾ। ਹੁਣ ਵੀ ਤੁਸੀਂ ਤੁਹਾਡੇ ਅੰਦਰ ਹੋਰ ਹਿੰਮਤ ਵਧੀ ਕਿ ਨਹੀਂ, ਗੰਦ ਜਿਹੜਾ ਪਿਆ ਆ ਉਹ ਸਾਫ਼ ਹੋ ਸਕਦਾ ਹੈ, ਜ਼ਰੂਰ ਹੋ ਸਕਦਾ, ਨਹੀਂ ਹੋਏਗਾ, ਕਿਉਂਕਿ ਬਹੁਤ ਵੱਡੇ ਪੱਧਰ ਦੇ ਉੱਤੇ ਇਹ ਮੁਹਿੰਮ ਹੁਣ ਚਲੇ ਗਈ ਹੈ ਤੇ ਸਾਫ਼ ਹੋ ਕੇ ਰਹੇਗਾ। ਐਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਹੱਥਾਂ ਪੈਰਾਂ ਦੀ ਪਈ ਹੋਈ ਹੈ, ਜਵਾਬ ਉਹਨਾਂ ਕੋਲ ਨਹੀਂ ਹੈ। ਜਿਹੜੇ ਸਵਾਲ ਪੁੱਛੇ ਗਏ ਸੀ ਉਹਨਾਂ ਦੇ ਜਵਾਬ ਨਹੀਂ ਹੈ। ਜਿਹੜੇ ਉੱਥੋਂ ਗਮਲੇ ਚੱਕੇ ਗਏ ਸੀ ਮੇਰੇ ਬੋਲਣ ਤੋਂ ਬਾਅਦ ਲਿਆ ਕੇ ਸੋਨੇ ਦੇ, ਉਹ 31 ਕਰੋੜ ਦੇ ਜਿਹੜੇ ਗਮਲੇ ਸੀ ਉਹ ਸ਼ਸ਼ੋਭਿਤ ਵਾਪਸ ਕੀਤੇ ਗਏ ਆ। ਖੁਸ਼ੀ ਮਿਲਦੀ ਹੈ ਕਿ ਸਾਡੇ ਬੋਲਣ ਦਾ ਕੁਛ ਤਾਂ ਅਸਰ ਹੋਇਆ। ਜਿਹੜਾ ਕਲਸ਼ ਚੋਰੀ ਕੀਤਾ ਗਿਆ ਸੀ ਜਾਂ ਖੁਰਦ-ਬੁਰਦ ਕੀਤਾ ਗਿਆ ਸੀ ਉਹ ਆਲਮਗੀਰ ਪਹੁੰਚ ਗਿਆ, ਚਾਹੇ ਕੋਈ ਹੋਰ ਪਹੁੰਚਿਆ, ਕਾਰਵਾਈ ਹੋਏਗੀ ਉਸ ਤੇ ਵੀ। ਪਰ ਜੇ ਅਸੀਂ ਬੋਲਾਂਗੇ ਹੀ ਨਹੀਂ ਤਾਂ ਫਿਰ ਅੰਜਾਮ ਤੇ ਅਸੀਂ ਕਿੱਦਾਂ ਪਹੁੰਚਾਂਗੇ? ਬਹੁਤ ਜਣੇ ਨੇ ਮਨਾ ਕੀਤਾ ਸੀ ਆਪਣੀ ਕਮੇਟੀ ਦੀ ਬਦਨਾਮੀ ਨਾ ਕਰੋ, ਪਰ ਮੈਂ ਬੋਲਿਆ, ਬਹੁਤ ਜਣੇ ਨੇ ਮਨਾ ਕੀਤਾ ਸੀਗਾ ਕਿ ਆਪਣੀ ਘਰ ਦੇ ਚੋਰ ਨੇ, ਘਰ ਦੀ ਕਮੇਟੀ ਹੈ, ਨਾ ਬੋਲੋ, ਅਸੀਂ ਆਪਣੇ ਆਪ ਲੜ ਲਾਂਗੇ। ਪਰ ਨਹੀਂ, ਪਿਛਲੇ ਮਤਲਬ 70 ਸਾਲ ਕੀ 100 ਸਾਲਾਂ ਤੋਂ 1920 ਤੋਂ ਲਾ ਲਓ ਹੁਣ ਤੱਕ ਕਿੰਨੇ ਘਪਲੇ, ਕਿੰਨੀਆਂ ਕਰਤੂਤਾਂ ਹੋਈਆਂ ਨੇ।
1930 ਦੇ ਵਿੱਚ ਸਾਡੇ ਪੁਰਾਤਨ ਨਿਸ਼ਾਨ ਉਤਾਰੇ ਗਏ, ਮਜੀਠੀਆ ਪਰਿਵਾਰ ਵੱਲੋਂ ਉਤਾਰੇ ਗਏ, ਸਾਡੇ ਕੋਲ ਪ੍ਰੂਫ ਪਏ ਹੋਏ ਨੇ ਤੇ ਅਸੀਂ ਗੱਲਾਂ ਕਰਦੇ ਹਾਂ, ਬਹੁਤ ਸਾਰੀਆਂ ਵੀਡੀਓਜ਼ ਨੇ, ਉਸ ਵੇਲੇ ਦੀਆਂ ਫੋਟੋਜ਼ ਨੇ, ਪਰ ਜਵਾਬ ਨਹੀਂ ਹੈ ਸਾਡੇ ਕੋਲ ਕੋਈ। ਅੱਜ ਤੱਕ ਅਸੀਂ ਉਹ ਨਿਸ਼ਾਨ ਨਹੀਂ ਚਲਾ ਸਕੇ। ਤਾਂ ਇਹ ਚੀਜ਼ਾਂ ਦੁੱਖ ਦਿੰਦੀਆਂ ਨੇ ਸੱਜਣ ਵੀਰ, ਇਹ ਚੀਜ਼ਾਂ ਤਾਂ ਫਿਰ ਕਰਦਾ ਦਿਲ ਬੋਲਣ ਦਾ ਸੱਚ। ਹਾਂ, ਨਹੀਂ, ਤੁਹਾਨੂੰ ਦੋਨਾਂ ਫਰੰਟਾਂ ਦੇ ਉੱਪਰ ਕੰਮ ਕਰਨ ਦੀ ਜ਼ਰੂਰਤ ਹੁੰਦੀ ਹੈ। ਜਿਹੜੇ ਤੁਹਾਡੇ ਆਪਣੇ ਨਾਲ ਦੇ ਹੁੰਦੇ ਨੇ, ਪਿਆਰ ਨਾਲ ਸਮਝਾਓ, ਅੰਦਰ ਵੜ ਕੇ ਸਮਝਾਓ। ਜੇ ਨਹੀਂ ਸਮਝਦੇ ਹੈਗੇ ਤਾਂ ਫਿਰ ਤੁਹਾਨੂੰ ਸਾਹਮਣੇ ਆ ਕੇ ਵੀ ਗੱਲ ਕਰਨੀ ਪੈਂਦੀ ਹੈ। ਇਹ ਵੀ ਠੀਕ ਆ, ਤੁਹਾਨੂੰ ਆਪਣੇ ਦੁਸ਼ਮਣ ਦੇ ਨਾਲ ਵੀ ਲੜਨਾ ਜ਼ਰੂਰੀ ਹੁੰਦਾ। ਤੇ ਉਹਦੇ ਵਿੱਚ ਪ੍ਰੀਤ ਜੀ, ਜਿਹੜੀ ਤੁਸੀਂ ਗੱਲ ਕਰ ਰਹੇ ਸੀਗੇ ਨਾ ਕਿ ਪੈਸੇ ਜਾਂ ਜਿਹੜੇ ਫੰਡ ਉਗਰਾਉਂਦੇ ਹੈਗੇ ਆ, ਉਹਦੇ ਸੰਬੰਧ ਵਿੱਚ ਤਾਂ ਮੈਂ ਕੇਵਲ ਇੱਕ ਲਾਈਨ ਦੇ ਵਿੱਚ ਇਹ ਗੱਲ ਜ਼ਰੂਰ ਕਹਿਣੀ ਚਾਹੂੰਗਾ, ਜਿਨ੍ਹਾਂ ਨੂੰ ਇਹ ਮੁਲਕ ਕਹਿੰਦੇ ਨਾ ਵੀ ਆਜ਼ਾਦ ਹੋ ਗਿਆ, ਆਜ਼ਾਦ ਮੁਲਕ, ਜਿਹੜੇ ਕਹਿੰਦੇ ਕਿ ਆਜ਼ਾਦ ਮੁਲਕ ਦੀ ਫਿਜ਼ਾ ਦੇ ਵਿੱਚ ਸਾਹ ਲੈ ਰਹੇ ਹਾਂ, ਤੁਸੀਂ ਜਦੋਂ ਜਿਹੜੇ ਉਹ ਲੋਕ ਨੇ ਜਿਹੜੇ ਰਾਸ਼ਟਰਵਾਦੀ, ਜਿਹੜੇ ਕਹਿੰਦੇ ਕਿ ਅਸੀਂ ਇਸ ਮੁਲਕ ਦੇ ਵਾਸੀ ਹਾਂ, ਅਸੀਂ ਖਾਲਸਾ ਰਾਜ ਦੇ ਹਾਮੀ ਨਹੀਂ ਹੈਗੇ, ਉਂਝ ਅਸੀਂ ਇੱਦਾਂ, ਉਂਝ ਅਸੀਂ ਉੱਦਾਂ, ਤੁਸੀਂ ਉਹਨਾਂ ਨਾਲ ਕਦੀ ਵੀ ਗੱਲ ਕਰਕੇ ਵੇਖੋ, ਉਹਨਾਂ ਨੂੰ ਪੁੱਛੋ ਕਿ ਦੇਸ਼ ਦਾ ਬੇੜਾ ਗਰਕ ਕਿਹਨੇ ਕੀਤਾ ਹੈਗਾ। ਜਵਾਬ ਪਤਾ ਕੀ ਦਿੰਦੇ ਹੁੰਦੇ ਆ? ਜਿਹੜੀ ਵੀ ਸਰਕਾਰ ਆਈ ਆ ਜੀ, ਉਹਨੇ ਬੇੜਾ ਗਰਕ ਕੀਤਾ। ਜਵਾਬ ਉਹਨਾਂ ਦੇ ਕੋਲ ਆਹੀ ਹੁੰਦਾ। ਅੱਛਾ, ਤੇ ਫਿਰ ਉਹਨਾਂ ਨੂੰ ਪੁੱਛੋ ਕਿ ਅੱਤਵਾਦੀ ਕੌਣ ਹੁੰਦਾ? ਅੱਤਵਾਦੀ ਪਤਾ ਕਿਹਨੂੰ ਦੱਸਦੇ ਆ? ਜਿਨ੍ਹਾਂ ਨੇ ਬੇੜਾ ਗਰਕ ਕੀਤਾ, ਉਹਨਾਂ ਨੇ ਜਿਨ੍ਹਾਂ ਨੂੰ ਅੱਤਵਾਦੀ ਗਰਦਾਨਿਆ ਹੋਇਆ ਹੈ, ਉਹਨਾਂ ਨੂੰ ਅੱਤਵਾਦੀ ਕਹਿੰਦੇ ਆ। ਕਮਾਲ ਦੀ ਗੱਲ ਆ, ਬੇੜਾ ਜਿਹਨਾਂ ਨੇ ਗਰਕ ਕੀਤਾ, ਅੱਤਵਾਦੀ ਤਾਂ ਫਿਰ ਉਹ ਹੋਇਆ। ਪਰ ਅੱਤਵਾਦੀ ਜਿਹੜਾ ਹੈਗਾ ਆ, ਜਿਹੜੇ ਕਾਬਜ ਨੇ, ਜਿਨ੍ਹਾਂ ਨੇ ਬੇੜਾ ਗਰਕ ਕੀਤਾ, ਉਹਨਾਂ ਆਤੰਕੀਆਂ ਨੇ ਜਿਨ੍ਹਾਂ ਨੂੰ ਹੱਕਾਂ ਦੀ ਖਾਤਰ ਲੜਨ ਵਾਲਿਆਂ ਨੂੰ ਅੱਤਵਾਦੀ ਘੋਸ਼ਿਤ ਕਰਤਾ, ਐਲਾਨ ਕਰ ਦਿੱਤਾ, ਮੰਨੀ ਉਹਨਾਂ ਨੂੰ ਜਾਂਦੇ ਆ। ਇਹ ਸਾਡੇ ਮੁਲਕ ਦੇ ਲੋਕਾਂ ਦੀ ਗੱਲ ਵਾ, ਇਹ ਇਸ ਮੁਲਕ ਦੇ ਲੋਕਾਂ ਦੀ ਗੱਲ ਕਰਦਾ। ਹੁਣ ਸੱਜਣ ਵੀਰ ਨੇ ਬਹੁਤ ਘੁਮਾ ਕੇ ਇਹ ਗੱਲ ਸਮਝਾਈ ਆ, ਮੈਂ ਸਿੱਧੇ ਤੌਰ ਦੇ ਉੱਤੇ ਸਮਝਾ ਦੇਣਾ, ਕਿਉਂਕਿ ਮੇਰੇ ਤੋਂ ਇੰਨੀਆਂ ਘੁਮਾ ਕੇ ਗੱਲਾਂ ਨਹੀਂ ਹੁੰਦੀਆਂ। ਵੀਰ ਦੇ ਕਹਿਣ ਦਾ ਮਤਲਬ ਇਹ ਹੈ ਵੀ ਜਿਹੜੇ ਯੋਧੇ, ਜਿੱਦਾਂ ਐਗਜ਼ਾਮਪਲ 84 ਦੇ ਯੋਧੇ ਜਿਹੜੇ ਸੀਗੇ, ਉਹ ਸ਼ਹੀਦ ਹੋ ਗਏ ਅੰਦਰ, ਪਰ ਉਸ ਤੋਂ ਬਾਅਦ ਅਸੀਂ ਜਿਹੜੇ ਉੱਥੋਂ ਹੱਥ ਖੜੇ ਕਰਕੇ ਭੇਜੇ, ਉਹਨਾਂ ਨੂੰ ਕੁਰਸੀਆਂ ਤੇ ਬਿਠਾਤਾ ਤੇ ਉਹਨਾਂ ਨੇ ਜੋ ਕਹਿਤਾ ਸੀ ਉਹ ਪ੍ਰਵਾਨ ਕਰ ਲਿਆ। ਹਾਂ, ਏਦਾਂ ਹੁਣ ਤੁਹਾਨੂੰ ਸਮਝ ਆ ਗਈ ਹੋਣੀ ਹੈ। ਇੱਥੇ ਵੀ ਆ ਤੇ ਉੱਥੇ ਕੇਂਦਰ ਸਰਕਾਰ ਦੀ ਵੀ ਗੱਲ, ਉੱਥੇ ਵੀ ਸਾਰੇ ਪਾਸੇ ਇਹੀ ਆ। ਤੇ ਜਿਹੜੀ ਪੈਸੇ ਦੀ ਗੱਲ ਆ ਨਾ ਜੀ, ਪੈਸੇ ਦੀ ਗੱਲ ਹੈਗੀ ਆ ਪ੍ਰੀਤ ਜੀ, ਆਪਾਂ MLA ਚੁਣਦੇ ਆ, ਛੋਟੀ ਪੱਧਰ ਤੋਂ ਲੈ ਕੇ ਵੱਡੀ ਪੱਧਰ ਤੱਕ ਕੋਈ ਵੀ ਇਲੈਕਸ਼ਨ ਹੁੰਦੀ ਹੈ, ਜਿਨ੍ਹਾਂ ਲੋਕਾਂ ਨੂੰ ਸਾਡੇ ਮੁਲਕ ਦੇ ਲੋਕ, ਤੁਸੀਂ ਆਪਾਂ ਇਹ ਸੋਚ ਕੇ ਵੋਟਾਂ ਪਾ ਕੇ ਚੁਣਦੇ ਆ ਕਿ ਇਹ ਸਾਡੇ ਮੁਲਕ ਦਾ, ਸਾਡੀ ਗਲੀ ਦਾ, ਸਾਡੇ ਮਹੱਲੇ ਦਾ ਭਲਾ ਕਰਨਗੇ, ਉਹ ਪੈਸੇ ਖਾ ਕੇ ਵੀ ਕੁਝ ਨਹੀਂ ਕਰਦੇ ਹੈਗੇ। ਤੇ ਦੂਏ ਬੰਨੇ, ਜਿਸ ਕੌਮ ਦਾ ਕੋਈ ਆਪਣਾ ਕੌਮੀ ਘਰ ਨਹੀਂ ਹੈਗਾ, ਜਿਹੜੀ ਕੌਮ ਕਹਿੰਦੀ ਹੈ ਕਿ ਅਸੀਂ ਗੁਲਾਮਾਂ ਵਰਗਾ ਜੀਵਨ ਬਸਰ ਕਰ ਰਹੇ ਹਾਂ, ਤੰਗੀਆਂ ਤੁਰਸ਼ੀਆਂ ਝੱਲ ਰਹੇ ਹਾਂ, ਤਸ਼ੱਦਦ ਝੱਲ ਰਹੇ ਹਾਂ, ਉਸ ਕੌਮ ਦੇ ਵਾਸੀ ਪੰਜਾਬ ਦੀ ਇਸੇ ਹੀ ਸਰਜ਼ਮੀਨ ਦੇ ਉੱਪਰ ਰਹਿ ਕੇ, ਜਿੱਥੇ ਤਸ਼ੱਦਦ ਹੁੰਦਾ, ਜਿੱਥੇ ਤੁਹਾਨੂੰ ਨਿਸ਼ਾਨੇ ਤੇ ਲਿਆ ਜਾਂਦਾ ਅੱਡ-ਅੱਡ ਤਰੀਕਿਆਂ ਦੇ ਨਾਲ, ਮੈਂ ਕਹਿੰਦਾ ਉੱਥੇ ਰਹਿ ਕੇ ਜੇ ਉਹ ਪੈਸੇ ਮਾੜੇ ਮੋਟੇ ਖਾ ਕੇ ਵੀ ਕੁਝ ਕੰਮ ਕਰਦੇ ਹੋਣ ਨਾ, ਤਦ ਵੀ ਮੈਂ ਕਹਿੰਦਾ ਸਲੂਟ ਕਰਨਾ ਬਣਦਾ, ਕੋਈ ਏਡੀ ਗੱਲ ਨਹੀਂ। ਜੇ ਸਾਰਾ ਦੇਸ਼ ਖਾ ਗਏ, ਉਹ ਸਾਰਾ ਮੁਲਕ ਖਾ ਕੇ ਵੀ ਬੇੜਾ ਗਰਕ ਕਰ ਰਹੇ ਨੇ ਨਾ, ਤੇ ਤੁਹਾਡੇ ਨਾਲ ਦੇ ਜੇ ਮਾੜੇ ਮੋਟੇ ਪੈਸੇ ਖਾ ਕੇ ਵੀ ਕੁਝ ਚੰਗਾ ਕਰ ਰਹੇ ਨਾ, ਜਿਹੜਾ ਤੁਹਾਡੇ ਖਾਤੇ 'ਚ ਭੁਗਤਦਾ, ਮੈਂ ਕਹਿੰਦਾ ਕੋਈ ਗੱਲ ਨਹੀਂ ਹੈ, ਕੋਈ ਗੱਲ ਨਹੀਂ ਜੀ। ਮੈਂ ਤੁਹਾਡੇ ਨਾਲ ਬਿਲਕੁਲ ਐਗਰੀ ਹਾਂ ਇਸ ਚੀਜ਼ ਉੱਤੇ। ਜਿਹੜੇ ਤੁਸੀਂ ਸ਼ਬਦ ਕਹੇ ਹੁਣ, ਉਹਨਾਂ ਨਾਲ ਮੈਂ 101% ਐਗਰੀ ਹਾਂ। ਮੈਂ ਸਿਰਫ ਉਹਨਾਂ ਨਾਲ ਐਗਰੀ ਨਹੀਂ ਹੈਗੇ ਜਿਹੜੇ ਖਾਂਦੇ ਵੀ ਨੇ ਤੇ ਖਾਤੇ 'ਚ ਭੁਗਤਦੇ ਵੀ ਨਹੀਂ ਤੇ ਸੂਹਾਂ ਦਿੰਦੇ ਨੇ, ਦਲਾਲ ਬਣੇ ਹੋਏ ਨੇ ਜਾਂ ਟੌਟ ਬਣੇ ਹੋਏ ਨੇ। ਮਾਫ ਕਰਨਾ, ਮੈਂ ਸਿਰਫ ਉਹਨਾਂ ਨੂੰ ਕਹਿਣਾ ਸੱਜਣ ਵੀਰ, ਦੂਜਿਆਂ ਨੂੰ ਨਹੀਂ ਕਹਿੰਦਾ। ਜ਼ਰੂਰ, ਠੀਕ ਹੈ ਜੀ। ਜਿਹੜੇ ਦੇਖੋ 100 ਰੁਪਏ ਅਗਰ ਆਇਆ ਤੇ ਉਹਦੇ ਵਿੱਚ ਜੇ 10-20 ਰੁਪਏ ਤੁਸੀਂ, ਕਿਉਂਕਿ ਤੁਹਾਡਾ ਵੀ ਤੇਲ ਖਰਚਾ ਹੁੰਦਾ, ਆਉਂਦੇ ਜਾਂਦੇ ਹੋ, ਜੇ 20 ਉਹ 'ਚੋਂ ਤੁਸੀਂ ਖਰਚ ਵੀ ਲੈਣੇ ਤੇ ਉਹ ਪ੍ਰਵਾਨ ਹੈ, 30 ਵੀ ਖਰਚ ਲੈਣੇ ਉਹ ਪ੍ਰਵਾਨ ਹੈ, ਤੁਸੀਂ ਆਪਣੇ ਵੀ ਘਰ ਚਲਾਣੇ ਆ। ਕਿਉਂਕਿ ਜਿਹੜੇ ਸੇਵਾਵਾਂ ਕਰ ਰਹੇ ਨੇ ਇਸੇ ਤਰੀਕੇ ਨਾਲ ਕਰ ਰਹੇ ਨੇ, ਮੇਰੇ ਸਾਹਮਣੇ ਨੇ ਬਹੁਤ ਜਾਣੇ, ਠੀਕ ਹੈ ਜੀ, ਜਿਹੜੇ ਇਸ ਤਰੀਕੇ ਨਾਲ ਸੇਵਾਵਾਂ ਕਰਦੇ ਨੇ, ਜਿਹੜਾ ਨੂੰ ਮੇਰੇ ਕਹਿਣ ਤੇ ਸੰਗਤ ਸਿੱਧਾ ਫੰਡ ਭੇਜ ਦਿੰਦੀ ਹੈ, ਬਹੁਤ ਨੇ ਅਜੇ। ਤੇ ਮੈਂ ਸਾਹਮਣੇ ਉਹ ਕਹਿਣਾ ਵੀ ਇਹਦੇ ਵਿੱਚ ਤੁਸੀਂ ਰੱਖ ਸਕਦੇ ਹੋ, ਕਿਉਂਕਿ ਤੁਹਾਡਾ ਖਰਚਾ ਹੋਣਾ ਆ, ਗੱਡੀਆਂ ਘੁਮਾਣੀਆਂ ਨੇ, ਤੁਸੀਂ ਆਪਣੇ ਘਰ ਚਲਾਣੇ ਆ, 3 ਦਿਨ ਹੋ ਗਏ ਤੁਹਾਨੂੰ ਇੱਥੇ ਤੱਕ ਖਾਂਦਿਆਂ ਨੂੰ, ਠੀਕ ਹੈ, ਇੰਨਾ ਤੁਸੀਂ ਯੂਜ਼ ਕਰ ਸਕਦੇ। ਪਰ ਬਾਹਰ ਵੀ ਕਲੀਅਰਲੀ ਦੱਸਦੇ ਵੀ ਇੰਨਾ ਫੰਡ ਜਥੇਬੰਦੀ ਨੂੰ ਮੈਂ ਕਹਿਤਾ ਵਰਤਣ ਵਾਸਤੇ, ਕਿਉਂਕਿ ਉਹ ਸੇਵਾ ਇੱਕ ਕਰ ਰਹੇ ਨੇ। ਉਸ ਤੋਂ ਬਾਅਦ ਗੱਡੀਆਂ ਵੀ ਆਪਣੀਆਂ ਭਜਾਣ, એનર્ਜੀ ਵੀ ਆਪਣੀ ਫੂਕਣ, ਤੇਲ ਵੀ ਆਪਣਾ ਫੂਕਣ ਤੇ ਸੇਵਾ ਕਰਕੇ ਆਣ, ਤੇ ਉਹਨਾਂ ਦੇ ਘਰ ਕੌਣ ਚਲਾਊਗਾ? ਉਹ ਵੀ ਜ਼ਿੰਮੇਵਾਰੀ ਸਾਨੂੰ ਲੈਣੀ ਪੈਣੀ ਹੈ। ਉੱਥੇ ਮੈਂ ਬਿਲਕੁਲ ਐਗਰੀ ਹਾਂ। ਮੈਂ ਜਿਹੜੀ ਗੱਲ ਸੱਜਣ ਵੀਰ ਕਹੀ, ਉਹ ਮੈਂ ਸਿਰਫ ਉਹਨਾਂ ਲੋਕਾਂ ਵਾਸਤੇ ਕਹੀ ਹੈ ਜਿਹੜੇ ਕੌਮ ਵਾਸਤੇ ਕੱਖ ਨਹੀਂ ਕਰਦੇ, ਸਿਰਫ ਇੱਕ ਮਖੌਟਾ ਪਾਇਆ ਆ ਕੌਮੀ, ਵੀ ਅਸੀਂ ਕੌਮੀ ਆ ਜੀ, ਅਸੀਂ ਕੌਮ ਵਾਸਤੇ ਲੜਦੇ ਆ, ਮਰਦੇ ਆ, ਅਸੀਂ ਕੌਮ ਵਾਸਤੇ ਆਹ ਕਰਤਾ ਤੇ ਆਹ ਕੀਤਾ ਸੀ। ਪਰ ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਉਹ ਭੁੱਲ ਬੈਠੇ ਨੇ। ਉਹਨਾਂ ਦੇ ਹੱਕ ਅਸੀਂ ਹਰਾਮ ਕਰ ਦਿੱਤੇ ਆ। ਕੋਈ ਨਹੀਂ, 4 ਦਿਨ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਇੱਕ ਫੋਨ ਦੇ ਉੱਤੇ ਸਭ ਕੁਝ ਹੋ ਜਾਣਾ। ਉਹਨਾਂ ਦੇ ਖਿਲਾਫ ਆ ਮੈਂ, ਠੀਕ ਹੈ ਜੀ। ਸੋ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਕੀਮਤੀ ਸਮਾਂ ਸੱਜਣ ਵੀਰ ਦਿੱਤਾ। ਤੇ ਅੰਤ ਮੈਂ ਦੇਸ਼ਾਂ ਵਿਦੇਸ਼ਾਂ ਦੀ ਸੰਗਤ ਨੂੰ
ਸੱਜਣਵੀਰ ਵਾਲੀ ਹੀ ਗੱਲ ਰਿਪੀਟ ਕਰਾਂਗਾ ਵੀ ਜਿਸ ਮੁਲਕ ਦੇ ਵਿੱਚ ਅਸੀਂ ਰਹਿੰਦੇ ਹਾਂ ਤਾਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਅਗਰ ਆਪਣੀ ਕੋਈ ਜੰਗ ਲੜ ਵੀ ਰਹੇ ਹਾਂ ਤਾਂ ਕਿਸੇ ਨੂੰ ਅਸੀਂ ਉਹ ਮੌਕਾ ਨਾ ਦਈਏ ਵੀ ਸਾਨੂੰ ਪੜਤਾੜਿਆ ਜਾਵੇ ਉਹਨਾਂ ਵੱਲੋਂ, ਲੀਗਲੀ ਸਾਨੂੰ ਕਮਜ਼ੋਰ ਕਰਕੇ ਸੁੱਟ ਦਿੱਤਾ ਜਾਵੇ ਸਲਾਖਾਂ ਦੇ ਪਿੱਛੇ। ਜਦੋਂ ਸਾਨੂੰ ਪਤਾ ਹੋਵੇ ਨਾ ਵੀ ਸਾਡੇ ਹੱਥ ਵੱਸ ਕੁਛ ਨਹੀਂ, ਜਦੋਂ ਸਾਨੂੰ ਪਤਾ ਹੋਵੇ ਕਿ ਕਾਨੂੰਨ ਸਾਡੇ ਵਾਸਤੇ ਦੋਹਰੇ ਮਾਪਦੰਡਾਂ ਦੇ ਉੱਤੇ ਤੁਰਦਾ ਆ ਤੇ ਉਹਨਾਂ ਵਾਸਤੇ ਇੱਕੋ ਹੀ ਮਾਪਦੰਡ ਹੈ, ਉਦੋਂ ਫਿਰ ਸਾਨੂੰ, ਕਿਉਂਕਿ ਮੈਂ ਹਮੇਸ਼ਾ ਕਹਿੰਦਾ ਵੀ ਇਸ ਵਾਰ ਸਿਰ ਦੇਣੇ ਨਹੀਂ ਸਿਰ ਵਰਤਣੇ ਹੈ, ਤਾਂ ਸਾਨੂੰ ਵਰਤਣੇ ਪੈਣੇ ਹੈ ਵੀ ਅਸੀਂ ਕੁਝ ਵੀ ਕਰਨਾ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਕਰੀਏ। ਬਹੁਤ ਕੁਛ ਜੋ ਕਰ ਸਕਦੇ ਹਾਂ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ, ਪਰ ਅਸੀਂ ਬੇਮਤਲਬ ਤੋਂ ਆਪਣੀ એનર્ਜੀ ਨਾ ਵੇਸਟ ਕਰੀਏ, ਬੇਮਤਲਬ ਤੋਂ ਰੋਸ਼ ਮਜ਼ਾਰੇ ਨਾ ਕਰੀਏ, ਬੇਮਤਲਬ ਤੋਂ ਆਪਣਾ ਪੈਸਾ ਨਾ ਵੇਸਟ ਕਰੀਏ। ਕਿਹਨੂੰ, ਕਿਉਂਕਿ ਦੇਖੋ ਰੋਸ਼ ਮਜ਼ਾਰੇ ਕਾਦੇ ਵਾਸਤੇ ਕਰ ਰਹੇ ਆ, ਕਿਹਨੂੰ ਦਿਖਾਉਣ ਵਾਸਤੇ ਕਰ ਰਹੇ ਆ? ਇਹਨਾਂ ਸਰਕਾਰਾਂ ਨੂੰ ਜਿਨ੍ਹਾਂ ਨੇ ਤੁਹਾਡੇ ਉੱਤੇ ਹਾਲ ਤੱਕ ਜ਼ੁਲਮ ਢਾਇਆ ਆ। ਸਮਝਿਓ ਇਸ ਚੀਜ਼ ਨੂੰ। ਉਹ ਖੁਸ਼ ਹੁੰਦੀਆਂ ਨੇ ਵੀ ਸਾਡੇ ਵਾਸਤੇ ਪ੍ਰੋਟੈਸਟ ਕੀਤਾ। ਅੱਜ ਉੱਥੇ 1000 ਲੋਕਾਂ ਦਾ ਇਕੱਠ ਹੋਇਆ ਸੀ ਜਿਹੜੇ ਕਾਲੇ ਝੰਡੇ ਫੜ ਕੇ ਸਾਨੂੰ ਦਿਖਾ ਰਹੇ ਸੀ ਅੱਜ ਅਸੀਂ ਕਾਲਾ ਦਿਨ ਮਨਾਵਾਂਗੇ, ਤੇ ਇਹਨਾਂ ਦੇ ਇੰਨੇ ਫੰਡ ਉੱਥੇ ਬਰਬਾਦ ਹੋਏ, ਇੰਨੀਆਂ એનર્ਜੀ ਇਹਨਾਂ ਦੀ ਬਰਬਾਦ ਹੋਈ। ਉਹ ਅਸੀਂ ਇੱਕ ਝੰਡਾ ਫੜ ਕੇ ਵੀ ਕਰ ਸਕਦੇ ਹਾਂ। ਸੜਕਾਂ ਤੇ ਨਿਕਲ ਕੇ ਸਾਨੂੰ ਘੁੰਮਣ ਦੀ ਲੋੜ ਨਹੀਂ, ਦੱਸਣ ਦੀ ਲੋੜ ਨਹੀਂ ਅਸੀਂ ਕਿਉਂ ਕਰ ਰਹੇ ਹਾਂ। ਉਸ ਤੋਂ ਬੈਟਰ ਇਹ ਹੈ ਕਿ ਅਸੀਂ ਸਿਰ ਜੋੜੀਏ। ਰਣਨੀਤੀ ਕੋਈ ਬਣਾਣੀ ਹੈ ਤਾਂ ਚੰਗੀ ਰਣਨੀਤੀ ਚੁੱਪ ਕਰਕੇ ਬਣਾਈਏ। ਅੱਗੇ ਅਗਾਂਹ ਵਧੂ ਸੋਚ ਅਗਰ ਰੱਖਣੀ ਹੈ ਤਾਂ ਅਗਾਂਹ ਵਧੂ ਸੋਚ ਰੱਖੀਏ। ਉਹ ਪੈਸਾ, ਉਹ એનર્ਜੀ ਅਸੀਂ ਬਚਾਈਏ, ਕੌਮ ਦੇ ਖਾਤੇ ਪਾਈਏ, ਕੌਮ ਦੇ ਖਾਤੇ ਵਿੱਚ ਲਾਈਏ, ਤੇ ਇਸ ਤਰੀਕੇ ਨਾਲ ਲਾਈਏ ਵੀ ਜਦੋਂ ਉਹ ਨਜ਼ਰ ਆਵੇ ਸਿੱਖ ਕੌਮ ਨੂੰ ਤਾਂ ਉਹਦੇ ਚਰਚੇ ਸਿਰਫ ਪੰਜਾਬ 'ਚ ਨਾ ਹੋਣ, ਪੂਰੀ ਦੁਨੀਆ 'ਚ ਹੋਣ ਵੀ ਆਹ ਕੋਈ ਕੰਮ ਹੋਇਆ ਹੈ। ਮੈਂ ਇਹ ਬੇਨਤੀ ਕਰਦਾ ਹਾਂ। ਤੇ ਇਹ ਉਦੋਂ ਤੱਕ ਨਹੀਂ ਹੋ ਸਕਦਾ ਸੱਜਣ ਵੀਰ ਜਦੋਂ ਤੱਕ ਅਸੀਂ ਸਿਰ ਜੋੜ ਕੇ ਇੱਕ ਮੰਚ ਤੇ ਇਕੱਠੇ ਨਹੀਂ ਹੁੰਦੇ। ਅਸੀਂ ਜਦੋਂ ਕੋਈ ਸਲਾਹ ਕਰਨੀ ਹੁੰਦੀ ਹੈ ਨਾ, ਅਸੀਂ ਰੌਲੇ ਪਹਿਲਾਂ ਪਾ ਦਿੰਨੇ ਆ, ਅਸੀਂ ਇਸ਼ਤਿਹਾਰ ਪਹਿਲਾਂ ਛਪਾ ਦਿੰਨੇ ਆ, ਅਸੀਂ ਸੂਈਏ ਪਹਿਲਾਂ ਆਪਣੇ ਖਿਲਾਫ ਖੜੇ ਕਰ ਦਿੰਨੇ ਵੀ ਅਸੀਂ ਕਰਨ ਕੀ ਲੱਗੇ ਆ। ਅਸੀਂ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਸਭ ਕੁਝ ਕਰਨਾ, ਅਸੀਂ ਰੌਲਾ ਕਿਉਂ ਪਾਉਂਦੇ ਆ? ਡਿਸੀਜਨਸ ਜਿਹੜੇ ਲੈਣੇ ਨੇ ਤੁਸੀਂ ਸਿੱਧੇ ਡਿਸੀਜਨਸ ਕੌਮ ਵਾਸਤੇ ਲਓ ਨਾ। 3 ਕਾਲੇ ਕਾਨੂੰਨ ਜਦੋਂ ਲਾਂਚ ਕੀਤੇ, ਜਦੋਂ ਨੋਟਬੰਦੀ ਕੀਤੀ, ਤੁਹਾਡੇ ਤੋਂ ਪੁੱਛਿਆ ਕਿਸੇ ਨੇ? ਸਲਾਹ ਲਿੱਤੀ ਕਿਸੇ ਦੀ? ਬਿਲਕੁਲ, ਅਗਲੇ ਚੁੱਪ ਕਰਕੇ ਉਹਨੇ ਲਾਂਚ ਕਰਕੇ ਪਰਾਂ ਮਾਰਿਆ। ਤੁਸੀਂ ਉਦਾਂ ਦੀ ਸੋਚ ਕਿਉਂ ਨਹੀਂ ਰੱਖਦੇ? ਇਹਨਾਂ ਤੋਂ 10 ਕਦਮ ਅੱਗੇ ਹੋ ਕੇ ਸੋਚੋ ਨਾ, ਉਦੋਂ ਤੁਸੀਂ ਜਿੱਤੋਗੇ। ਤੁਹਾਡੀ ਸੋਚ ਜਿੱਥੇ ਮੁੱਕਦੀ ਹੈ, ਕਲੀਅਰ ਕਹੂੰਗਾ, ਜਿਹੜੇ ਵੱਡੇ ਤੋਂ ਵੱਡੇ ਆਪਣੇ ਨੂੰ ਬੜੇ ਸ਼ਾਰਪ ਮਾਈਂਡਡ, ਬੜੇ ਰੋਸ਼ਨ ਦਿਮਾਗ ਸਮਝਦੇ ਹੋ ਨਾ, ਤੁਹਾਡੀ ਸੋਚ ਜਿੱਥੇ ਮੁੱਕਦੀ ਹੈ ਸਰਕਾਰ ਦੀ ਉੱਥੋਂ ਸ਼ੁਰੂ ਹੁੰਦੀ ਹੈ। ਇੰਨਾ ਕਹਾਂਗਾ। ਹੁਣ ਤੁਸੀਂ ਜੇ ਓਵਰ ਕੌਨਫੀਡੈਂਸ ਦੇ ਵਿੱਚ ਇਹ ਸੋਚਦੇ ਹੋ ਵੀ ਨਾ ਜੀ ਅਸੀਂ ਤਾਂ ਆਹ ਕਰ ਲਾਂਗੇ, ਆਹ ਕਰ ਲਾਂਗੇ, ਆਹ ਕਰ ਲਾਂਗੇ ਤੇ ਆਹ ਕਰਤਾ, ਮੈਂ ਸਿਰਫ ਪਹਿਲਾਂ ਵਾਲੀ ਗੱਲ ਚਾਹੇ ਕਿਸੇ ਨੂੰ ਬੁਰੀ ਲੱਗੇ, ਮੈਂ ਇਹ ਪੁੱਛਦਾ ਆ 84 ਤੋਂ ਲੈ ਕੇ ਹੁਣ ਤੱਕ ਜਾਂ 66 ਤੋਂ ਲੈ ਕੇ ਹੁਣ ਤੱਕ ਜਾਂ 78 ਤੋਂ ਲੈ ਕੇ ਹੁਣ ਤੱਕ ਮੈਨੂੰ ਇੱਕ ਜਥੇਬੰਦੀ ਦੱਸ ਦੇਵੇ ਕਿ ਕੌਮ ਦੇ ਹੱਕ ਦੇ ਵਿੱਚ ਤੁਸੀਂ ਕੀ ਭੁਗਤਾਇਆ ਜੋ ਪੂਰੀ ਕੌਮ ਨੂੰ ਜਿਹਦਾ ਫਾਇਦਾ ਹੋਇਆ ਹੋਵੇ, ਪੂਰੀ ਕੌਮ ਨੂੰ, ਕਿਸੇ ਇੱਕ ਵਿਅਕਤੀ ਵਿਸ਼ੇਸ਼ ਨੂੰ ਨਹੀਂ। ਕਿਉਂਕਿ ਮੈਨੂੰ ਪਤਾ ਬੜੇ ਖੜੇ ਹੋ ਜਾਣਗੇ ਬੋਲਣ ਵਾਸਤੇ ਕਿ ਅਸੀਂ ਸਿੰਘਾਂ ਨੂੰ ਰਿਹਾ ਕਰਵਾਇਆ ਜੀ, ਉਹ ਪਰਿਵਾਰ ਦਾ ਘਰ ਬਣਾਇਆ ਜੀ। ਮੈਂ ਪੂਰੀ ਕੌਮ ਦੀ ਗੱਲ ਕਰ ਰਿਹਾ ਹਾਂ ਜਿਹਦਾ ਪੂਰੀ ਕੌਮ ਨੂੰ ਫਾਇਦਾ ਹੋਇਆ ਹੋਵੇ। ਜੀ ਪ੍ਰੀਤ ਜੀ, ਮੈਨੂੰ ਲੱਗਦਾ ਕਿ ਉਹ ਕੰਮ ਅਸੀਂ ਕਰੀਏ ਕਿ ਪੂਰੀ ਕੌਮ ਦੇ ਬਾਰੇ ਅਸੀਂ ਇਕੱਠਾ ਸੋਚੀਏ। ਜੀ 78 ਤੁਸੀਂ 78 ਦੀ ਮੈਨੂੰ ਲੱਗਦਾ ਕਿ ਕਈ ਸੱਜਣ ਮੇਰੇ ਤੇ ਵੀ ਇਤਰਾਜ਼ ਕਰਨਗੇ ਕਿ ਪ੍ਰੀਤ ਜੀ ਇਹ ਗੱਲ ਕਰ ਰਹੇ ਨੇ। ਤੁਸੀਂ ਜਦੋਂ ਨਾ ਉਸ ਸੰਘਰਸ਼ ਦੇ ਪਾਂਧੀਆਂ ਨੂੰ ਮਿਲੋਗੇ ਜਾ ਕੇ, ਕੁਝ ਜਥੇਬੰਦੀਆਂ ਤੁਹਾਨੂੰ ਨਜ਼ਰ ਆਉਣਗੀਆਂ। ਮੈਨੂੰ ਲੱਗਦਾ ਕਿ ਇੰਨਾ ਜ਼ਿਆਦਾ ਵੀ ਤੁਸੀਂ ਨਾ ਆਪਣਿਆਂ ਨੂੰ ਢਾਓ, ਕੋਈ ਏਡੀ ਗੱਲ ਨਹੀਂ ਹੈਗੀ, ਬਥੇਰਾ ਕੁਝ ਹੋਇਆ ਹੈਗਾ। ਔਰ ਤੁਸੀਂ ਮੈਂ ਮਾਫ ਕਰੋ, ਮੈਂ ਢਾ ਨਹੀਂ ਰਿਹਾ। ਦੇਖੋ 78 ਦੀ ਗੱਲ ਮੈਂ ਤੁਸੀਂ ਦੇਖੋ, ਨਹੀਂ ਪ੍ਰੀਤ ਜੀ ਤੁਸੀਂ ਦੇਖੋ, ਪ੍ਰੀਤ ਜੀ ਤੁਸੀਂ ਦੇਖੋ, ਤੁਹਾਨੂੰ ਦੇਖੋ ਤਾਜੀ ਜਦੋਂ ਤੁਹਾਨੂੰ ਮਾਰ ਪੈ ਕੇ ਹਟੀ ਹੋਵੇ, ਤੁਹਾਡੇ ਤਖਤ ਅਕਾਲ ਨੂੰ ਢਾ ਦਿੱਤਾ ਗਿਆ ਹੋਵੇ, ਸਰਕਾਰ ਨੇ ਤੁਹਾਡੀ ਰੈਫਰੈਂਸ ਲਾਇਬ੍ਰੇਰੀ ਨੂੰ ਲੁੱਟ ਲਿਆ ਹੋਵੇ ਔਰ ਬਾਕੀ ਜਿਹੜਾ ਉੱਥੇ ਸਾਰਾ ਕੁਝ ਹੈਗਾ ਉਹਨੂੰ ਨੇਸਤੋ ਨਬੂਦ ਕਰਤਾ ਹੋਵੇ, ਉਹਨੂੰ ਅੱਗਾਂ ਲਾ ਦਿੱਤੀਆਂ ਹੋਣ, ਛੋਟੇ ਮਾਸੂਮ ਬੱਚੇ ਵੀ ਨਾ ਬਖਸ਼ੇ ਹੋਣ। ਉਸ ਤੋਂ ਬਾਅਦ ਫੇਕ ਐਨਕਾਊਂਟਰਾਂ ਦਾ ਦੌਰ, ਇੱਕ ਛੋਟੇ ਜਿਹੇ ਮਾਸੂਮ ਬੱਚੇ ਨੂੰ ਬਰਫ਼ ਦੀ ਸਿੱਲ ਦੇ ਉੱਪਰ ਲਟਾ ਕੇ ਤੇ ਉਹਨੂੰ ਖਤਮ ਕਰ ਦਿੱਤਾ ਗਿਆ ਹੋਵੇ, ਲਾਗੇ ਮਾਂ ਖੜੀ, ਫਿਰ ਬਰਫ਼ ਦੇ ਵਿੱਚੋਂ ਖੁਰਚ ਕੇ ਲਾਇਆ ਹੋਵੇ ਉਹ ਬੱਚਾ। ਜਦੋਂ ਤੁਸੀਂ ਇਸ ਦੌਰ ਦੇ ਵਿੱਚੋਂ ਲੰਘੇ ਹੋਏ ਹੋਵੋ ਨਾ, ਜਦੋਂ ਫਿਰ ਤੁਹਾਨੂੰ ਸਮਾਂ ਲੱਗਦਾ। ਉਹਦੇ ਬਾਵਜੂਦ ਵੀ ਮੈਂ ਕਹਿੰਦਾ ਕਿ ਜਿੰਨੀਆਂ ਗੱਲਾਂ ਤੁਸੀਂ ਕਹੀਆਂ, ਕਿਉਂਕਿ ਜਦੋਂ ਨਾ ਤੁਸੀਂ ਉਹਨਾਂ ਰਾਵਾਂ ਚ ਜਦੋਂ ਤੁਸੀਂ ਖੁਦ ਬਿਲਕੁਲ, ਮੇਰੀ ਔਕਾਤ ਨਹੀਂ ਹੈਗੀ ਕਿ ਮੈਂ ਉਹਨਾਂ ਜਿਹਨਾਂ ਨੇ ਇਹ ਹੱਡੀ ਹੰਡਾਇਆ ਆ ਜਾਂ ਜਿਹੜੇ ਉਸ ਵੇਲੇ ਦੇ ਆਈ ਵਿਟਨੈਸ ਨੇ ਜਾਂ ਜਿਹਨਾਂ ਨੇ ਉਹ ਵਰਤਾਂਤ ਝੱਲਿਆ ਹੈ ਨਾ ਜਾਂ ਦੇਖਿਆ ਹੈ ਜੀ, ਔਰ ਉਹਦੇ ਬਾਵਜੂਦ ਮੈਂ ਕਹਿੰਦਾ ਉਹਦੇ ਬਾਵਜੂਦ
ਜੇ ਤੁਸੀਂ ਕੰਪੈਰੀਜ਼ਨ ਕਰ ਲਓ ਨਾ, ਜਦੋਂ ਹੜ੍ਹ ਆਉਂਦੇ ਆ ਪੰਜਾਬ ਦੇ ਵਿੱਚ ਸਰਕਾਰ ਵਾ, ਤੁਸੀਂ ਖੁਦ ਕੰਪੈਰੀਜ਼ਨ ਕਰਦੇ ਹੋ ਆਪਣੇ ਚੈਨਲ ਦੇ ਬੈਠ ਕੇ ਆਪਣੇ ਅਦਾਰੇ ਤੇ, ਜਿਹੜੀ ਸਰਕਾਰ ਵਾ ਇਸ ਵੇਲੇ ਜਾਂ ਪਹਿਲਾਂ ਵੀ ਜਿਹੜੀ ਸਰਕਾਰ ਸੀਗੀ, ਜਦੋਂ ਹੜ੍ਹ ਆਉਂਦੇ ਆ ਪੰਜਾਬ ਦੇ ਵਿੱਚ ਜਾਂ ਕੋਈ ਵੱਡੀ ਤਰਾਸਦੀ ਆਉਂਦੀ ਹੈ, ਤਾਂ ਤੁਹਾਡੀ ਕਮਿਊਨਿਟੀ, ਸਿੱਖ ਕਮਿਊਨਿਟੀ ਉਹਨਾਂ ਨਾਲੋਂ ਸਰਕਾਰ ਨਾਲੋਂ ਜ਼ਿਆਦਾ ਯੋਗਦਾਨ ਪਾਉਂਦੀ ਹੈ। ਪੰਜਾਬ ਨਹੀਂ ਜੀ, ਇੱਦਾਂ ਹੀ ਭਾਰਤ ਸਰਕਾਰ, ਇੱਦਾਂ ਹੀ ਭਾਰਤ ਸਰਕਾਰ, ਇੱਦਾਂ ਹੀ ਪੂਰੀ ਦੁਨੀਆ। ਦੇਖੋ ਤੁਸੀਂ ਮਾਰਾਂ ਝੱਲਣ ਦੇ ਬਾਵਜੂਦ ਵੀ ਇੰਨਾ ਕੁਝ ਕਰ ਜਾਂਦੇ ਹੋ, ਔਰ ਜਦੋਂ ਤੁਹਾਡਾ ਆਪਣਾ ਮੁਲਕ ਹੋਊਗਾ, ਜਦੋਂ ਤੁਹਾਡਾ ਆਪਦਾ ਮੁਲਕ ਹੋਊਗਾ, ਜਦੋਂ ਤੁਹਾਨੂੰ ਮਾਰਾਂ ਨਹੀਂ ਪੈਂਦੀਆਂ ਹੋਣਗੀਆਂ, ਤਾਂ ਫਿਰ ਸੋਚ ਕੇ ਦੇਖਣ ਦੁਨੀਆ ਦੇ ਲੋਕ ਵੀ ਸਿੱਖ ਫਿਰ ਕੀ ਕਰਨਗੇ, ਸੋਚ ਕੇ ਵੇਖੋ। ਮੈਂ ਇਸੇ ਖੁਆਬ ਦੀ ਗੱਲ ਕਰ ਰਿਹਾ ਜੋ ਤੁਸੀਂ ਹੁਣੀ ਬੋਲ ਕੇ ਹਟੇ ਹੋ, ਜੇ ਤੁਹਾਡੀ ਆਪਣੀ ਸਰਜ਼ਮੀਨ ਹੋਵੇ ਜੀ। ਪਰ ਮੈਂ ਉਹੀ ਕਹਿ ਰਿਹਾ ਹਾਂ ਵੀ ਜਿਹੜਾ ਤੁਸੀਂ ਕਿਹਾ, ਮੈਂ 78 84 ਜਾਂ ਜਿਹੜੀ ਵੀ ਗੱਲ ਕਹੀ ਉਹਦੇ ਵਿੱਚ ਮੇਰਾ ਕਹਿਣ ਦਾ ਤਤਪਰ ਜਾਂ ਅੰਤ ਜਾਂ ਨਿਚੋੜ ਇਹੀ ਸੀ ਵੀ ਕੌਮ ਦੇ ਖਾਤੇ ਦੇ ਵਿੱਚ ਕੀ ਭੁਗਤਿਆ, ਉਹ ਅਸੀਂ ਇੰਨੀਆਂ ਪੀੜਾਂ ਹੰਢਾਈਆਂ ਨੇ ਪਿੰਡ ਦੇ ਉੱਤੇ, ਤੁਸੀਂ ਇੱਕ ਇੱਕ ਗਣਾਈ ਆ, ਪਰ ਅਸੀਂ ਕੋਈ ਅਜੇ ਤੱਕ ਠੋਸ ਰਣਨੀਤੀ ਨਹੀਂ ਬਣਾਈ। ਜਦੋਂ ਰਣਨੀਤੀ ਸਾਡੀ ਸਿੱਖਾਂ ਤੇ ਚੜੀ ਸੀ, ਉਹ 92 ਦੇ ਵਿੱਚ ਸਾਡੇ ਆਪਣੇ ਢਹਿ ਕਰਵਾਈ। ਤੁਸੀਂ ਵੀ ਮੰਨਦੇ ਹੋ, ਸਾਰਿਆਂ ਨੂੰ ਇਤਿਹਾਸ ਪਤਾ ਹੈ। ਮੈਂ ਕਿਸੇ ਨੂੰ ਦੇਖੋ, ਮੈਨੂੰ ਤੁਸੀਂ ਗਲਤ ਨਾ ਸਮਝਿਓ, ਨਾ ਵੀ ਤੁਸੀਂ ਨਾ ਸਿੱਖ ਸੰਗਤ ਸਮਝੇ। ਮੈਂ ਸਿਰਫ ਇਹ ਗੱਲ ਕਹਿਣਾ ਚਾਹੁੰਦਾ ਕਿ ਤੁਸੀਂ ਡਿੱਗਦੇ ਢਹਿੰਦੇ ਬਿਲਕੁਲ ਮੈਂ ਤਾਂ ਹੀ ਕਹਿ ਰਿਹਾ ਹਾਂ ਕਿ ਅਸੀਂ ਹੁਣ ਨਹੀਂ ਡਿੱਗਣਾ। ਤੁਸੀਂ ਡਿੱਗਦੇ ਢਹਿੰਦੇ 38 ਵਰਿਆਂ ਦੇ ਵਿੱਚ ਹੀ, 38 40 ਵਰਿਆਂ ਦੇ ਵਿੱਚ ਹੀ ਡਿੱਗਦੇ ਢਹਿੰਦੇ ਤੁਸੀਂ ਦੇਖੋ ਵਰਲਡ ਲੈਵਲ ਤੱਕ ਤੁਸੀਂ ਪ੍ਰਾਪਤ, ਦੇਖੋ ਕੀ ਕੁਝ ਕੀਤਾ ਹੈਗਾ। ਤੁਸੀਂ ਬਹੁਤ ਕੁਝ ਪ੍ਰਾਪਤ ਕਰ ਲਿਆ ਜੀ, ਡਿੱਗਦੇ ਢਹਿੰਦਿਆਂ ਨੇ ਬਹੁਤ ਕੁਝ ਆਪਣੇ ਸਾਰਾ ਕੁਝ ਕਰਦਿਆਂ ਨੇ ਬਹੁਤ ਕੁਝ ਪ੍ਰਾਪਤ ਕਰ ਲਿਆ। ਬਹੁਤ ਕੁਝ ਕੀਤਾ, ਪਰ ਹਰ ਵਾਰ ਅਸੀਂ ਕੁਰਬਾਨੀਆਂ ਬਹੁਤ ਦਿੱਤੀਆਂ ਨੇ ਜੀ। ਅੱਜ ਪਰ ਇੱਕ ਗੱਲ ਜਿਹੜੀ ਤੁਸੀਂ ਕਰਦੇ ਹੋ ਨਾ, ਮੈਂ ਕੁਝ ਨਹੀਂ ਕੀਤਾ ਪ੍ਰਿੰਸ ਜੀ, ਇੱਕ ਗੱਲ ਜਿਹੜੀ ਤੁਸੀਂ ਕਰਦੇ ਹੋ ਨਾ, ਮੈਂ ਉਹਦੇ ਨਾਲ ਬਿਲਕੁਲ ਐਗਰੀ ਕਰਦਾ, ਔਰ ਬਹੁਤ ਜ਼ਿਆਦਾ ਐਗਰੀ ਕਰਦਾ ਕਿ ਤੁਸੀਂ ਡਿੱਗਦੇ ਢਹਿੰਦਿਆਂ ਨੇ ਅੱਜ ਵਰਲਡ ਲੈਵਲ ਤੇ ਕਿੰਨਾ ਕੁਝ ਪ੍ਰਾਪਤ ਕਰ ਲਿਆ ਹੈਗਾ। ਪਰ ਜੇ ਤੁਹਾਡੀ ਵਾਲੀ ਸਲਾਹ ਮੰਨ ਲਈ ਜਾਵੇ, ਅਪਣਾ ਲਈ ਜਾਵੇ, ਵੀ ਆਪਾਂ ਸਿਰ ਜੋੜ ਕੇ ਬੈਠ ਕੇ ਕੋਈ ਠੋਸ ਰਣਨੀਤੀ ਬਣਾ ਕੇ ਜੇ ਤੁਰੀਏ, ਤਾਂ ਫਿਰ ਕਿੰਨੀ ਤੇਜ਼ੀ ਨਾਲ ਤੇ ਕਿੱਥੇ ਤੱਕ ਪਹੁੰਚ ਜਾਓਗੇ ਤੁਸੀਂ। ਇਸ ਗੱਲ ਨਾਲ ਮੈਂ ਬਿਲਕੁਲ ਐਗਰੀ। ਮੈਂ ਸੱਜਣ ਵੀਰ, ਮੇਰਾ ਦਿਲ ਕਹਿੰਦਾ ਆ ਤੇ ਮੈਂ ਵਾਅਦਾ ਕਰਦਾ ਆ, ਮੇਰਾ ਦਿਲ ਕਹਿ ਰਿਹਾ ਤਾਂ ਕਰ ਰਿਹਾ ਸਿੱਖ ਸੰਗਤ ਦੇ ਨਾਲ ਜੀ, ਠੀਕ ਹੈ। ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ, ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਅਸੀਂ ਉਹ ਕੁਝ ਕਰਨ ਦੇ ਕਾਬਿਲ ਆ ਜੀ ਜੋ ਹਕੂਮਤਾਂ ਸੋਚ ਵੀ ਨਹੀਂ ਸਕਦੀਆਂ। ਪਰ ਸਾਡੀ ਘਾਟ, ਸਾਡੀ ਕਮਜ਼ੋਰੀ ਤੇ ਸਾਡੀ ਕਮਰ ਉੱਥੇ ਟੁੱਟਦੀ ਹੈ ਜਦੋਂ ਅਸੀਂ ਸਿਰ ਜੋੜਨ ਦੀ ਗੱਲ ਕਰਦੇ ਹਾਂ ਤੇ ਸਿਰ ਜੋੜ ਵੀ ਲੈਂਦੇ ਹਾਂ, ਤੇ ਫਿਰ ਸਾਡੀ ਆਕੜ, ਸਾਡੀ ਹੈਂਕੜ, ਸਾਡੀ ਅਹੁਦੇਦਾਰੀ, ਸਾਡੀ ਚੌਧਰ ਸਾਡੇ ਤੇ ਹਾਵੀ ਪੈ ਜਾਂਦੀ ਹੈ। ਜਦੋਂ ਆਏ ਕਹਿੰਦੇ ਲੈ ਉਹ ਤੇਰੇ ਤੋਂ ਵਧੀਆ ਬੋਲ ਗਿਆ, ਉਹਨੇ ਸੰਗਤ ਨੂੰ ਤੇਰੇ ਤੋਂ ਵਧੀਆ ਸੰਬੋਧਨ ਕਰਤਾ, ਯਾਰ ਉਹਦੀ ਅੱਜ ਬੜੀ ਵਾਹ ਹੋ ਰਹੀ ਆ, ਤੈਨੂੰ ਤਾਂ ਕਿਸੇ ਨੇ ਪੁੱਛਣ ਨਹੀਂ, ਤੇਰਾ ਤਾਂ ਅਹੁਦਾ ਉਹ ਤੋਂ ਉੱਚਾ ਸੀਗਾ। ਜੀ ਜੀ, ਸਾਡਾ ਬੇੜਾ ਉੱਥੇ ਬੈਠਣਾ ਸ਼ੁਰੂ ਹੁੰਦਾ। ਫਿਰ ਉਸੇ ਵੇਲੇ ਅਸੀਂ ਉਸ ਦੂਜੇ ਨੂੰ ਭੰਜਣਾ ਸ਼ੁਰੂ ਕਰਦੇ ਆ ਜਾਂ ਚੁੱਪਚਾਪ ਉਹਦੇ ਖਿਲਾਫ ਸਕੀਮਾਂ ਲਾਣੀਆਂ ਸ਼ੁਰੂ ਕਰਦੇ, ਜਿਸ ਨੇ ਸਾਡੀ ਕੌਮ ਦਾ ਬੇੜਾ ਗਰਕ ਕੀਤਾ ਆ, ਜਾਂ ਆਪਣਾ ਡੰਡਾ, ਆਪਣਾ ਝੰਡਾ ਲੈ ਕੇ ਅਸੀਂ ਅਲੱਗ ਹੋ ਜਾਂਦੇ ਹਾਂ। ਇਹ ਤਰਾਸਦੀ ਜਿਸ ਦਿਨ ਦੇਖੋ, ਅਗਰ ਸੱਜਣ ਵੀਰ ਤੂੰ ਚੰਗਾ ਬੋਲ ਰਿਹਾ ਹੋਏਗਾ ਔਨ 에ਅਰ, ਠੀਕ ਹੈ, ਚੈਨਲ ਦੇ ਵਿੱਚ, ਮੈਂ ਐਪਰੀਸ਼ੀਏਟ ਕਰਾਂਗਾ, ਵਾਹ ਵੀਰ ਤੂੰ ਬਹੁਤ ਵਧੀਆ ਬੋਲਿਆ ਆ, ਤੇ ਮੈਂ ਦਿਲੋਂ ਕੀਤਾ ਵੀ ਆ ਐਪਰੀਸ਼ੀਏਟ। ਤੁਹਾਡੇ ਐਪੀਸੋਡ ਤੁਹਾਨੂੰ ਮੈਂ ਅੱਜ ਤਾਂ ਹੀ ਲਿਆ ਕਿ ਨਿੱਜਰ ਦੇ ਮਸਲੇ ਦੇ ਉੱਤੇ, ਭਾਈ ਦੇ ਉੱਤੇ ਤੁਸੀਂ ਜੋ ਕੁਝ ਕੀਤਾ, ਜਿੰਨੀ ਰਿਸਰਚ, ਜਿੰਨੀ ਤੁਸੀਂ ਸਿੰਘ ਸ਼ਹੀਦਾਂ ਦੇ ਉੱਤੇ ਰਿਸਰਚ, ਜਿੰਨੀ ਸ਼ਹੀਦ ਪਰਿਵਾਰਾਂ ਨਾਲ ਗੱਲ ਕੀਤੀ ਹੈ, ਜਿੰਨੀ ਤੁਸੀਂ ਮਤਲਬ ਕੌਮ ਦੇ ਯੋਧਿਆਂ ਦੀ ਗੱਲ ਕੀਤੀ ਹੈ, ਐਪੀਸੋਡ ਤੁਹਾਡੇ ਮੈਂ ਮੋਸਟ ਆਫ ਦੇਖਦਾ ਆ ਜੋ ਤਾਂ ਅਸੀਂ ਟੱਚ ਦੇ ਵਿੱਚ ਆਏ ਆ। ਕੋਈ ਹੋਵੇ, ਕੋਈ ਮਿਸ ਹੋ ਗਿਆ, ਤੇ ਮਤਲਬ ਸਲਾਮ ਕਰਦਾ ਹਾਂ ਮੈਂ ਤੁਹਾਡੇ ਇਸ ਜਜ਼ਬੇ ਨੂੰ ਵੀ ਤੁਸੀਂ ਪੱਤਰਕਾਰੀ, ਮਤਲਬ ਜਿਹਨੂੰ ਅਸੀਂ ਕਹਿੰਦੇ ਆ ਵੀ ਐਜੂਕੇਸ਼ਨ ਅਸੀਂ ਲੈਣੀ ਹੁੰਦੀ ਹੈ, ਠੀਕ ਹੈ, ਵੀ ਤੁਸੀਂ ਕਦੀ ਜਾ ਕੇ ਸਕੂਲ ਕਾਲਜ ਦੇ ਵਿੱਚ ਉਸ ਦੀ ਐਜੂਕੇਸ਼ਨ ਨਹੀਂ ਲਿੱਤੀ, ਤੇ ਤੁਸੀਂ ਜਿਹੜੇ PhD ਵੀ ਨੇ ਪੱਤਰਕਾਰੀ ਦੇ ਵਿੱਚ, ਉਹਨਾਂ ਤੋਂ ਲੱਖ ਗੁਣਾ ਜ਼ਿਆਦਾ ਵਧੀਆ ਪੱਤਰਕਾਰੀ ਕਰਦੇ ਹੋ, ਤਾਂ ਦਿਲ ਕਰਦਾ ਹੈ ਤੁਹਾਡੇ ਨਾਲ ਗੱਲ ਕਰਨ ਦਾ, ਤਾਂ ਦਿਲ ਕਰਦਾ ਤੁਹਾਡੇ ਪ੍ਰੋਗਰਾਮ ਸੁਣਨ ਦਾ, ਤੇ ਤਾਂ ਹੀ ਦਿਲ ਕਰਦਾ ਵੀ ਸੰਗਤ ਨੂੰ ਉਹ ਅਸੀਂ ਸੁਨੇਹਾ ਦਈਏ ਵੀ ਸਾਡੇ ਆਪਣੇ ਕੋਈ ਨਿੱਜ ਨਹੀਂ ਹੈਗੇ। ਅਗਰ ਅਸੀਂ ਕੌੜੀਆਂ ਸੁਣਾਉਂਦੇ ਵੀ ਆ ਤਾਂ ਤੁਹਾਨੂੰ ਆਪਣਾ ਸਮਝ ਕੇ ਸੁਣਾਉਂਦੇ ਆ, ਤਾਂ ਜੇ ਸਾਡੇ 'ਚ ਵੀ ਕਮੀ ਹੈ ਤੁਸੀਂ ਸਿੱਧਾ ਕਾਲ ਕਰ ਸਕਦੇ ਹੋ। ਮੇਰਾ ਨੰਬਰ ਸਾਰਿਆਂ ਕੋਲ ਹੈ 9881844087। ਮੈਨੂੰ ਡਰ ਹੁੰਦਾ, ਮੇਰੇ ਕੋਲ ਕੇ ਰੱਖਦਾ ਜੇ ਮੈਨੂੰ ਕੋਈ ਸੈਲਫਿਸ਼ ਹੁੰਦਾ ਮੈਂ ਆਪਣੇ ਵਾਸਤੇ। ਮੈਨੂੰ ਵਿਊਜ਼ ਤੋਂ, ਮੈਨੂੰ ਕਿਸੇ ਚੀਜ਼ ਤੋਂ ਕੋਈ ਮਤਲਬ ਨਹੀਂ, ਮੈਨੂੰ ਮਤਲਬ ਸਿੰਪਲ ਇੱਕ ਚੀਜ਼ ਤੋਂ ਹੈ, ਸਾਡੀ ਅੱਜ ਕੌਮ ਕਿੱਥੇ ਖੜੀ ਹੈ। ਬਹੁਤ ਵਾਰ ਘਾਣ ਕਰਵਾ ਲਿਆ ਅਸੀਂ ਜੀ, ਵਾਕਈ ਅੱਜ ਵੀ ਹੋ ਰਿਹਾ ਆ। ਉਦੋਂ ਸਿਰ ਢਾਹ ਕੇ ਸ਼ਹੀਦ ਹੋਏ ਸੀ ਸਾਡੇ ਨੌਜਵਾਨ, ਅੱਜ ਘਰਾਂ 'ਚ ਬਹਿ ਕੇ ਨਕਾਰੇ ਹੋ ਕੇ
ਮਤਲਬ ਨਸ਼ੇ ਕਰਕੇ ਸ਼ਹੀਦ ਹੋ ਰਹੇ ਨੇ। ਵਾਕਈ ਮੈਂ ਇਹੀ ਕਹਾਂਗਾ, ਤੁਸੀਂ ਵਾਕਈ ਉਹ ਤਰੀਕਾ ਹੋ ਰਿਹਾ, ਬਸ ਮਰ ਜੀ ਜੀ ਰਹੇ ਨੇ ਵਾਕਈ ਤੁਸੀਂ, ਵਾਕਈ ਉਹ ਆਪ ਨਹੀਂ ਮਰ ਰਹੇ, ਉਹਨਾਂ ਨੂੰ ਮਾਰਿਆ ਜਾ ਰਿਹਾ ਸੋਚੀ ਸਮਝੀ ਸੋਚ ਦੇ ਚੱਲ ਕੇ। ਪਰ ਵਾਕਈ ਅਸੀਂ ਜ਼ਰੂਰ ਤਮਾਸ਼ਾ ਸਿਰਫ ਦੇ ਰਹੇ ਹਾਂ, ਅਸੀਂ ਆਪਣੇ ਡੰਡੇ ਆਪਣੇ ਝੰਡੇ ਲੈ ਕੇ ਆਪਣੇ ਰੋਸ਼ ਮੁਜ਼ਾਹਰਿਆਂ ਤੇ ਲੱਗੇ ਆ। ਕਾਸ਼ ਇਹ ਹੋ ਜਵੇ ਕਿ ਪੰਜਾਬ 'ਚ ਇੱਕੋ ਹੀ ਇਕੱਠ ਹੋਵੇ ਤੇ ਉਹ ਵਾਕਈ ਇਕੱਠ ਇੱਕੋ ਹੀ ਸੁਰ 'ਚ ਉੱਠੇ ਤੇ ਬੋਲੇ ਸੋਨੇ ਹਾਲ ਦੇ ਜਕਾਰੇ ਜਿਹੜੇ ਗੂੰਜਣ ਤੇ ਸਾਰੇ ਇਕੱਠ ਦੇ ਇੱਕੋ ਹੀ ਹੋਣ। ਵਾਕਈ ਰਾਜ ਕਰਿਆ ਖਾਲਸਾ ਆਕੀ ਰਹੇ ਨਾ ਕੋਈ, ਜਦੋਂ ਸਾਰੇ ਦਾ ਸਾਰਾ ਹਜੂਮ ਬੋਲੇ ਵਾਕਈ ਤਾਂ ਦਿੱਲੀ ਦਾ ਤਖਤ ਹਿੱਲ ਜੇ। ਜਿਹੜਾ ਤਖਤ ਲਿਆ ਕੇ ਇਹਨਾਂ ਦੇ ਅਕਾਲ ਤਖਤ ਦੇ ਸਾਹਮਣੇ ਰੱਖਿਆ ਆ, ਅੱਜ ਬਰਾਬਰ ਰੱਖਤਾ। ਵਾਕਈ ਜਿਹੜਾ ਤਖਤ ਦਿੱਲੀ ਤੋਂ ਘੜੀਸ ਕੇ ਲਿਆ ਕੇ ਥੱਲੇ ਰੱਖਿਆ ਗਿਆ ਸੀ ਕਿ ਸਾਰੀ ਸੰਗਤ ਜਿਸ ਦਿੱਲੀ ਦੇ ਤਖਤ ਤੇ ਬਹਿ ਕੇ ਸਾਡੇ ਖਿਲਾਫ, ਕੌਮ ਦੇ ਖਿਲਾਫ ਫੈਸਲੇ ਲਿੱਤੇ ਜਾਂਦੇ ਸੀ, ਉਸ ਤਖਤ ਦੇ ਉੱਤੋਂ ਪੈਰ ਧਰ ਕੇ ਸੰਗਤ ਨਿਕਲੂਗੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ। ਉਹ ਅੱਜ ਤਖਤ ਲਿਆ ਕੇ ਅਕਾਲ ਤਖਤ ਦੇ ਬਰਾਬਰ ਰੱਖਤਾ। ਵਾਕਈ ਉਹ ਤਖਤ ਉਦੋਂ ਥੱਲੇ ਆਣਾ ਹੈ। ਵਾਕਈ ਇਹਨਾਂ ਨੇ ਨਹੀਂ ਰੱਖਣਾ, ਵਾਕਈ ਇਹਨਾਂ ਨੇ ਨਹੀਂ ਬਿਲਕੁਲ ਰਖਵਾਉਣਾ। ਬੇਨਤੀ ਮੇਰੀ ਇਹੀ ਆ, ਮੈਂ ਕਿਸੇ ਦੇ ਖਿਲਾਫ ਨਹੀਂ, ਮੈਂ ਕੌਮ ਦੇ ਨਾਲ ਸੀ, ਹੈ, ਰਹਾਂਗਾ ਜਦੋਂ ਤੱਕ ਸਵਾਸ ਚੱਲ ਰਹੇ ਨੇ। ਹਾਂ, ਮੈਂ ਕੌੜਾ ਬੋਲ ਜਾਣਾ ਕਿਉਂਕਿ ਉਹ ਮੈਂ ਹੱਡੀ ਹੰਡਾਇਆ, ਅੱਖੀਂ ਦੇਖਿਆ ਆ, ਲੋਕਾਂ ਦੇ ਵਿੱਚ ਆਪ ਵਿਚਰਿਆ ਆ। ਮੈਂ ਕਿਸੇ ਦੀ ਜਿਹੜਾ ਨੂੰ ਨਹੀਂ ਜਾਣਦਾ, ਜਿਹੜਾ ਨੂੰ ਨਹੀਂ ਮਿਲਿਆ, ਉਹਨਾਂ ਦੀ ਗੱਲ ਨਹੀਂ ਕਰਦਾ ਹੁੰਦਾ। ਮੈਂ ਸਿਰਫ ਜੀ ਉਹਨਾਂ ਦੀ ਕਰਦਾ ਜਿਹਨਾਂ ਦੇ ਨਾਲ ਵਿਚਰਿਆ ਆ। ਜੀ ਬਿਲਕੁਲ ਇਸ ਕਰਕੇ ਜ਼ਰੂਰ ਉਹਨਾਂ ਨੂੰ ਸਿਰਫ ਹਾਂਜੀ ਹਦਾਇਤਾਂ ਹੁੰਦੀਆਂ ਨੇ। ਜੇ ਫਿਰ ਵੀ ਕਿਸੇ ਵੀਰ ਭੈਣ ਭਰਾ ਨੂੰ ਮੇਰੀ ਕੋਈ ਗੱਲ ਬੁਰੀ ਲੱਗਦੀ ਹੋਵੇ, ਹੱਥ ਬੰਨ ਕੇ ਮਾਫੀ ਹੈ। ਮੈਂ ਬਸ ਇਹੀ ਕਹਾਂਗਾ ਅੰਤਤः, ਹੋਵੋ ਇਕੱਤਰ, ਮਿਲੋ ਮੇਰੇ ਭਾਈ, ਦੁਵਿਧਾ ਦੂਰ ਕਰੋ ਲਿਵਲਾਈ। ਵੀ ਅਸੀਂ ਇਹ ਸਿਰਫ ਪ੍ਰਚਾਰਨ ਮਾਤਰ ਨਾ ਰੱਖੀਏ, ਇਸ ਗੁਰਬਾਣੀ ਦੇ ਫਰਮਾਨ ਨੂੰ ਅਸੀਂ ਸਿੱਧ ਕਰਨ ਵਾਸਤੇ ਇਕਜੁੱਟ ਹੋਈਏ। ਬਹੁਤ ਬਹੁਤ ਧੰਨਵਾਦ ਸੱਜਣ ਵੀਰ। ਅੰਤਤः ਤੁਸੀਂ ਕੁਝ ਕਹਿਣਾ ਚਾਹੋਗੇ? ਬਸ ਜੀ, ਮੈਂ ਤੁਹਾਡੀ ਵਾਲੀ ਗੱਲ ਹੀ ਅਖੀਰ ਦੇ ਵਿੱਚ ਜਿਵੇਂ ਵੀਰ ਹੋਰਾਂ ਨੇ ਆਖਿਆ ਹੈਗਾ ਕਿ ਪੱਤਰਕਾਰ ਮੈਨੂੰ ਵਧੀਆ ਆਖਿਆ ਹੈਗਾ। ਸੋ ਮੈਂ ਅਕਸਰ ਇਹ ਗੱਲ ਕਹਿੰਦਾ ਹੁੰਦਾ, ਜਾਂਦੇ ਜਾਂਦੇ ਮੈਂ ਫਿਰ ਉਹੀ ਗੱਲ ਕਹਿਣੀ ਚਾਹੁੰਦਾ। ਮੇਰੇ ਸਟੂਡੀਓ ਦੇ ਵਿੱਚ ਲੜਕੀ ਕੰਮ ਕਰਦੀ ਹੈ, ਮੈਂ ਅੱਜ ਉਹਨੂੰ ਆਖਣ ਡਿਆ ਸੀਗਾ ਕਿ ਦੇਖੋ ਵੱਖ-ਵੱਖ ਚੈਨਲਾਂ ਦੇ ਉੱਪਰ ਜਿਹੜਾ ਭਾਰਤ ਦਾ ਮੀਡੀਆ ਹੈਗਾ, ਉੱਥੇ ਤੁਸੀਂ ਦੇਖੋ ਕੁੜੀਆਂ ਐਂਕਰਾਂ ਕਿੰਨੀਆਂ ਜ਼ਿਆਦਾ ਪੜ੍ਹੀਆਂ ਲਿਖੀਆਂ, ਕਿੰਨੀਆਂ ਜ਼ਿਆਦਾ ਇੰਟੈਲੀਜੈਂਟ, ਕਿੰਨੀਆਂ ਜ਼ਿਆਦਾ ਤੇਜ਼ ਤਰਾਰ ਨੇ, ਫਟਾਫਟ ਇੰਗਲਿਸ਼ ਬੋਲਦੀਆਂ ਨੇ। ਸਾਡੇ ਵਰਗਾ ਅਨਪੜ੍ਹ, ਮੈਂ ਚਾਹੁੰਦਾ ਹੈਗਾ ਕਿ ਸਾਡੀ ਕੌਮ ਦੇ ਕੋਲ ਵੀ ਇੱਦਾਂ ਦੇ ਪੜ੍ਹੇ ਲਿਖੇ ਨੌਜਵਾਨ ਪੱਤਰਕਾਰ ਹੋਣੇ ਚਾਹੀਦੇ ਨੇ, ਮੁੰਡੇ ਕੁੜੀਆਂ ਜਿਹੜੇ ਪਟਾਕ ਅੰਗਰੇਜ਼ੀ ਬੋਲਣ, ਜਿਹੜੇ ਵਧੀਆ ਤਰੀਕੇ ਦੇ ਨਾਲ ਆਪਣਾ ਪੱਖ ਰੱਖ ਸਕਣ। ਜੇ ਸਾਡੇ ਵਰਗਾ ਅਨਪੜ੍ਹ ਜਿਹਾ ਬੰਦਾ ਕਰ ਸਕਦਾ ਹੈਗਾ ਤੇ ਸਾਨੂੰ ਲੱਗਦਾ ਕਿ ਉੱਦਾਂ ਦੇ ਨੌਜਵਾਨਾਂ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ। ਜੇ ਉਹ ਆਉਂਦੇ ਆ ਤਾਂ ਜਿਹੜਾ ਆਪਾਂ ਸਟੇਜ ਤੇ ਕਹਿੰਦੇ ਕਿ ਇੱਦਾਂ ਦੇ ਬੰਦੇ ਆਉਣੇ ਚਾਹੀਦੇ ਆ, ਤਾਂ ਜਦੋਂ ਉਹ ਆਉਣ ਤੇ ਸਾਨੂੰ ਉਹਨਾਂ ਨੂੰ ਇਮਾਨਦਾਰੀ ਦੇ ਨਾਲ ਮੌਕਾ ਦੇਣਾ ਚਾਹੀਦਾ ਹੈ ਕਿ ਆਓ ਮੇਰੀ ਜਗ੍ਹਾ ਤੇ ਆਣ ਕੇ ਬਹਿ ਜਾਓ। ਬਹੁਤ ਬਹੁਤ ਧੰਨਵਾਦ। ਬਿਲਕੁਲ, ਨਾਲ ਇਹ ਤੁਹਾਡੀ ਮੈਂ ਗੱਲ ਕੰਪਲੀਟ ਕਰਦਾ ਹਾਂ ਕਿਉਂਕਿ ਦੇਸ਼ ਵਿਦੇਸ਼ ਸੰਗਤ ਨੂੰ ਇੱਕ ਸੁਨੇਹਾ ਹੋਰ ਦੇਣਾ ਬਹੁਤ ਜ਼ਰੂਰੀ ਹੈ। ਜੋ ਗੱਲ ਸੱਜਣ ਵੀਰ ਨੇ ਕਹੀ ਹੈ, ਇਹ ਬਹੁਤ ਜ਼ਰੂਰੀ ਹੈ ਕਿ ਸਾਡੇ ਆਪਣੇ ਸ਼ਾਰਪ ਮਾਈਂਡਡ ਪੱਤਰਕਾਰ ਹੋਣੇ ਚਾਹੀਦੇ ਨੇ। ਮਾਸ ਕਮਿਊਨੀਕੇਸ਼ਨ ਕੋਈ ਜ਼ਰੂਰੀ ਨਹੀਂ ਹੈ ਇਸ ਵਾਸਤੇ। ਜਿਹੜਾ ਕਿਸੇ ਨੇ ਬਹੁਤ ਜ਼ਿਆਦਾ 90% ਮੈਂ ਇਹ ਕਹਾਂਗਾ ਕਿ ਜਿਹੜੇ ਪੰਜਾਬ ਦੇ ਵਿੱਚ ਪੱਤਰਕਾਰੀ ਕਰਦੇ ਨੇ ਉਹਨਾਂ ਨੇ ਮਾਸ ਕਮਿਊਨੀਕੇਸ਼ਨ ਨਹੀਂ ਕੀਤੀ ਹੋਣੀ, ਜਿਹੜੇ ਬਾਹਰ ਰਿਪੋਰਟਿੰਗ ਅਸਲ ਕਰਦੇ ਨੇ। ਪਰ ਜਿਹੜੀ ਗੱਲ ਸੱਜਣ ਵੀਰ ਨੇ ਕਹੀ ਹੈ, ਕਦੀ ਸਿੱਖ ਕੌਮ ਦਾ ਆਪਣਾ ਖਾਲਸਾ ਅਖਬਾਰ ਹੁੰਦਾ ਸੀ, ਕਦੇ ਸਿੱਖ ਕੌਮ ਨੇ ਆਪਣੇ ਚੈਨਲ ਸ਼ੁਰੂ ਕਰਨ ਦੀ ਸੋਚੀ ਸੀ। ਅੱਜ ਅਸੀਂ ਕਰੋੜਾਂ ਅਰਬਾਂ ਰੁਪਈਆਂ ਦਾ ਦਾਨ ਕਰ ਦਿੰਦੇ ਹਾਂ। ਮੈਂ ਬਾਹਰ ਦੀ ਵਿਦੇਸ਼ਾਂ ਦੀ ਸਿੱਖ ਸੰਗਤ ਨੂੰ ਕਹਾਂਗਾ, ਤੁਸੀਂ ਛਾਪਾਖਾਨਾ ਸ਼ੁਰੂ ਕਰਨ ਵਾਸਤੇ ਐਸਜੀਪੀਸੀ ਨੂੰ 14 ਏਕੜ ਜ਼ਮੀਨ ਦਾਨ ਕੀਤੀ ਹੈ। ਉੱਥੇ ਦੀ ਸਿੱਖ ਸੰਗਤ ਮਿਲ ਕੇ ਸਿੱਖ ਕੌਮ ਵਾਸਤੇ ਉੱਥੇ ਇੱਕ ਸੈਟੇਲਾਈਟ ਕਿਉਂ ਨਹੀਂ ਲਾ ਸਕਦੀ ਦੇਸ਼ਾਂ ਵਿਦੇਸ਼ਾਂ ਦੀ? ਉੱਥੋਂ ਤੁਸੀਂ ਸਿੱਖ ਕੌਮ ਦੇ ਪ੍ਰਚਾਰ ਪ੍ਰਸਾਰ ਵਾਸਤੇ ਡੀਟੀਐਚ ਕਿਉਂ ਨਹੀਂ ਸ਼ੁਰੂ ਕਰ ਸਕਦੇ? ਉੱਥੋਂ ਤੁਸੀਂ ਇਹੋ ਜਿਹੀਆਂ ਕਾਰਵਾਈਆਂ ਕਿਉਂ ਨਹੀਂ? ਅਸੀਂ ਚਲੋ ਨਹੀਂ ਕਰ ਸਕਦੇ, ਮੈਂ ਤਾਂ ਵਿਦੇਸ਼ ਤੋਂ ਕਹਿ ਰਿਹਾ ਹਾਂ ਵੀ ਕੱਲ ਨੂੰ ਇੱਥੇ ਅਗਰ ਸੈਟੇਲਾਈਟ ਲੱਗਦਾ ਆ, ਇੱਥੇ ਪ੍ਰਚਾਰ ਹੁੰਦਾ ਆ, ਤਾਂ ਹਕੂਮਤਾਂ ਉਹਨੂੰ ਵੀ ਬੰਦ ਕਰਵਾ ਸਕਦੀਆਂ। ਪਰ ਵਿਦੇਸ਼ ਤੋਂ ਅਗਰ ਚੱਲਦਾ ਤਾਂ ਸਿਰਫ ਉਹ ਬੈਨ ਕਰਵਾ ਸਕਦੀਆਂ ਨੇ, ਬੰਦ ਨਹੀਂ ਕਰਵਾ ਸਕਦੀਆਂ। ਸੋ ਇਹ ਸੋਚ, ਅਗਾਂਹ ਵਧੂ ਸੋਚ ਜਿਹੜੀ ਹੈ, ਇਹ ਸਾਡੇ ਜਿਹੜੇ ਵਿਦੇਸ਼ਾਂ 'ਚ ਬੈਠੇ ਆ ਨਾ ਆਗੂ, ਉਹਨਾਂ ਨੂੰ ਰੱਖਣੀ ਪੈਣੀ ਹੈ। ਉਹਨਾਂ ਨੂੰ ਚਾਹੀਦਾ ਹੈ ਵੀ ਇਹ ਜਿਹੜਾ ਮਾਸ ਕਮਿਊਨੀਕੇਸ਼ਨ ਦਾ ਇੱਕ ਅਦਾਰਾ ਉੱਚਾ ਕਰਨਾ ਹੈ ਸਿੱਖ ਕੌਮ ਵਾਸਤੇ, ਉਹ ਉੱਥੇ ਬੈਠ ਕੇ ਉੱਥੇ ਇੰਸਟੀਚਿਊਟ ਕਿਉਂ ਨਹੀਂ ਸ਼ੁਰੂ ਕਰਦੇ? ਸੱਚੀ ਨੀਅਤ ਦੇ ਨਾਲ, ਸੱਚੇ ਤਰੀਕੇ ਦੇ ਨਾਲ ਅਸੀਂ ਅਗਰ ਉਹ ਕਰੀਏ ਤਾਂ ਲੱਖਾਂ ਕਰੋੜਾਂ ਰੁਪਏ ਅਸੀਂ ਫਿਲਮਾਂ ਤੇ ਲਾਤਾ, ਲੱਖਾਂ ਕਰੋੜਾਂ ਰੁਪਏ ਅਸੀਂ ਉਹਨਾਂ ਫਿਲਮਾਂ ਦੇ ਉੱਤੇ ਲਾ ਕੇ 3-3 ਘੰਟੇ ਦੀ 4-4 ਘੰਟੇ ਦੀਆਂ ਮੂਵੀਜ਼ ਬਣਾਤੀਆਂ, ਜਿਹੜੀਆਂ ਮੂਵੀਜ਼ ਦੇਖ ਕੇ ਬੱਚਿਆਂ ਦੇ ਜ਼ਿਹਨ 'ਚ ਬੇਸ਼ੱਕ ਇਤਿਹਾਸ ਤਾਜੇ, ਪਰ ਉਸ ਦੇ ਵਿੱਚ ਅਸੀਂ ਆਪਣੀਆਂ ਮਰਿਆਦਾ ਦੀਆਂ ਧੱਜੀਆਂ ਉਡਾਈਆਂ ਨੇ। ਕਿਉਂਕਿ ਕਿਤੇ ਵੀ ਸਿੱਖ ਮਰਿਆਦਾ ਇਸ ਚੀਜ਼ ਦੀ ਆਗਿਆ ਨਹੀਂ ਦਿੰਦੀ ਕਿ ਅਸੀਂ ਗੁਰੂਆਂ ਪੀਰਾਂ ਦੀ ਪਿਕਚਰਾਈਜੇਸ਼ਨ ਫੋਟੋਆਂ ਦੇ ਜ਼ਰੀਏ ਵੀ ਕਰਕੇ ਸੰਗਤ ਤੱਕ ਪਹੁੰਚਾਈਏ। ਸਿੰਪਲ ਸਿੱਧੀ ਗੱਲ ਕਹੂੰਗਾ ਮੈਂ। ਪਰ ਅਗਰ ਅਸੀਂ ਆਪਣੇ ਮੀਡੀਆ ਅਦਾਰੇ ਬਣਾਏ ਹੁੰਦੇ, ਸਾਡਾ ਆਪਣਾ ਖੁਦ ਦਾ ਸਿੱਖ ਕੌਮ ਦਾ ਇੱਕ ਸੈਟੇਲਾਈਟ ਵੀ ਹੁੰਦਾ, ਤਾਂ ਫਿਰ ਅੱਜ ਦਾ ਸਾਨੂੰ ਦਿਨ ਕੁਝ ਹੋਰ ਦੇਖਣਾ ਪੈਂਦਾ। ਸਿੱਖ ਕੌਮ ਦਾ ਕੋਈ ਆਪਣਾ ਅਖਬਾਰ ਨਹੀਂ ਹੈ, 2-3 ਅਖਬਾਰ ਚੱਲਦੇ ਨੇ, ਤੇ ਇੱਕ ਜੁਝਾਰ ਟਾਈਮ ਹੋ ਗਿਆ, ਤੇ ਉਸ ਤੋਂ ਇਲਾਵਾ ਪਹਿਰੇਦਾਰ ਹੋ ਗਿਆ, 1-2 ਹੋਰ ਅਖਬਾਰ ਹੋਣਗੇ। ਉਹ ਵਿਚਾਰੇ ਬਹੁਤ ਵਧੀਆ ਖਬਰਾਂ ਲਾਉਂਦੇ ਨੇ, ਸਲਾਮ ਹੈ ਉਹਨਾਂ ਨੂੰ ਵੀ ਉਹ ਸਭ ਕੁਝ ਚੱਲਦੇ ਹੋਏ ਵੀ ਖਬਰਾਂ ਲਾਉਂਦੇ ਨੇ। ਪਰ ਨੈਸ਼ਨਲ ਲੈਵਲ ਦਾ ਮੈਂ ਕਹਿ ਰਿਹਾ ਹਾਂ, ਕਿਹੜਾ ਪੰਜਾਬ ਦਾ ਕਿਹੜਾ ਸਿੱਖ ਅਖਬਾਰ ਹੈ ਨੈਸ਼ਨਲ ਲੈਵਲ ਦਾ ਇੰਗਲਿਸ਼ ਦੇ ਵਿੱਚ ਜਿਹੜਾ ਪ੍ਰਿੰਟ ਹੁੰਦਾ ਹੋਵੇ? ਵਿਦੇਸ਼ਾਂ ਤੋਂ ਦੱਸ ਦਿਓ ਕਿਹੜਾ ਪ੍ਰਿੰਟ ਹੁੰਦਾ ਹੈ ਸਿੱਖ ਕੌਮ ਵਾਸਤੇ?
ਅਖਬਾਰ ਕੋਈ ਵੀ, ਜਾਂ ਕਿਹੜਾ ਚੈਨਲ ਹੈ ਜਿਹੜਾ ਸਿੱਖ ਕੌਮ ਦੀ ਸਿਰਫ ਗੱਲ ਕਰਦਾ ਹੋਵੇ, ਇੰਗਲਿਸ਼, ਪੰਜਾਬੀ, ਹਿੰਦੀ ਦੇ ਵਿੱਚ, ਤਿੰਨਾਂ ਦੇ ਵਿੱਚ ਸਾਡੇ ਐਂਕਰ ਬੈਠ ਕੇ ਲੱਗੇ ਹੋਣ ਸਵੇਰ ਤੋਂ ਲੈ ਕੇ ਸ਼ਾਮ ਤੱਕ, ਸਿੱਖਾਂ ਦੀ ਅਪਡੇਟ ਦਿੰਦੇ ਹੋਣ, ਨੈਸ਼ਨਲ ਅਪਡੇਟ ਦਿੰਦੇ ਹੋਣ। ਕੀ ਅਸੀਂ ਕਰ ਨਹੀਂ ਸਕਦੇ? ਸਭ ਕੁਝ ਕਰ ਸਕਦੇ ਹਾਂ ਜੇ ਅਸੀਂ ਕਿਸੇ ਵੀ ਮੁਲਕ ਦੇ ਵਿੱਚ ਤਰਾਸਦੀ ਆਉਂਦੀ ਹੈ, ਉਹਨਾਂ ਤੱਕ ਹਰ ਖਾਣ ਦੀ, ਕੱਪੜੇ ਪਹਿਨਣ ਦੀ, ਮਕਾਨ ਤੱਕ ਬਣਾ ਕੇ ਦੇ ਸਕਦੇ ਹਾਂ। ਅਸੀਂ ਹਜ਼ਾਰਾਂ ਫੁੱਟ ਥੱਲੇ ਬੋਰ ਕਰਕੇ ਪਾਣੀ ਉਹਨਾਂ ਨੂੰ ਪਿਲਾ ਸਕਦੇ ਹਾਂ, ਤਾਂ ਆਪਣੇ ਵਾਸਤੇ ਸੈਟਲਾਈਟ ਨਹੀਂ ਲਾ ਸਕਦੇ ਹਾਂ। ਬਸ ਉਦਮ ਕਰਨ ਦੀ ਲੋੜ ਹੈ। ਸੋ ਬਹੁਤ ਬਹੁਤ ਧੰਨਵਾਦ ਵੀਰ ਤੁਹਾਡਾ, ਧੰਨਵਾਦ ਜੀ। ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ। ਸੋ ਸੰਗਤ ਜੀ, ਅੱਜ ਵਾਸਤੇ ਇੰਨਾ ਹੀ। ਪ੍ਰੋਗਰਾਮ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ। ਬਾਕੀ ਚੈਨਲ ਨੂੰ ਸਬਸਕ੍ਰਾਈਬ ਤੁਸੀਂ ਮੈਨੂੰ ਪਤਾ ਆਪ ਹੀ ਕਰ ਲੈਣਾ ਹੈ। ਬਹੁਤ ਬਹੁਤ ਧੰਨਵਾਦ। ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।